हेलो। हेलो। सत श्री अकाल जी सब ਨੂੰ। सत श्री अकाल जी। ਕੀ ਹਾਲ ਚਾਲ ਹੈ ਜੀ ਸਭ ਦੇ? सही है सर। बढ़िया बढ़िया सर। ਹਾਂਜੀ ਚੱਲ ਰਿਹਾ ਹੈ ਕਲਾਸ ਕੋਈ? सर हवा की आवाज बहुत आ रही पिछों, क्लीयर नहीं हैगी आवाज ਤੁਹਾਡੀ। यार मैं तो ऑफिस 'ਚ बैठा, मैं तो हवा की आवाज भी कर नहीं रहा। बाकी सारे ने ਪਹਿਲਾਂ ऑफ कर लो क्योंकि बाकी जो कोई बाहर होया ना तो ਉਹਦੀ ਵੀ आवाज आ रही होएगी। जो कोई आउटडोर बैठा था अपना माइक बंद कर लो। हाँ जी दोस्तों, फिर समझ आ रही है सबको? ਹਾਂਜੀ ਸਰ ਆ ਰਹੇ ਨੇ। ਸਰ ਇੱਕ ਡਾਊਟ ਸੀਗਾ ਜੀ, ਕੱਲ ਤੁਸੀਂ ਕਿਹਾ ਸੀਗਾ ਵੀ ਨਿਫਟੀ 50 ਚੋਂ ਕੋਈ ਇੱਕ ਕਰਕੇ ਲਿਆਓ ਸਰਚ। ਉਹ ਚੋਂ ਇੱਕ ਕੰਪਨੀ ਟਾਟਾ ਸਟੀਲ ਕੀਤੀ ਸੀ ਉਹਦੀ ਬੈਲੈਂਸ ਸ਼ੀਟ ਚੈੱਕ। हाँ ਉਹਦੇ जी। ਚ ਨੈਟ ਕਰੰਟ ਐਸੈਟਸ ਨਾ ਮਾਈਨਸ ਚ ਆ ਰਹੀਆਂ ਸਰ। ਇਹਦੇ ਚ ਫਿਰ ਆਪਾਂ ਹੁਣ ਕਿੱਦਾਂ ਦੇਖਾਂਗੇ ਇਹਨੂੰ? ਜਿਹੜੇ ਟੋਟਲ ਕਰੰਟ ਐਸੈਟਸ ਤੇ ਲੋਨਸ ਐਂਡ ਐਡਵਾਂਸਿਸ ਤਾਂ ਹੈਗੇ 28,321 ਕਰੋੜ हाँ ਦੇ, ਤੇ ਟੋਟਲ ਕਰੰਟ ਲਾਇਬਿਲਿਟੀਜ਼ ਤੇ ਪ੍ਰੋਵੀਜ਼ਨ ਹੈਗੇ 46,455 ਕਰੋੜ। ਇਹਦੇ ਨਾਲ ਨੈਟ ਕਰੰਟ ਐਸੈਟਸ ਮਾਈਨਸ ਚ ਆ ਰਹੀਆਂ ਸਰ। ਇਹ ਫਿਰ ਪੋਜ਼ਿਟਿਵ ਚ ਲੈ ਕੇ ਜਾਵਾਂ ਕਿ ਨੈਗੇਟਿਵ ਚ? ਵੈਸੇ ਟੋਟਲ ਐਸੈਟਸ 1,18,000 ਦੀਆਂ ਜੀ। ਇਸ ਨੂੰ ਥੋੜਾ ਐਕਸਪਲੇਨ ਕਰੋ। चलो आप देख लेंगे, कोई गल नहीं की चल रहा है टाटा स्टील ਦੇ ਵਿੱਚ ਕਹਿੰਦੇ ਤੁਸੀਂ? ਹਾਂਜੀ ਸਰ, ਟਾਟਾ ਸਟੀਲ ਦੇ ਵਿੱਚ ਇਹ ਚ ਨੈਟ ਨੈਟ ਕਰੰਟ ਐਸੈਟਸ ਮਾਈਨਸ ਚ ਆ ਰਹੀਆਂ ਜੀ ਬੈਲੈਂਸ ਸ਼ੀਟ ਚ। ਇਹਨੂੰ ਫਿਰ ਪੋਜ਼ਿਟਿਵ ਚ ਲੈ ਕੇ ਜਾਵਾਂ ਕਿ ਨੈਗੇਟਿਵ ਚ? ਮਾਈਨਸ ਚ ਕਿਉਂ ਆਈ? ਆਪਾਂ ਸਾਰੇ ਨੂੰ ਦੇਖ ਲੈਂਦੇ ਹਾਂ, ਮੈਂ ਸਕਰੀਨ ਸ਼ੇਅਰ ਕਰਤੀ ਹੈ। ਆਪਾਂ ਦੇਖਦੇ ਹਾਂ ਕੀ ਗੱਲ ਹੈ। ਸਰ ਨੋਇਸ ਬਹੁਤ ਆ ਰਹੀ ਹੈ। ਸਰ ਤੁਹਾਡੇ ਵੱਲੋਂ ਨਾ ਸਰ ਬਹੁਤ ਡਿਸਟਰਬੈਂਸ ਆ ਰਹੀ ਹੈ ਜੀ। ਇੱਕ ਮਿੰਟ ਰੁਕੋ ਆਪਾਂ ਕਰਦੇ ਹਾਂ।
दोस्तों बात सही आ रही है? हाँ जी हुण आ रही है। ਹੁਣ ਠੀਕ ਹੈ ਸਰ। ओके चलो हम आप देखिए फिर टाटा स्टील का देखो ਆਪਾਂ ਗੱਲ ਕੀਤੀ ਸੀ ਜਦੋਂ ਆਪਾਂ ਨॉर्मली ਐਸੈਟਸ ਦੀ ਗੱਲ ਕਰਦੇ ਨਾ ਪਹਿਲੇ ਤੁਸੀਂ ਮੈਨੂੰ ਦੱਸੋਗੇ ਆਪਣੇ ਕਰੰਟ ਐਸੈਟਸ ਕੀ ਚੀਜ਼ ਸੀਗੀ? ਜਿਹੜੇ ਪ੍ਰੈਜ਼ੈਂਟ ਈਅਰ ਦੇ ਵਿੱਚ ਯੂਜ਼ ਹੁੰਦੇ ਹੋਣ। हाँ ਜਿਹੜੇ ਆਪਾਂ ਪ੍ਰੈਜ਼ੈਂਟ ਈਅਰ ਦੇ ਵਿੱਚ ਯੂਜ਼ ਕਰ ਰਹੇ ਐਸੈਟਸ ਨੂੰ ਪੈਸਾ ਕਮਾਉਣ ਦੇ ਲਈ ਉਹ ਸੀਗੇ ਆਪਣੇ ਕਰੰਟ ਐਸੈਟਸ। ਇਸ ਤੋਂ ਬਾਅਦ ਆਪਾਂ ਕੀ ਕੀਤਾ ਆਪਾਂ ਦੇਖਿਆ ਕਿ ਚੀਜ਼ ਦੇਖੀ ਕਿ ਟੋਟਲ ਕਰੰਟ ਐਸੈਟਸ ਲੋਨਸ ਐਂਡ ਐਡਵਾਂਸਸ ਹਨਾ ਜਿਹੜਾ ਪੈਸਾ ਕੰਪਨੀ ਕੋਲੇ ਪਹਿਲਾਂ ਆਇਆ ਹੋਇਆ ਸੀਗਾ। ਫਿਰ ਆਪਾਂ ਉਹ ਦੇਖਿਆ ਕਿ ਟੋਟਲ ਕਰੰਟ ਲਾਇਬਿਲਿਟੀਜ਼ ਕਿੰਨੀਆਂ ਬਚਦੀਆਂ ਨੇ। ਸਰ ਨਾ ਆਵਾਜ਼ ਨਾ ਵਿੱਚ ਫਟਵੀਂ ਆ ਰਹੀ ਹੈ ਜਿਹਦਾ ਨਾ ਵਰਡ ਕਲੈਰਿਟੀ ਇਹ ਨਹੀਂ ਸਹੀ ਹੈ ਜੀ ਵੌਇਸ ਕਲੈਰਿਟੀ ਹੈ। ਆਈ ਥਿੰਕ ਤੁਸੀਂ ਟਾਕੀ ਕੋਲ ਬੈਠੇ ਹੋ ਕਿਸੇ ਵਿੰਡੋ ਕੋਲ ਬੈਠੇ ਹੋਗੇ। ਨਹੀਂ ਯਾਰ ਹਾਂਜੀ ਸਰ ਆਵਾਜ਼ ਨਹੀਂ ਕਲੀਅਰ ਆਉਂਦੀ ਤੁਹਾਡੀ। ਬਹੁਤ ਜ਼ਿਆਦਾ ਡਿਸਟਰਬੈਂਸ ਹੋ ਰਹੀ ਹੈ ਬਹੁਤ ਜ਼ਿਆਦਾ। ਰੁਕੋ ਫਿਰ ਆਪਾਂ ਆਵਾਜ਼ ਫਟਵੀਂ ਆ ਰਹੀ ਹੈ ਜਾਂ ਤਾਂ ਕੋਈ ਸਿਸਟਮ ਚੇਂਜ ਕਰਕੇ ਦੇਖ ਲਿਓ। ਇੱਕ ਮਿੰਟ ਰੁਕੋ ਆਪਾਂ ਕਰਦੇ ਹਾਂ। हाँ जी ਹੁਣ ਦੱਸੋ ਸਹੀ ਹੈ ਆਵਾਜ਼? ਹੁਣ ਕਲੀਅਰ ਸਰ। ਹਾਂਜੀ ਸਰ ਹੁਣ ਠੀਕ ਹੈ। हाँ जी क्लियर है। ਠੀਕ ਹੈ ਜੀ ਚਲੋ ਓਕੇ ਆਪਾਂ ਗੱਲ ਕਰ ਰਹੇ ਸੀ ਕਰੰਟ ਐਸੈਟਸ ਦੀ। ਕਰੰਟ ਐਸੈਟਸ ਦੀ ਆਪਾਂ ਗੱਲ ਕੀਤੀ। ਕਰੰਟ ਐਸੈਟ ਦਾ ਮਤਲਬ ਹੈ ਕਿ ਉਸ ਸਾਲ ਦੇ ਵਿੱਚ ਜਿੰਨਾ ਐਸੈਟਸ ਤੋਂ ਕੰਪਨੀ ਕਮਾ ਰਹੀ ਹੈ ਉਹਨਾਂ ਨੂੰ ਆਪਾਂ ਕਰੰਟ ਐਸੈਟਸ ਕਹਿੰਦੇ ਆ। ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਲਾਇਬਿਲਿਟੀਜ਼ ਠੀਕ ਹੈ। ਲਾਇਬਿਲਿਟੀ ਦਾ ਮਤਲਬ ਕੀ ਹੈ? ਖਰਚੇ ਸਰ। ਖਰਚੇ। ਹੁਣ ਜਦੋਂ ਆਪਾਂ ਨੈਟ ਕਰੰਟ ਐਸੈਟਸ ਦੀ ਗੱਲ ਕੀਤੀ ਮਾਈਨਸ ਦੇ ਵਿੱਚ ਕਿਉਂ ਆਇਆ ਇਹਦਾ ਮਤਲਬ ਕੀ ਹੋਇਆ ਕਿ ਕੰਪਨੀ ਦੇ ਕੋਲੇ ਐਸੈਟਸ ਘੱਟ ਸੀ ਉਹਦੇ ਖਰਚੇ ਜ਼ਿਆਦਾ ਹੋ ਗਏ ਠੀਕ ਹੈ। ਸਰ ਸਕਰੀਨ ਥੋੜੀ ਦਿਖਾ ਦਿਓ। ਕਰਦਾ ਜੀ ਕਰਦਾ ਇੱਕ ਮਿੰਟ ਬਸ ਕਰਦਾ। ਤਾਂ ਆਪਾਂ ਕੀ ਦੇਖਿਆ ਜਦੋਂ ਆਪਾਂ ਕਹਿੰਦੇ ਨੈਟ ਕਰੰਟ ਐਸੈਟਸ ਮਾਈਨਸ ਚ ਕਿੱਦਾਂ ਹੋ ਗਏ। ਬੇਸਿਕਲੀ ਨੈਟ ਕਰੰਟ ਐਸੈਟਸ ਦਾ ਮਤਲਬ ਕੀ ਸੀਗਾ ਕਿ ਜਿੰਨੇ ਵੀ ਕੰਪਨੀ ਦੇ ਐਸੈਟਸ ਹੈ ਠੀਕ ਹੈ ਉਹ ਥੋੜੇ ਰਹਿ ਗਏ ਉਹਦੇ ਉੱਪਰ ਹੋਣ ਵਾਲੇ ਖਰਚੇ ਉਹਦੇ ਜ਼ਿਆਦਾ ਹੋ ਗਏ। ਵੈਸੇ ਵੀ ਆਪਾਂ ਦੇਖਿਆ ਜਦੋਂ ਤੁਸੀਂ ਦੇਖੋਗੇ ਇੱਕ ਚੀਜ਼ ਜਿਹੜਾ ਸਟੀਲ ਸੈਕਟਰ ਹੈ ਨਾ ਇਹ ਕਾਫੀ ਟਾਈਮ ਤੋਂ ਡਾਊਨ ਜਾ ਰਿਹਾ ਸੀਗਾ। ਹੁਣ ਇਹਦੇ ਵਿੱਚ ਦੁਬਾਰਾ ਰਿਕਵਰੀ ਆਈ ਹੈ। ਜੇ ਤੁਸੀਂ ਟਾਟਾ ਸਟੀਲ ਦਾ ਸ਼ੇਅਰ ਦੇਖਦੇ ਹੋ ਤਾਂ ਹੁਣ ਅਪ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਠੀਕ ਹੈ। ਜਿਹੜੀ ਆਪਾਂ ਬੈਲੈਂਸ ਸ਼ੀਟ ਪੜ੍ਹਦੇ ਆ ਉਹ ਈਅਰ ਔਨ ਈਅਰ ਬੇਸਿਸ ਹੁੰਦੀ ਹੈ ਕਿ ਅੱਜ ਰਿਕਾਰਡ ਹੋ ਗਿਆ ਇਸ ਤੋਂ ਬਾਅਦ ਨੈਕਸਟ ਰਿਕਾਰਡ ਹੋਣਾ ਕਦੋਂ ਹੋਣਾ ਅਗਲੇ ਸਾਲ। ਪਰ ਆਪਾਂ ਦੇਖਿਆ ਸੀ ਕਿ ਮਾਰਕੀਟ ਜਿਹੜੀ ਹੈ ਉਹ ਇਨਸਟੈਂਟ ਰਿਐਕਸ਼ਨ ਕਰਦੀ ਹੈ ਕਿਸੇ ਨਿਊਜ਼ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਹਨਾ। ਤਾਂ ਆਪਾਂ ਹੁਣ ਦੇਖ ਰਹੇ ਹਾਂ ਇਹਦੇ ਨੋ ਡਾਊਟ ਕਿਉਂਕਿ ਇਹ ਜਿਹੜੀ ਬੈਲੈਂਸ ਸ਼ੀਟ ਹੈ ਇਹ ਲਾਸਟ ਈਅਰ ਦੀ ਕਹਿ ਸਕਦੇ ਹਾਂ ਆਪਾਂ ਕਿ ਹਾਂਜੀ ਲਾਸਟ ਈਅਰ ਦੀ ਚੱਲ ਰਹੀ ਹੈ। ਤਾਂ ਉਹਦੇ ਵਿੱਚ ਕੀ ਹੋਇਆ ਕੰਪਨੀ ਦੇ ਐਸੈਟਸ ਘੱਟ ਸੀ ਉਹਦੇ ਉੱਪਰ ਕੰਪਨੀ ਨੇ ਖਰਚੇ ਜ਼ਿਆਦਾ ਕਰਤੇ ਤੇ ਜਿਹੜਾ ਆਪਣਾ ਨੈਟ ਕਰੰਟ ਐਸੈਟਸ ਆ ਗਿਆ ਮਾਈਨਸ ਚੱਲ ਗਿਆ। ਕਲੀਅਰ? ਹਾਂਜੀ ਤੇ ਫਿਰ ਸਰ ਇਹਨੂੰ ਆਪਾਂ ਪੋਜ਼ਿਟਿਵ ਚ ਵੈਸੇ ਲੈ ਕੇ ਜਾਵਾਂਗੇ ਕਿ ਨੈਗੇਟਿਵ ਚ? ਇਹਦਾ ਕਿਉਂਕਿ ਸਟਾਰਟਿੰਗ ਤੋਂ ਹੀ ਮਾਈਨਸ ਚ ਹੀ ਹੈ ਇਹਦੇ ਖਰਚੇ ਇਹਦੇ ਜ਼ਿਆਦਾ ਹੀ ਆ ਤੇ ਕਰੰਟ ਐਸੈਟਸ ਇਹਦੇ ਘੱਟ ਆ ਜੀ। ਹੁਣ ਦੇਖੋ ਜਦੋਂ ਆਪਾਂ ਗੱਲ ਕੀਤੀ ਸੀ ਕਿ ਐਸੈਟਸ ਜੇ ਆਪਾਂ ਇਕੱਲੇ ਐਸੈਟਸ ਨੂੰ ਵੇਖੀਏ ਜਿਵੇਂ ਟੋਟਲ ਕਰੰਟ ਐਸੈਟਸ ਉਹ ਇਹਦੇ ਹਰ ਸਾਲ ਪਿੱਛੋਂ ਇੱਕ 13 ਸੀ ਫਿਰ 17 ਹੋ ਗਿਆ ਫਿਰ 13 12 14 ਤੱਕ ਹੋ ਗਏ ਠੀਕ ਹੈ। ਇਸ ਤੋਂ ਬਾਅਦ ਆਪਾਂ ਲਾਇਬਿਲਿਟੀਜ਼ ਦੇਖਦੇ ਹਾਂ ਤਾਂ ਹੌਲੀ ਕੀ ਹੋਇਆ ਲਾਇਬਿਲਿਟੀਜ਼ ਇਹਨਾਂ ਦੀਆਂ ਵੱਧਦੀਆਂ ਗਈਆਂ। ਬਟ ਹੁਣ ਜੇ ਆਪਾਂ ਕੱਲਾ ਸਿਰਫ ਇਸ ਫਿਗਰ ਨੂੰ ਦੇਖੀਏ ਕਿ ਨੈਟ ਕਰੰਟ ਐਸੈਟਸ ਮਾਈਨਸ ਦੇ ਵਿੱਚ ਹੈ ਤਾਂ ਆਪਾਂ ਇਹ ਚੀਜ਼ ਦੇਖੀ ਸੀ ਕਿ ਜਦੋਂ ਆਪਾਂ ਬੈਲੈਂਸ ਸ਼ੀਟ ਸਾਰੀ ਪੜ੍ਹ ਰਹੇ ਹਾਂ ਤਾਂ ਇੱਕ ਅੱਧੀ ਚੀਜ਼ ਜੇ ਮਾਈਨਸ ਚ ਹੈ ਤਾਂ ਆਪਾਂ ਨੂੰ ਉਸੇ ਲਿਹਾਜ਼ ਤੇ ਜੱਜ ਨਹੀਂ ਕਰਨਾ। ਆਪਾਂ ਦੇਖ ਰਹੇ ਹਾਂ ਕਿ ਕਿਉਂ ਮਾਈਨਸ ਦੇ ਵਿੱਚ ਹੈ ਜਾਂ ਸੈਕੰਡ ਚੀਜ਼ ਕਿ ਰਾਈਟ ਨਾਓ ਉਹਦੇ ਵਿੱਚ ਰਿਕਵਰੀ ਆ ਗਈ ਠੀਕ ਹੈ ਨਾ। ਮੈਂ ਪਹਿਲਾਂ ਗੱਲ ਆਪਾਂ ਕੀਤੀ ਹੈ ਕਿ ਹੁਣ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਆਪਾਂ ਰਿਕਵਰੀ ਆ ਚੁੱਕੀ ਹੈ। ਰਿਕਵਰੀ ਆ ਗਈ ਹੈ ਤਾਂ ਯਾਨੀ ਕਿ ਹੁਣ ਨੈਕਸਟ ਈਅਰ ਜਦੋਂ ਇਹ ਚੀਜ਼ ਆਏਗੀ ਤਾਂ ਉਹ ਇੰਪਰੂਵ ਹੋ ਜਾਏਗੀ ਠੀਕ ਹੈ ਜੀ। ਓਕੇ ਸਰ।
ਸਰ ਇੱਕ ਚੀਜ਼ ਪਿਛਲੀ ਸਾਨੂੰ ਜਿੱਦਾਂ ਤੁਹਾਡੀ ਟੋਟਲ ਲਾਇਬਿਲਿਟੀਜ਼ ਤੇ ਟੋਟਲ ਐਸੈਟਸ ਦੋਨੇ ਸੇਮ ਹੈ ਸਰ, ਪਰ ਇਹ ਆਪਣੇ ਡਿਫਰੈਂਟ ਨਹੀਂ ਹੋਣੇ ਚਾਹੀਦੇ ਕਿ ਆਪਣੇ ਐਸੈਟਸ ਤੇ ਲਾਇਬਿਲਿਟੀ ਦੋਨੇ ਡਿਫਰੈਂਟ ਚੀਜ਼ਾਂ ਹੈ। ਨਹੀਂ ਸਰ ਨਹੀਂ, ਦੇਖੋ ਇਹੀ ਚੀਜ਼ ਦਾ ਬੈਲੈਂਸ ਹੈ। ਅਸਲ ਦੇ ਵਿੱਚ ਬੈਲੈਂਸ ਦਾ ਮਤਲਬ ਹੀ ਕੀ ਹੈ ਕਿ ਦੇਖੋ ਹੁਣ ਇੱਕ ਨਾ ਬੇਸਿਕ ਚੀਜ਼ ਸਮਝ ਲਓ, ਤੁਸੀਂ 100 ਰੁਪਏ ਦਾ ਲੋਨ ਲੈ ਲਿਆ, ਠੀਕ ਹੈ, 100 ਰੁਪਏ ਤੁਸੀਂ ਲੋਨ ਲੈ ਲਿਆ, ਉਹ ਤੁਹਾਡਾ ਐਸੈਟ ਹੈ ਕਿ ਲਾਇਬਿਲਿਟੀ ਹੈ? ਸਰ ਦੋਨੇ ਚੀਜ਼ਾਂ, ਜੇ ਆਪਾਂ 100 ਰੁਪਏ ਨੂੰ ਗਾਂ ਫੇਰ ਇਨਵੈਸਟ ਕਰ ਦਿੰਦੇ ਹੋ ਆਪਣਾ ਇੱਕ ਐਸੈਟ ਹੋ ਜੂਗੀ ਚੀਜ਼, ਪਰ ਆਪਣਾ ਲਾਇਬਿਲਿਟੀ ਵੀ ਰਹਿਣੀ ਨਾਲ। ਬਿਲਕੁਲ, ਹੁਣ ਤੁਸੀਂ 100 ਰੁਪਏ ਦਾ ਲੋਨ ਲੈ ਲਿਆ, ਲਾਇਬਿਲਿਟੀ ਇੱਕ ਤੁਸੀਂ ਦੇਣਾ ਵੀ ਹੈ, ਪਰ ਅੱਜ ਦੀ ਤਰੀਕ ਦੇ ਵਿੱਚ ਉਹ 100 ਰੁਪਏ ਤੁਹਾਡੀ ਜੇਬ 'ਚ ਹੈ, ਉਹ ਤੁਹਾਡਾ ਐਸੈਟ ਹੈ, ਤੁਸੀਂ ਉਹਨੂੰ ਜਿਵੇਂ ਮਰਜ਼ੀ ਵਰਤ ਸਕਦੇ ਹੋ। ਹਾਂਜੀ ਸਰ। ਬੈਲੈਂਸ ਇਸੇ ਚੀਜ਼ ਨੂੰ ਕਹਿੰਦੇ ਆ, ਬੈਲੈਂਸ ਸ਼ੀਟ ਇਹੀ ਹੁੰਦੀ ਹੈ ਕਿ ਜਦੋਂ ਤੁਹਾਡੇ ਟੋਟਲ ਐਸੈਟਸ ਤੇ ਤੁਹਾਡੇ ਟੋਟਲ ਲਾਇਬਿਲਿਟੀਜ਼ ਦੇ ਬਰਾਬਰ ਹੋ ਜਾਣ, ਇਹੀ ਤਾਂ ਹੈ ਬੈਲੈਂਸ। ਬੈਲੈਂਸ ਦਾ ਮਤਲਬ ਵੀ ਕੀ ਹੁੰਦਾ ਹੈ? ਐਸੈਟਸ ਤੇ ਲਾਇਬਿਲਿਟੀ ਨੂੰ ਬਰਾਬਰ ਕਰਨਾ, ਠੀਕ ਹੈ ਸਰ। ਇੱਕ ਡਾਊਟ ਸੀਗਾ। ਹਾਂਜੀ ਸਰ ਲਾਸਟ ਸੈਕਿੰਡ 'ਚ ਨਾ ਸਰ ਕੰਟੀਜੈਂਟ ਲਾਇਬਿਲਿਟੀਜ਼ ਤੇ ਕਰੰਟ ਲਾਇਬਿਲਿਟੀ, ਸਰ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ? ਕੰਟੀਜੈਂਟ ਲਾਇਬਿਲਿਟੀਜ਼ ਤੇ ਦੂਜੇ ਕਹਿ ਵਿੱਚ ਕਰੰਟ ਲਾਇਬਿਲਿਟੀਜ਼। ਹਾਂਜੀ ਸਰ। ਦੇਖੋ ਕਰੰਟ ਲਾਇਬਿਲਿਟੀਜ਼ ਤਾਂ ਕਿਹੜੀਆਂ, ਜਿਹੜੀਆਂ ਕੰਪਨੀ ਨੂੰ ਪਤਾ ਕਿ ਸਾਡੇ ਇਸ ਸਾਲ ਇੰਨੇ ਖਰਚੇ ਹੋਣੇ ਆ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਜੀ ਕਰੰਟ ਲਾਇਬਿਲਿਟੀਜ਼। ਕੰਟੀਜੈਂਟ ਲਾਇਬਿਲਿਟੀਜ਼ ਉਹ ਪੈਸਾ ਹੁੰਦਾ ਜਿਹੜਾ ਕੰਪਨੀ ਕਹਿੰਦੀ ਹੈ ਕਿ ਅਚਨਚੇਤ ਖਰਚਾ ਹੋ ਗਿਆ, ਸਾਨੂੰ ਪਤਾ ਨਹੀਂ ਇਹਦੇ ਬਾਰੇ, ਸਾਨੂੰ ਪਤਾ, ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਬਾਈ ਚਾਂਸ ਕੰਪਨੀ ਦਾ ਕੋਈ ਉਹ ਮਰ ਗਿਆ, ਹਨਾ, ਉਹਨਾਂ ਦਾ ਜੋ EMPLOYE ਦੀ ਡੈਥ ਹੋ ਗਈ, ਉਹਨਾਂ ਨੂੰ ਉਹਦੇ ਲਈ ਫੰਡ ਦੇਣਾ ਪੈ ਗਿਆ, ਮੰਨ ਲਓ ਕੰਪਨੀ ਦੇ ਉੱਪਰ ਕਿਸੇ ਨੇ ਕੇਸ ਕਰਤਾ, ਕੰਪਨੀ ਉਹ ਕੇਸ ਹਾਰ ਜਾਂਦੀ ਹੈ, ਉਹਦਾ ਰਿਫੰਡ ਕਰਨਾ ਪੈ ਗਿਆ। ਇਦਾਂ ਦੇ ਖਰਚੇ ਜਿਹੜੇ ਆਪਾਂ ਕਿਸੇ ਚੀਜ਼ 'ਚ ਪਾਏ ਨੇ, ਆਪਾਂ ਨੂੰ ਪਤਾ ਨਹੀਂ ਕਿ EMPLOYE ਦੀ ਸੈਲਰੀ ਜਾ ਰਹੀ ਹੈ, ਉਹ ਤਾਂ ਕੰਪਨੀ ਨੂੰ ਪਤਾ ਹੈ ਕਿ ਅਸੀਂ ਹਰ ਮਹੀਨੇ EMPLOYE ਨੂੰ ਸੈਲਰੀ ਦੇਣੀ ਹੈ। ਪਰ ਕੰਟੀਜੈਂਟ ਲਾਇਬਿਲਿਟੀਜ਼ ਉਹ ਵਾਲੇ ਖਰਚੇ ਹੁੰਦੇ ਆ ਜਿਹੜੇ ਅਚਨਚੇਤ ਹੋ ਜਾਂਦੇ ਆ, ਆਪਾਂ ਨੂੰ ਪਤਾ ਨਹੀਂ ਹੈ, ਕੰਪਨੀ ਨੂੰ ਪਹਿਲਾਂ ਨਹੀਂ ਸੀ ਪਤਾ ਇਸ ਬਾਰੇ ਕਿ ਸਾਡਾ ਖਰਚਾ ਹੋਣਾ ਹੈ, ਬਾਈ ਚਾਂਸ ਕੋਈ ਇਦਾਂ ਦੀ ਚੀਜ਼ ਨਿਕਲ ਕੇ ਆ ਗਈ ਕਿ ਉਹ ਖਰਚਾ ਹੋ ਗਿਆ। ਠੀਕ ਹੈ ਸਰ। ਤੇ ਸਰ ਬੁੱਕ ਵੈਲਿਊ ਕੀ ਆ? ਬੁੱਕ ਵੈਲਿਊ ਆਪਾਂ ਅੱਜ ਕਰਾਂਗੇ ਸਰ, ਜਾਂ ਆਪਾਂ ਅੱਜ ਕਰਾਂਗੇ। ਤੇ ਸਰ ਜੇ ਟੋਟਲ ਐਸੈਟ ਆ ਸਰ, ਉਹ ਕਿਵੇਂ ਨਿਕਲਦਾ? ਕਿਹੜੇ ਐਸੈਟ ਜੀ? ਸਰ ਜਿਹੜਾ ਨੈਟ ਕਰੰਟ ਐਸੈਟ ਤੋਂ ਥੱਲੇ ਆ ਸਰ ਟੋਟਲ ਐਸੈਟ, ਸਰ ਉਹ ਕਿਹਨੂੰ ਪਲੱਸ ਕਰਕੇ ਕਰਦੇ ਆ? ਟੋਟਲ ਐਸੈਟ ਸਰ ਆਪਾਂ ਕੀ ਕਰਦੇ ਹਾਂ ਜੀ, ਜਿੰਨੇ ਵੀ ਆਪਣੇ ਕੋਲ ਐਸੈਟਸ ਆ ਗਏ, ਲੋਨ ਐਂਡ ਐਡਵਾਂਸਸ ਆ ਗਿਆ, ਹਨਾ, ਆਪਾਂ ਟੋਟਲ ਇਨਵੈਸਟਮੈਂਟ ਜਿਹੜੀ ਉਹਦੀ ਦੇਖੀ, ਉਹਨਾਂ ਸਾਰਿਆਂ ਨੂੰ ਟੋਟਲ ਕਰਕੇ, ਠੀਕ ਹੈ, ਇਹਦੇ ਬਾਅਦ ਉਹ ਚ ਲਾਇਬਿਲਿਟੀਜ਼ ਨੂੰ ਮਾਈਨਸ ਕਰ ਦਿੰਦੇ ਆ, ਤਾਂ ਆਪਣੇ ਕੋਲ ਟੋਟਲ ਐਸੈਟਸ ਆ ਜਾਂਦੇ। ਆਪਾਂ ਟੋਟਲ ਐਸੈਟਸ ਦੀ ਕੀ ਗੱਲ ਕੀਤੀ ਸੀਗੀ ਕਿ ਉਹ ਵਾਲੇ ਐਸੈਟ, ਜਿਵੇਂ ਯਾਦ ਤੁਹਾਨੂੰ ਆਪਾਂ ਕੱਲ ਗੱਲ ਕੀਤੀ ਸੀ ਕਿ ਮੇਰੇ ਕੋਲ 2 ਕਾਰਾਂ ਨੇ, ਹਾਂਜੀ ਸਰ, ਠੀਕ ਹੈ, ਤਾਂ ਉਹਨਾਂ 2 ਕਾਰਾਂ ਦੇ ਵਿੱਚ ਮੈਂ ਕੀ ਕੀਤਾ, ਇੱਕ ਕਾਰ ਮੇਰੀ ਕਰੰਟ ਐਸੈਟਸ ਆ ਗਈ ਕਿਉਂਕਿ ਮੈਂ ਉਸ ਤੋਂ ਕੰਮ ਕਰ ਰਿਹਾ, ਪਰ ਦੂਜੀ ਜਿਹੜੀ ਕੰਪਨੀ ਦੀ ਪਲਾਟ ਹੈ ਜਾਂ ਆਪਾਂ ਜਿਵੇਂ ਗ੍ਰੋਸ ਬਲੌਕ ਦੇ ਵਿੱਚ ਕੀਤਾ, ਕੁਲਬੀਰ ਮਾਈਕ ਬੰਦ ਕਰੋ, ਆਪਾਂ ਗੱਲ ਕੀਤੀ ਸੀ ਕਿ ਮੇਰੇ ਕੋਲ ਦੋਨੋਂ ਕਾਰਾਂ ਖੜੀਆਂ, ਉਹ ਕੀ ਹੈ, ਉਹ ਮੇਰਾ ਟੋਟਲ ਐਸੈਟ ਹੈ। ਜਿੰਨੀਆਂ ਚੀਜ਼ਾਂ ਵੀ ਮੈਂ ਖੜੀਆਂ ਕੀਤੀਆਂ ਹੋਈਆਂ, ਮੰਨ ਲਓ ਮੈਂ ਉਹਨਾਂ ਲਈ ਗਰਾਜ ਲੈ ਕੇ ਰੱਖਿਆ ਹੋਇਆ, ਮੈਂ ਗਰਾਜ ਖੜੀ ਕੀਤੀ ਹੈ, ਗਰਾਜ ਵੀ ਉਹਨਾਂ ਦੇ ਵਿੱਚ ਐਡ ਕਰ ਲੂੰਗਾ, ਮੈਂ ਕਾਰ ਨੂੰ ਵੀ ਉਹਦੇ ਵਿੱਚ ਐਡ ਕਰ ਲੂੰਗਾ, ਠੀਕ ਹੈ, ਤਾਂ ਇਹ ਚੀਜ਼ਾਂ ਮੇਰੀਆਂ ਕੀ ਨੇ, ਟੋਟਲ ਐਸੈਟਸ ਨੇ। ਸਰ ਲਾਸਟ ਸਰ ਪ੍ਰੋਵੀਜ਼ਨ ਕੀ ਸੀਗਾ? ਪ੍ਰੋਵੀਜ਼ਨ ਉਹ ਖਰਚੇ ਹੈ ਸਰ ਜਿਹੜੇ ਕੰਪਨੀ ਕਹਿੰਦੀ ਹੈ ਕਿ ਸੰਭਾਵਿਤ ਖਰਚੇ ਹੈ ਕਿ ਹਜੇ ਨਹੀਂ, ਜਿਵੇਂ ਆਪਾਂ ਗੱਲ ਕੱਲ ਸ਼ੂ ਦੀ ਗੱਲ ਕੀਤੀ ਸੀ ਕਿ ਮੇਰਾ ਸ਼ੂ ਟੁੱਟਣ ਵਾਲਾ ਹੈ, ਹੋ ਸਕਦਾ ਮੈਨੂੰ ਅਗਲੇ ਮਹੀਨੇ ਨਵਾਂ ਸ਼ੂ ਲੈਣਾ ਪੈ ਜਾਏ, ਉਹ ਦੇਖੋ ਪ੍ਰੋਵੀਜ਼ਨ ਅਚਨਚੇਤ ਖਰਚਾ ਨਹੀਂ ਹੈ, ਉਹ ਆਪਾਂ ਨੂੰ ਇੰਡੀਕੇਸ਼ਨ ਹੈ ਕਿ ਹੁਣ ਨੌਲੇਜ ਹੀ ਜਾਂਦਾ ਹੈ। ਆਪਾਂ ਦੇਖਿਆ ਵੀ ਜਿਹੜੀ ਆਹ ਕਾਰ ਹੈ ਸਰ ਦੀ ਹਜੇ ਬੀਮਾ ਇੱਕ ਨਹੀਂ ਚੱਲਦਾ, 2 ਮਹੀਨੇ ਪਏ ਹੈਗਾ ਹਨਾ, ਇੰਸ਼ੋਰੈਂਸ ਲੈਣ ਚ 2 ਮਹੀਨੇ ਬਾਅਦ ਦਾ ਖਰਚਾ ਆਊਗਾ, ਉਹ ਤਾਂ ਮੈਨੂੰ ਪਤਾ ਹੈ ਕਿ ਆਊਗਾ ਖਰਚਾ। ਕੰਟੀਜੈਂਟ ਕੀ ਸੀ ਜਿਹੜਾ ਮੈਨੂੰ ਪਤਾ ਹੀ ਨਹੀਂ ਸੀ ਖਰਚਾ ਆਊਗਾ। ਪ੍ਰੋਵੀਜ਼ਨ ਉਹ ਹੈ ਕਿ ਮੈਨੂੰ ਲੱਗ ਰਿਹਾ ਕਿ ਖਰਚਾ ਆ ਜਾਊਗਾ, ਹੋ ਸਕਦਾ 2 ਮਹੀਨਿਆਂ ਨੂੰ ਆ ਜਾਏ, ਹੋ ਸਕਦਾ 3 ਮਹੀਨਿਆਂ ਨੂੰ ਆ ਜਾਏ, ਤਾਂ ਉਹ ਪ੍ਰੋਵੀਜ਼ਨ ਚ ਆ ਗਿਆ। ਕੰਟੀਜੈਂਟ ਸਾਨੂੰ ਪਤਾ ਹੀ ਨਹੀਂ ਸੀ ਪਰ ਫਿਰ ਵੀ ਖਰਚਾ ਆ ਗਿਆ, ਇਹ ਫਰਕ ਹੈ ਦੋਨਾਂ ਵਿੱਚ। ਸਰ ਸਨਡਰਾਈ ਡੈਟਰਸ ਨੇ ਜਿਹੜੇ, ਉਹਨੂੰ ਆਪਾਂ ਕਿਸ ਵੇ ਨਾਲ ਦੇਖਦੇ ਹਾਂ, ਮਤਲਬ ਇਹ ਵਧਣੇ ਚਾਹੀਦੇ ਕਿ ਘਟਣੇ ਚਾਹੀਦੇ ਆ? ਸਨਡਰੀ ਡੈਟਰਸ ਸਰ, ਸਨਡਰੀ ਡੈਟਰ ਦੇਖੋ, ਸਨਡਰੀ ਡੈਟਰ ਕੀ ਚੀਜ਼ ਸੀਗੀ ਆਪਣੀ, ਕਿ ਸਮਾਨ ਆਪਾਂ ਪਹਿਲਾਂ ਦੇਦਾ ਪਰ ਉਹਦੇ ਪੈਸੇ ਆਣੇ ਬਾਕੀ ਨੇ ਉਹਦੇ, ਆਪਾਂ ਸਮਾਨ ਪਹਿਲਾਂ ਦੇਤਾ, ਹੁਣ ਇਹਨੂੰ ਨੋਰਮਲੀ ਆਪਾਂ ਇਦਾਂ ਨਹੀਂ ਦੇਖਦੇ ਕਿ ਇਹ ਵਧਣੇ ਚਾਹੀਦੇ ਜਾਂ ਘਟਣੇ ਚਾਹੀਦੇ। ਵੈਸੇ ਤਾਂ ਦੇਖੋ ਆਪਾਂ ਇਹ ਦੇਖਿਆ ਕਿ ਕੰਪਨੀ ਨੇ ਆਪਦਾ ਇੰਨਾ ਮਾਲ ਇਸ ਵਾਰੀ ਵੇਚਦਾ, ਉਹਦਾ ਪੈਸਾ ਅੱਜ ਨਹੀਂ ਤਾਂ ਕੱਲ ਆ ਹੀ ਜਾਊਗਾ ਨਾ, ਹਾਂਜੀ ਠੀਕ ਹੈ। ਵੈਸੇ ਤਾਂ ਆਪਾਂ ਇਹਨੂੰ ਪੋਜ਼ਿਟਿਵ ਮੰਨ ਕੇ ਚੱਲਦੇ ਹਾਂ। ਹਾਂ, ਜਦੋਂ ਆਪਾਂ ਕੱਲ ਇਹ ਗੱਲ ਕੀਤੀ ਸੀਗੀ ਕਿ ਜੇ ਕਿਸੇ ਨੇ ਕੰਪਨੀ ਦੇ ਪੈਸੇ ਮਾਰ ਲਏ, ਸਮਾਨ ਲੈ ਗਿਆ, ਪੈਸਾ ਜਿਵੇਂ ਦਿੱਤਾ ਨਹੀਂ ਗਾ, ਪਰ ਆਪਾਂ ਨੂੰ ਫਿਰ ਵੀ ਪਤਾ ਕਿ ਕੰਪਨੀਆਂ ਹਰ ਨਵੇਂ ਬੰਦੇ ਤੇ ਭਰੋਸਾ ਨਹੀਂ ਕਰਦੀਆਂ, ਜਿਹੜਾ ਉਹਨਾਂ ਨੇ ਆਲਰੇਡੀ ਜਿਹੜੇ ਉਹਨਾਂ ਦੇ ਬਿਜ਼ਨਸ ਪਾਰਟਨਰ ਉਹਨਾਂ ਦੇ ਨਾਲ ਜੁੜੇ ਹੋਏ ਆ,
ਉਹੀ ਉਹ ਸਨਰੀ ਡੈਟਰਸ ਦੇ ਵਿੱਚ ਲੈ ਕੇ ਆਉਂਦੀਆਂ ਨੇ। ਠੀਕ ਹੈ, ਤਾਂ ਕੋਈ ਗੱਲ ਨਹੀਂ, ਜੇ ਆਪਾਂ ਵੱਧ ਵੀ ਰਿਹਾ ਤਾਂ ਆਪਾਂ ਆਪਣੇ ਲਈ ਜੇ ਪੋਜ਼ਿਟਿਵ ਹੈ ਕਿ ਕੰਪਨੀ ਆਲਰੇਡੀ ਇੰਨੇ ਦਾ ਸਮਾਨ ਵੇਚ ਚੁੱਕੀ ਹੈ, ਪੈਸਾ ਆ ਜਾਊਗਾ ਉਹਨਾਂ ਕੋਲ, ਹੈ ਤਾਂ ਉਹ ਕਹਿੰਦਾ ਕਿ ਪੋਜ਼ਿਟਿਵ ਪੁਆਇੰਟ ਹੀ ਹੈ। ਜੇ ਹਰ ਸਾਲ ਨਹੀਂ ਵੀ ਵੱਧਦਾ ਤਾਂ ਵੀ ਕੋਈ ਗੱਲ ਨਹੀਂ, ਇਹ ਨਹੀਂ ਕਿ ਹਰ ਸਾਲ ਵਧਣਾ ਹੀ ਚਾਹੀਦਾ, ਬਸ ਇੱਕ ਫਿਗਰ ਹੈ, ਆਪਾਂ ਨੂੰ ਇਹ ਪਤਾ ਹੈ ਕਿ ਕੰਪਨੀ ਇੰਨਾ ਦਾ ਮਾਲ ਆਲਰੇਡੀ ਵੇਚ ਚੁੱਕੀ ਹੈ, ਇਹਦਾ ਪੈਸਾ ਹੋਣਾ ਕੋਲ। ਠੀਕ ਹੈ ਸਰ। ਹੈਲੋ ਹਾਂਜੀ, ਅੱਜ ਫਿਰ ਨੈਕਸਟ ਕਰੀਏ ਨਾ ਆਪਣਾ। ਸਰ ਇੱਕ ਛੋਟਾ ਜਿਹਾ ਹਾਂਜੀ ਸਰ, ਇੱਕ ਨਾ ਬੈਲੈਂਸ ਸ਼ੀਟ ਦੇਖੀ ਸਰ ਭਾਰਤੀ ਏਅਰਟੈਲ ਦੀ। ਹਾਂਜੀ, ਬਾਕੀ ਇਹ ਜੀ ਸਰ ਉਹਦੇ ਚ ਨਾ ਉਹ ਜਿਹੜੇ ਲੋਨਸ ਹੈ ਨਾ ਉਹ ਸਰ ਮਾਈਨਸ ਚ ਹੈ, ਉਹਦਾ ਕੀ ਮਤਲਬ ਹੁੰਦਾ ਜੀ? ਭਾਰਤੀ ਏਅਰਟੈਲ ਦੇ ਵਿੱਚ ਲੋਨਸ ਐਂਡ ਐਡਵਾਂਸਸ ਮਾਈਨਸ ਦੇ ਵਿੱਚ ਹੈ। ਲੋਨਸ ਨਹੀਂ, ਐਡਵਾਂਸਸ ਵਾਲਾ ਨਹੀਂ ਸਰ, ਜਿਹੜਾ ਉੱਪਰ ਦਾ ਡੈਟ। ਓਕੇ, ਡੈਟ ਮਾਈਨਸ ਦੇ ਵਿੱਚ ਹੈ ਸਰ। ਇਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਕੰਪਨੀ ਕੀ ਕਰਦੀ, ਜਿਵੇਂ ਮੰਨ ਲਓ ਆਪਣਾ ਕ੍ਰੈਡਿਟ ਕਾਰਡ ਹੈ ਨਾ, ਆਪਾਂ ਕੀ ਕੀਤਾ ਕਿ ਉਹਦੇ 15000 ਰੁਪਏ ਦੀ ਆਪਾਂ ਉਹਦੀ ਕੋਈ ਚੀਜ਼ ਪਰਚੇਸ ਕਰ ਲਈ, ਪਰ ਇੰਸਟੈਡ ਆਫ ਕਿ ਮੈਂ 15000 ਵਾਪਸ ਕਰਨਾ, ਮੈਂ 20000 ਰੁਪਏ ਪਹਿਲੇ ਵਾਪਸ ਕਰਤਾ, ਤੇ ਯਾਨੀ ਕਿ ਮੇਰਾ ਜਿਹੜਾ ਬੈਲੈਂਸ ਉਹ -5000 ਚ ਚਲਾ ਜਾਊਗਾ। ਕਈ ਵਾਰੀ ਕੰਪਨੀ ਕੋਲ ਜ਼ਿਆਦਾ ਪੈਸੇ ਆ ਜਾਂਦੇ ਆ ਤਾਂ ਉਹ ਕੀ ਕਰਦੀ ਹੈ, ਜਿਵੇਂ ਕਿ ਮੰਨ ਲਓ EMI ਭਰਨੀ, ਕਈ ਵਾਰ ਆਪਾਂ ਕਰਦੇ ਨਾ, ਆਪਾਂ ਕਹਿੰਦੇ ਚਲੋ ਯਾਰ ਇਸ ਵਾਰੀ ਪੈਸਾ ਹੈਗਾ, ਆਪਾਂ 2 EMI ਇਕੱਠੀ ਭਰ ਦਿੰਦੇ ਆ, ਤਾਂ ਉਹ ਚੀਜ਼ ਹੋ ਜਾਂਦੀ ਹੈ ਕਿ ਕੰਪਨੀ ਨੇ ਇੱਕ ਭਰਨੀ, ਇੱਕ EMI ਸੀ, ਉਹਦੇ ਕੋਲ ਪੈਸਾ ਸੀਗਾ, ਉਹਨੇ ਆਲਰੇਡੀ 2 EMIs ਭਰਤੀ ਨੇ, तो फिर माइनस शो होना शुरू हो जाता है कि डेट माइनस है। ਇਹਦਾ ਮਤਲਬ ਇਹ ਨਹੀਂ ਕਿ ਕੰਪਨੀ ਨੇ ਬੈਂਕ ਨੂੰ ਕਰਜ਼ਾ ਦੇਤਾ, ਇਹ ਨਾ ਸਮਝ ਲਓ ਕਿ ਹਾਂ ਕਿ ਹੁਣ ਕੰਪਨੀ ਬੈਂਕ ਨੂੰ ਕਰਜ਼ਾ ਦੇਣ ਲੱਗ ਗਈ। ਹਾਂ, ਪਰ ਇਹ ਚੀਜ਼ ਜ਼ਰੂਰ ਹੈ ਕਿ ਉਹਨਾਂ ਨੇ ਡਬਲ EMI ਪੇ ਕਰਤੀ। ਠੀਕ ਹੈ ਸਰ। ਠੀਕ ਹੈ ਜੀ, ਓਕੇ, ਚलिए फिर आप ਅੱਗੇ। ਸਕਰੀਨ ਵਿਜ਼ੀਬਲ ਹੈ ਵੀ ਸਭ ਨੂੰ? ਹਾਂਜੀ ਚਲੋ ਫਿਰ ਗੂਗਲ ਤੇ ਆ ਜਾਓ। ਗੂਗਲ ਤੇ ਆਪਾਂ ਕੀ ਸਰਚ ਕਰਾਂਗੇ? ਪੀਡੀਲਾਈਟ ਬੈਲੈਂਸ ਸ਼ੀਟ। ਜਦੋਂ ਆਪਾਂ ਪੀਡੀਲਾਈਟ ਬੈਲੈਂਸ ਸ਼ੀਟ ਸਰਚ ਕਰਾਂਗੇ ਤਾਂ ਸਭ ਤੋਂ ਪਹਿਲੀ ਕਿਹੜੀ ਸਾਈਟ ਆਪਣੇ ਕੋਲੇ? ਮਨੀ ਕੰਟਰੋਲ, ਉਹਨੂੰ ਓਪਨ ਕਰ ਲਓ। ਓਕੇ, ਹੁਣ ਜਦੋਂ ਆਪਾਂ ਓਪਨ ਕੀਤਾ ਤਾਂ ਫਿਰ ਆਪਾਂ ਕੀ ਕੀਤਾ, ਨੀਚੇ ਗਏ ਜਿੱਥੇ ਆਪਾਂ ਬੈਲੈਂਸ ਸ਼ੀਟ ਕੱਢੀ ਸੀ, ਬੈਲੈਂਸ ਸ਼ੀਟ ਤੇ ਕਲਿੱਕ ਕਰੋ। ਆਪਾਂ ਇੱਥੇ ਉੱਪਰ ਦੇਖੋ ਪ੍ਰੋਫਿਟ ਐਂਡ ਲਾਸ, ਆਪਾਂ ਕੀ ਆਏਗਾ? ਪ੍ਰੋਫਿਟ ਐਂਡ ਲਾਸ ਨਿਊ ਆ ਗਿਆ, ਆਪਾਂ ਨਿਊ ਨਹੀਂ ਦੇਖਣਾ, ਆਪਾਂ ਜਿਹੜਾ ਸਿੰਪਲ ਪ੍ਰੋਫਿਟ ਐਂਡ ਲਾਸ ਹੈ ਉਹਦੇ ਤੇ ਕਲਿੱਕ ਕਰੋ ਤੇ ਗੋ ਕਰ ਦਿਓ। ਹੁਣ ਕਲੀਅਰ ਹੈ ਕਿ ਸਭ ਨੂੰ? ਹਾਂਜੀ ਠੀਕ ਹੈ ਜੀ, ਠੀਕ ਹੈ। ਆਪਾਂ ਪਹਿਲਾਂ ਕੱਲ ਬੈਲੈਂਸ ਸ਼ੀਟ ਪੜ੍ਹੀ ਸੀ, ਅੱਜ ਆਪਾਂ ਪ੍ਰੋਫਿਟ ਐਂਡ ਲਾਸ ਪੜ੍ਹਨਾ ਹੈਗਾ। ਹੁਣ ਪ੍ਰੋਫਿਟ ਐਂਡ ਲਾਸ ਇੱਕ ਬੇਸਿਕ ਜੀ ਚੀਜ਼ ਹੈ, ਤੁਹਾਨੂੰ ਸਿੰਪਲੀ ਪਤਾ ਪ੍ਰੋਫਿਟ ਕਿਹਨੂੰ ਕਹਿੰਦੇ ਆ? ਜਿਹੜਾ ਪ੍ਰੋਫਿਟ ਕੰਪਨੀ ਕੋਲੇ ਆ ਗਿਆ। ਲਾਸ ਕਿਹਨੂੰ ਕਹਿੰਦੇ ਆ? ਜੇ ਕੋਈ ਲਾਸ ਹੋ ਗਿਆ ਤਾਂ। ਕੱਲ ਆਪਾਂ ਬੈਲੈਂਸ ਐਸੈਟਸ ਵਗੈਰਾ ਬਾਰੇ ਪੜ੍ਹਿਆ, ਕੰਪਨੀ ਕੋਲੇ ਕਿੰਨੇ ਐਸੈਟਸ ਹੈ। ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਕਮਾਈ ਕਿੰਨੀ ਕਰ ਰਹੀ ਹੈ। ਠੀਕ ਹੈ, ਕੱਲ ਤੱਕ ਇਹ ਪੜ੍ਹਿਆ ਨਾ ਕਿ ਕੰਪਨੀ ਨੇ ਪਲਾਂਟ ਲੈਣ ਤੇ ਕਿੰਨਾ ਖਰਚਾ ਕਰਤਾ, ਕੰਪਨੀ ਨੇ ਪ੍ਰਾਪਰਟੀ ਲਈ, ਇਕਵਿਪਮੈਂਟ ਲਿਆ, ਮਸ਼ੀਨਰੀ ਲਈ, ਉਹਦਾ ਕਿੰਨਾ ਖਰਚਾ ਹੋ ਗਿਆ, ਹਨਾ, ਕਿੰਨੇ ਉਹਦੇ ਕੋਲ ਲੋਨ ਐਂਡ ਐਡਵਾਂਸਸ ਆ ਗਏ, ਕਿੰਨੇ ਲੋਕਾਂ ਤੋਂ ਪੈਸੇ ਲੈਣੇ ਆ, ਕਿੰਨੇ ਨੂੰ ਦੇਣੇ ਆ। ਅੱਜ ਆਪਾਂ ਪੜ੍ਹ ਰਹੇ ਹਾਂ ਕਿ ਅਲਟੀਮੇਟਲੀ ਐਟ ਦਾ ਐਂਡ ਪ੍ਰੋਫਿਟ ਕਿੰਨਾ ਹੋਇਆ ਕੰਪਨੀ ਨੂੰ, ਲਾਸ ਕਿੰਨਾ ਹੋ ਗਿਆ ਕੰਪਨੀ ਨੂੰ। ਠੀਕ ਹੈ, ਤਾਂ ਸਭ ਤੋਂ ਪਹਿਲੀ ਜਿਹੜੀ ਟਰਮ ਹੈ ਉਹ ਹੈ ਆਪਣੇ ਕੋਲੇ ਸੇਲਸ ਟਰਨਓਵਰ। ਹੁਣ ਦੱਸੋ ਮੈਨੂੰ, ਸੇਲਸ ਟਰਨਓਵਰ ਇਹਦਾ ਮਤਲਬ? ਪਹਿਲੀ ਗੱਲ, ਸੇਲ ਦਾ ਮਤਲਬ ਕੀ ਹੈ? ਵੇਚਣਾ। ਵੇਚਣਾ। ਹਾਂ, ਹੁਣ ਸੇਲਸ ਟਰਨਓਵਰ ਦਾ ਮਤਲਬ ਹੁੰਦਾ ਕਿ ਕੰਪਨੀ ਨੇ ਆਪਦਾ ਜਿਹੜਾ ਸਮਾਨ ਵੇਚ ਕੇ ਕਿੰਨੇ ਰੁਪਏ ਕਮਾਏ। ਕਮਾਏ ਕਹਿ ਲੈਣਾ, ਇਹ ਨਹੀਂ ਕਿ ਪ੍ਰੋਫਿਟ ਕਿੰਨਾ ਹੋ ਗਿਆ, ਉਹਨੇ ਕਿੰਨੇ ਰੁਪਈਆਂ ਦਾ ਸਮਾਨ ਵੇਚਿਆ। ਠੀਕ ਹੈ, ਹੁਣ ਸੇਲਸ ਟਰਨਓਵਰ ਹੈ ਕੰਪਨੀ ਨੇ ਕਿੰਨੇ ਰੁਪਈਆਂ ਦਾ ਸਮਾਨ ਵੇਚਤਾ। ਜਿੰਨੇ, ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ। ਮੰਨ ਲਓ ਮੈਂ ਕੋਈ ਚੀਜ਼ ਲਿਆਂਦੀ 100 ਰੁਪਏ ਦੀ, ਮੈਨੂੰ 110 ਰੁਪਏ ਦਾ ਵੇਚਦਾ, ਕੀ ਉਹ 10 ਰੁਪਏ ਦਾ 10 ਰੁਪਏ ਮੇਰਾ ਫਾਇਦਾ ਹੋ ਗਿਆ? ਨਹੀਂ ਨਹੀਂ। ਠੀਕ ਹੈ ਨਾ, ਕੋਈ ਦੁਕਾਨਦਾਰ ਹੈ, ਉਹਨੇ ਹੁਣ ਮੈਂ ਉਹਨੂੰ ਕੋਕ ਦੀ ਬੋਤਲ ਲਿਆਂਦੀ, ਉਹਨੇ 100 ਰੁਪਏ ਦੀ ਬੋਤਲ ਲਿਆਂਦੀ, 110 ਰੁਪਏ ਦੀ ਵੇਚਦੀ, ਪਰ ਉਹਨੂੰ ਠੰਡਾ ਕਰਨ ਵਾਸਤੇ ਉਹਨੇ ਫ੍ਰਿਜ ਵੀ ਤਾਂ ਚਲਾਈ ਸੀ ਨਾ। ਠੀਕ ਹੈ, ਪਹਿਲਾਂ ਪ੍ਰੋਫਿਟ ਨਹੀਂ ਮੰਨਦੇ ਕਿ ਪ੍ਰੋਫਿਟ ਇੰਨਾ ਹੋ ਗਿਆ। ਠੀਕ ਹੈ, ਆਪਾਂ ਸੇਲਸ ਟਰਨਓਵਰ ਦਾ ਮਤਲਬ ਕਿ ਕੰਪਨੀ ਨੂੰ ਆਦਾ ਸਾਰਾ ਸਮਾਨ ਵੇਚ ਕੇ ਕਿੰਨੇ ਪੈਸੇ ਆਏ, ਤਾਂ ਉਹ ਆਪਾਂ ਉਹਨੂੰ ਕਹਿੰਦੇ ਆ ਸੇਲਸ ਟਰਨਓਵਰ, ਜਿਹਨੂੰ ਆਪਾਂ ਗੱਲਾ ਕਹਿੰਦੇ ਆ ਬੇਸਿਕਲੀ। ਕਿ ਜੀ 2 ਲੱਖ ਰੁਪਏ ਦਾ ਗੱਲਾ ਹੋ ਗਿਆ, 2 ਲੱਖ ਰੁਪਏ ਦਾ ਗੱਲਾ, ਇਹਦਾ ਮਤਲਬ ਥੋੜੀ ਕਿ 2 ਲੱਖ ਰੁਪਇਆ ਕਮਾ ਲਿਆ, ਉਹਦੇ ਚੋਂ ਸਮਾਨ ਗਿਆ ਵੀ ਆ, ਉਹ ਹੋਰ ਵੀ ਖਰਚੇ ਪਏ ਆ, ਤਾਂ ਉਹ ਚੀਜ਼ ਹੋ ਗਈ ਸੇਲਸ ਟਰਨਓਵਰ। ਕਲੀਅਰ ਹੈ ਵੀ ਇੰਨੀ ਗੱਲ ਸਭ ਨੂੰ? ਹਾਂਜੀ
ਹੁਣ ਨੈਕਸਟ ਆ ਗਿਆ ਜੀ ਐਕਸਾਈਜ਼ ਡਿਊਟੀ। ਐਕਸਾਈਜ਼ ਡਿਊਟੀ ਕੀ ਹੈ? ਜਦੋਂ ਆਪਾਂ ਕੋਈ ਚੀਜ਼ ਕਮਾਉਂਦੇ ਆ, ਆਪਾਂ ਇਨਕਮ ਕਰਦੇ ਆ, ਤਾਂ ਆਪਾਂ ਨੂੰ ਪੇ ਵੀ ਕਰਨਾ ਪੈਂਦਾ ਹੈ। ਪਰ ਤੁਸੀਂ ਲਾਸਟ ਤੇ ਦੇਖੋਗੇ ਕਿ ਲਾਸਟ 3 ਇਅਰਸ ਤੋਂ ਐਕਸਾਈਜ਼ ਡਿਊਟੀ 000 ਆ ਰਹੀ ਹੈ। ਕੋਈ ਦੱਸ ਸਕਦਾ ਕਿਉਂ? ਸਰ ਐਕਸਾਈਜ਼ ਬੰਦ ਹੋ ਗਈ ਲੇਕਿਨ हाँ, क्योंकि पिछले 3 सालों ਤੋਂ ਆਪਾਂ ਇਹ ਚੀਜ਼ ਦੇਖੀ ਕਿ ਹੁਣ ਤਾਂ GST ਲਾਗੂ ਹੋ ਗਿਆ, ਐਕਸਾਈਜ਼ ਡਿਊਟੀ ਹੈ ਹੀ ਨਹੀਂ। ਤੇ ਜਦੋਂ ਆਪਾਂ ਨੂੰ ਪਤਾ ਹੈ ਕਿ ਐਕਸਾਈਜ਼ ਡਿਊਟੀ ਹੈ ਨਹੀਂ, ਤਾਂ ਆਪਾਂ ਪੇ ਵੀ ਨਹੀਂ ਕਰਦੇ। ਪਰ ਹਜੇ ਵੀ ਥੋੜੀਆਂ ਜਿਹੀਆਂ ਚੀਜ਼ਾਂ ਹੈਗੀਆਂ ਜਿੱਥੇ ਐਕਸਾਈਜ਼ ਡਿਊਟੀ ਚੱਲ ਰਹੀ ਹੈ। ਕਿੱਥੇ ਕਿੱਥੇ ਚੱਲਦੀ ਹੈ? ਸ਼ਰਾਬ ਤੇ ਹਾਂਜੀ, ਇੱਕ ਤਾਂ ਅਲਕੋਹਲ ਜਾਂ ਕਹ ਲਓ ਲੀਕਰ ਸ਼ਰਾਬ, ਉਹਦੇ ਉੱਪਰ ਐਕਸਾਈਜ਼ ਡਿਊਟੀ ਚੱਲਦੀ ਹੈ, ਤੇ ਦੂਜਾ ਪੈਟਰੋਲੀਅਮ ਦੇ ਉੱਪਰ। ਠੀਕ ਹੈ, ਤੇ ਜੇ ਸਰ ਇਹਨੂੰ ਆਪਾਂ ਟੈਕਸ ਵੀ ਕਹਿ ਸਕਦੇ ਹਾਂ, ਜਿੱਦਾਂ ਸਮ ਕਾਈਂਡ ਆਫ ਟੈਕਸ ਹੋ ਗਿਆ ਸਰ ਇਹ। ਕਹ ਲਓ ਵੀ ਇਹ ਐਕਸਾਈਜ਼ ਡਿਊਟੀ ਵਾਲਾ ਟੈਕਸ ਅਲੱਗ ਹੈ, ਬਾਕੀ ਜਿਹੜੇ ਟੈਕਸਸ ਆ ਉਹ ਅਲੱਗ ਹੁੰਦੇ ਆ। ਕਈ ਤਰ੍ਹਾਂ ਦੇ ਟੈਕਸ ਹੁੰਦੇ ਨਾ, ਤਾਂ ਇਹ ਪਹਿਲਾਂ ਐਕਸਾਈਜ਼ ਡਿਊਟੀ ਵੀ ਕੱਟਦੇ ਹੁੰਦੇ ਸੀ ਸਰਕਾਰਾਂ ਕੰਪਨੀਆਂ ਤੋਂ। ਪਰ ਆਪਾਂ ਦੇਖਿਆ, ਦੇਖੋ ਪਿਛਲੇ ਸਾਲ ਜਦੋਂ ਆਪਾਂ ਗੱਲ ਕਰਦੇ ਹਾਂ 17 ਦੀ, ਹਨਾ, ਤਾਂ 17 ਦੇ ਵਿੱਚ ਕੰਪਨੀ ਨੇ ਐਕਸਾਈਜ਼ ਡਿਊਟੀ ਦਿੱਤੀ, 18 ਦੇ ਵਿੱਚ ਐਕਸਾਈਜ਼ ਡਿਊਟੀ ਦਿੱਤੀ, 19 20 21 ਹੁਣ ਐਕਸਾਈਜ਼ ਡਿਊਟੀ ਖਤਮ ਹੋ ਗਈ, GST ਹੈ। ਠੀਕ, ਤਾਂ ਹੁਣ ਉਦਾਂ ਦਾ ਟੈਕਸ ਲੱਗਦਾ, ਹੁਣ ਐਕਸਾਈਜ਼ ਡਿਊਟੀ ਨਹੀਂ ਲੱਗਦੀ। ਕਲੀਅਰ? ਇਹ ਸਰ ਇੱਕ ਡਾਊਟ ਸੀ ਕਿ ਐਕਸਾਈਜ਼ ਡਿਊਟੀ ਦਾ ਅਸਲੀ ਫਾਰਮੈਟ ਕੀ ਹੈ ਵੈਸੇ? ਮੰਨ ਲਓ ਵੀ ਕੀ ਚੀਜ਼ ਦੇਖ ਕੇ ਲਈ ਜਾਂਦੀ ਹੈ? देखो सर, ਜਿਹੜੀ ਐਕਸਾਈਜ਼ ਡਿਊਟੀ ਸੀ ਨਾ, ਉਹ ਬੇਸਿਕਲੀ ਸੀ ਮੈਨੂਫੈਕਚਰਿੰਗ ਟੈਕਸ। ਠੀਕ ਹੈ, ਤਾਂ ਉਹ ਮੈਨੂਫੈਕਚਰਿੰਗ ਟੈਕਸ ਹੋਇਆ ਕਰਦਾ ਸੀ ਆਪਣਾ। ਜਿਹੜੀਆਂ ਕੰਪਨੀਆਂ ਮੈਨੂਫੈਕਚਰ ਕਰਦੀਆਂ ਸੀ ਤਾਂ ਉਦੋਂ ਟੈਕਸ ਲੱਗਦਾ ਹੁੰਦਾ ਸੀ। ਜਿਹੜੀ GST ਹੈ ਉਹ ਹੈਗਾ ਡੈਸਟੀਨੀ ਬੇਸਡ ਟੈਕਸ। ਇੱਕ ਬੜੀ ਲੰਬੀ ਚੌੜੀ ਚੀਜ਼ ਹੈ, ਪਰ ਬੇਸਿਕ ਲੱਗਦਾ ਕਿ ਪਹਿਲਾਂ ਟੈਕਸ ਮੈਨੂਫੈਕਚਰਿੰਗ ਤੇ ਲੱਗਦਾ ਹੁੰਦਾ ਸੀ, ਹੁਣ ਡਿਲੀਵਰੀ ਤੇ ਲੱਗਦਾ ਹੈ। ਹੁਣ ਆਪਾਂ GST ਪੇ ਕਰਦੇ ਹਾਂ, ਤਾਂ ਹੁਣ ਉਹ ਜਿਹੜਾ ਉਹਨੂੰ ਆਪਾਂ ਕਹਿੰਦੇ ਹਾਂ ਡੈਸਟੀਨੇਸ਼ਨ ਬੇਸਡ ਟੈਕਸ। तो बहुत सारे देशों ने रिफॉर्म लेके आंदा कि उन्होंने मैन्युफैक्चरिंग की बजाय ना उन्होंने ते डेस्टिनेशन टैक्स ऐड किया सी। फिर इंडिया ने भी GST कर दिया। ठीक है, ग्रॉस सेल्स टैक्स आप कहते हैं ना, GST की है सेल टैक्स है कि जो चीज विकूगी उदों टैक्स लगूगा, बनाउण ते कोई टैक्स नहीं गा। पहला की ਹੁੰਦਾ ਸੀ ਕਿ ਤੁਸੀਂ ਹੁਣ ਹੋਇਆ ਕਿ ਤੁਸੀਂ ਮੰਨ ਲਓ ਕਿ ਕੰਪਨੀ ਖੋਲੀ, ਫੈਕਟਰੀ ਸਟਾਰਟ ਕਰਤੀ, ਤੁਸੀਂ ਟੇਬਲਸ ਮੇਜ਼ ਬਣਾਉਣ ਲੱਗ ਪਏ, ਵਿਕਿਆ ਹੈ ਨਹੀਂ, ਤੁਹਾਨੂੰ ਤਾਂ ਵੀ ਟੈਕਸ ਦੇਣਾ ਪੈ ਗਿਆ। फिर जो रौला पै गया साडी चीज तो विकी नहीं, टैक्स करा देइए। फिर उन्होंने डेस्टिनेशन बेस्ड टैक्स करता GST, तो इस करके एक्साइज ड्यूटी खत्म हो गया सी। क्लियर? हाँ जी। तो हम कंपनियां ये टैक्स नहीं दिंदियां। फिर नीचे जो नेट सेल्स, हम नेट सेल्स की है, सेल्स टर्नओवर माइनस एक्साइज ड्यूटी। देखो बराबरी है, सेल्स टर्नओवर कितना सी 6216 करोड़, उसी तरह नेट सेल कितनी है 6216। क्यों? क्योंकि टैक्स का कट्टे, ड्यूटी तो भी कट्टी नहीं। जो ड्यूटी नहीं कट्टी तो अपना नेट सेल ते सेल्स टर्नओवर सेम ही रहता है। क्लियर? हाँ जी। आगे आ जाओ जी, अदर इनकम। अदर इनकम का मतलब की है? कोई होर इनकम के तो होर कोई पैसा आया है। हाँ, कल आपका गल की थी कि कंपनियां, बहुत सारी कंपनियां इन्वेस्टमेंट करदियां ने। याद आपका गल की थी, हो सकता कंपनी ने अपना पैसा स्टॉक मार्केट च लाया होवे, हो सकता कंपनी ने अपना पैसा रियल एस्टेट च ला लिया होवे। ਤੇ ਜੇ ਕੰਪਨੀ ਨੇ ਆਪਣਾ ਪੈਸਾ ਸਟਾਕ ਮਾਰਕੀਟ ਚ ਲਾਇਆ ਹੈ, ਜਾਂ ਮੰਨ ਲਓ ਕਿ ਕੋਈ ਕ੍ਰਿਪਟੋ ਚ ਲਗਾਇਆ ਹੈਗਾ, ਜਾਂ ਉਹਨੇ ਕੋਈ ਪ੍ਰਾਪਰਟੀ ਖਰੀਦੀ ਹੈ, ਤਾਂ ਉਧਰੋਂ ਵੀ ਇਨਕਮ ਆਏਗੀ ਨਾ। ਕਈ ਵੀ ਆਪਾਂ ਦੇਖਦੇ ਆ ਕਿ ਕੋਈ ਕੰਪਨੀਆਂ ਹੈ, ਉਹਨਾਂ ਨੇ ਮੰਨ ਲਓ ਨਾਲ ਹੋਟਲ ਇੱਕ ਲੈ ਲਿਆ, ਮੇਬੀ ਰੈਂਟ ਤੇ ਲੈ ਲਿਆ, ਮੇਬੀ ਉਹਨਾਂ ਨੇ ਆਪਦਾ ਪਰਚੇਜ਼ ਕਰ ਲਿਆ, ਹੁਣ ਉਸ ਹੋਟਲ ਤੋਂ ਵੀ ਇਨਕਮ ਆ ਰਹੀ ਹੈ ਨਾ ਉਹਨਾਂ ਨੂੰ। ਤਾਂ ਉਹ ਅਦਰ ਇਨਕਮ ਦਾ ਮਤਲਬ ਕਿ ਜਿਹੜੀ ਕੰਪਨੀ ਦਾ ਮੇਨ ਬਿਜ਼ਨਸ ਹੈ ਉਹਨੂੰ ਛੱਡ ਕੇ, ਹੁਣ ਪੀਡੀਲਾਈਟ ਦਾ ਮੇਨ ਬਿਜ਼ਨਸ ਕੀ ਹੈ? ਫੈਵੀਕੋਲ ਵੇਚਣਾ। ਫੈਵੀਕੋਲ ਨੂੰ ਛੱਡ ਕੇ ਬਾਕੀ ਜਿਹੜੇ ਹੋਰ ਰਿਸੋਰਸਸ ਤੋਂ ਇਨਕਮ ਆ ਰਹੀ ਹੈ, ਆਪਾਂ ਨੂੰ ਕੀ ਕਹਿੰਦੇ ਆ? ਅਦਰ ਇਨਕਮ। क्लियर? हाँ जी। ठीक है, हम आ गया जी स्टॉक एडजस्टमेंट। स्टॉक एडजस्टमेंट देखो इस साल पॉजिटिव ਦੇ ਵਿੱਚ ਹੈ, ठीक है 99 ਲੱਖ है। ਇਸ ਤੋਂ ਬਾਅਦ ਅਗਲੇ ਸਾਲ ਦੇ ਦੇਖੋ, ਪਿਛਲੇ ਵਾਲੇ ਸਾਲ ਦੀ ਮਾਈਨਸ ਆਈ ਹੈ। ਇਹਦਾ ਮਤਲਬ ਕੀ ਹੈ? ਇਹਦੀ ਨੋਟ ਕਰ ਲਓ ਇਹ ਚੀਜ਼। ਸਟਾਕ ਐਡਜਸਟਮੈਂਟ ਦਾ ਮਤਲਬ ਕੀ ਹੁੰਦਾ ਕਿ ਕੰਪਨੀ ਦਾ ਇੰਨੇ ਰੁਪਏ ਦਾ ਜਿਹੜਾ ਮਾਲ ਹੈ ਉਹ ਵਿਕ ਚੁੱਕਿਆ। ਮਾਲ ਵਿਕ ਚੁੱਕੇ ਦਾ ਮਤਲਬ ਕਿ ਪੈਸੇ ਕੰਪਨੀ ਨੇ ਲੈ ਲਏ ਆ, ਸਮਾਨ ਹਜੇ ਉਹਨੇ ਦੇਣਾ ਹੈ। ਐਡਵਾਂਸ ਵੀ ਸਮਝ ਸਕਦੇ ਹਾਂ ਵੀ ਕੰਪਨੀ ਨੂੰ ਐਡਵਾਂਸ ਦੇ ਮਿਲ ਚੁੱਕਿਆ ਨਹੀਂ। ਕਹਿ ਸਕਦੇ ਆ ਕਿ ਕੰਪਨੀ ਕੋਲੇ ਐਡਵਾਂਸ ਆ ਗਿਆ ਕਿ ਹਜੇ ਉਹਨੇ ਇੰਨੇ ਰੁਪਏ ਦਾ। ਸਟਾਕ ਐਡਜਸਟਮੈਂਟ ਦਾ ਮਤਲਬ ਹੈ ਕਿ ਉਹਨੇ ਇੰਨੇ ਪੈਸੇ ਉਹਦੇ ਕੋਲ ਆਲਰੇਡੀ ਆ ਚੁੱਕੇ ਆ, ਉਹਦੀ ਜੇਬ 'ਚ ਪੈਸਾ ਆ ਚੁੱਕਿਆ, ਪਰ ਸਮਾਨ ਹਜੇ ਦੇਣਾ ਹੈ। ਠੀਕ ਹੈ, ਤੇ ਜੇ ਇਹ ਚੀਜ਼ ਮਾਈਨਸ 'ਚ ਹੋ ਜੇ ਤਾਂ ਇਹਦਾ ਮਤਲਬ ਕੰਪਨੀ ਦਾ ਸਮਾਨ ਵਿਕੇ ਹੀ ਨਹੀਂਗਾ, ਕੰਪਨੀ ਦਾ ਸਮਾਨ ਪਿਆ ਹੀ ਰਹਿ ਗਿਆ, ਕਿਸੇ ਨੇ ਖਰੀਦਿਆ ਹੀ ਨਹੀਂ, ਤਾਂ ਮਾਈਨਸ ਹੋ ਗਿਆ।
मतलब ਹੁਣ ਜਿਵੇਂ ਦੇਖੋ 2020 ਚ ਕੀ ਹੋਇਆ, ਕਰੋਨਾ ਆਇਆ ਤਾਂ ਕੰਪਨੀ ਨੇ ਕੀ ਕੀਤਾ, ਕਰੋਨਾ ਚ ਆਪਾਂ ਨੂੰ ਪਤਾ ਫੈਵੀਕੋਲ ਵਿਕਿਆ ਹੀ ਨਹੀਂ, ਤੇ ਕੰਪਨੀ ਨੇ ਆਪਣਾ ਸਟਾਕ ਅਡਜਸਟਮੈਂਟ ਮਾਈਨਸ ਕਰਤਾ ਕਿ ਸਾਡਾ ਸਮਾਨ ਪਿਆ ਹੀ ਰਹੇਗਾ, ਕਿ ਵਿਕਿਆ ਹੀ ਨਹੀਂ, ਉਹ ਚੀਜ਼ ਮਾਈਨਸ ਹੋ ਗਈ। ਨਹੀਂ, ਇਹਦਾ ਮਤਲਬ ਇਹ ਹੈ ਪੈਸਾ ਆ ਗਿਆ ਤੇ ਉਹਨਾਂ ਨੇ ਡਿਲੀਵਰੀ ਨਹੀਂ ਕੀਤੀ। ਹਾਂਜੀ, ਜੇ ਪੋਜ਼ਿਟਿਵ ਹੈ ਤੇ ਇਹਦਾ ਮਤਲਬ ਹੈ ਕਿ ਪੈਸਾ ਆ ਚੁੱਕਿਆ, ਡਿਲੀਵਰੀ ਹਜੇ ਕਰਨੀ ਬਾਕੀ ਹੈ। ਓਕੇ, ਤੇ ਮਾਈਨਸ ਦਾ ਕੀ ਮਤਲਬ ਹੈ? ਮਾਈਨਸ ਦਾ ਮਤਲਬ ਹੈ ਕਿ ਸਰ ਉਹਨਾਂ ਦਾ ਜਿਹੜਾ ਸਟਾਕ ਹੈ ਜੋ ਵਿਕਿਆ ਹੀ ਨਹੀਂ ਗਾ, ਉਹ ਪਿਆ ਪਿਆ ਹੀ ਰਹਿ ਗਿਆ, ਪੈਸਾ ਵੀ ਨਹੀਂ ਆਇਆ। ਪੈਸਾ ਵੀ ਨਹੀਂ ਆਇਆ। ਠੀਕ लेकिन ਜਦੋਂ ਪੈਸਾ ਆ ਜਾਂਦਾ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ, ਫਿਰ ਤਾਂ ਪੋਜ਼ਿਟਿਵ ਹੋ ਜਾਣੀ ਸੀ ਨਾ ਚੀਜ਼, ਕਿ ਪੈਸਾ ਤਾਂ ਆ ਗਿਆ ਸਾਡੇ ਕੋਲ। ਮਾਈਨਸ ਕੀ ਹੋਇਆ ਕਿ ਕੰਪਨੀ ਦਾ ਮਾਲ ਪਿਆ ਹੀ ਰਹਿ ਗਿਆ। ਜਿਵੇਂ ਕਈ ਵਾਰੀ ਕੀ ਹੁੰਦਾ, ਮੰਨ ਲਓ ਆਪਾਂ ਸ਼ਾਪ ਚਲਾਉਂਦੇ ਆ, ਹੁਣ ਕਈ ਵਾਰ ਆਪਾਂ ਦੇਖਿਆ ਨਾ, ਕੋਈ ਸ਼ਾਪ ਤੇ ਦੇਖਿਆ ਹੋਣਾ ਵੀ ਜਿਵੇਂ ਮੰਨ ਲਓ ਲੇਜ਼ ਦੇ ਪੈਕਟ ਚੋਂ ਹਵਾ ਨਿਕਲ ਗਈ, ਉਹ ਪਏ ਰਹਿ ਗਏ, ਉਹ ਵਿਕਿਆ ਨਹੀਂ ਗਾ, ਠੀਕ। ਉਹ ਚੀਜ਼ ਫਿਰ ਆਪਾਂ ਮਾਈਨਸ ਕਰ ਦਿੰਦੇ ਆ ਕਿ ਸਾਡੇ ਕੋਲ ਆਹ ਸਮਾਨ ਸਾਡਾ ਪਿਆ ਹੀ ਰਹਿ ਗਿਆ, ਇਹ ਵਿਕਿਆ ਨਹੀਂ। ਕਈ ਵਾਰੀ ਕੋਈ ਚੀਜ਼ਾਂ ਐਕਸਪਾਇਰ ਨਹੀਂ ਹੋ ਜਾਂਦੀਆਂ, ਜਿਵੇਂ ਕੰਪਨੀ ਨੇ ਸਮਾਨ ਬਣਾਇਆ, ਵਿੱਚੋਂ ਕੀ ਹੋਇਆ, ਮੰਨ ਲਓ ਵੀ 500 ਡੱਬੇ ਉਹਨਾਂ ਨੇ ਫੈਵੀਕੋਲ ਦੇ ਬਣਾ ਲਏ, 490 ਡੱਬੇ ਤਾਂ ਵਿਕ ਗਏ, 10 ਪਏ ਐਕਸਪਾਇਰ ਹੋ ਗਏ, ਤਾਂ ਫਿਰ ਕੰਪਨੀ ਨੂੰ ਬੇਸਿਕਲੀ ਘਾਟਾ ਹੀ ਪੈ ਗਿਆ ਨਾ ਉਸ ਚੀਜ਼ ਦਾ, ਤਾਂ ਫਿਰ ਮਾਈਨਸ ਚ ਆ ਜਾਂਦਾ। ਤੇ ਸਰ ਜਿਵੇਂ ਸਰ ਪਹਿਲਾਂ ਕੀਤਾ ਸੀ ਲੋਨ ਐਂਡ ਐਡਵਾਂਸ, ਫਿਰ ਉਹੀ ਸੇਮ ਚੀਜ਼ ਹੀ ਹੋਗੀ। ਦੇਖੋ ਲੋਨ ਐਂਡ ਐਡਵਾਂਸ ਆਪਾਂ ਥੋੜਾ ਬਹੁਤ ਕਹਿ ਸਕਦੇ ਹਾਂ ਕਿ ਹਾਂ, ਉਹਦੇ ਵਿੱਚ ਵੀ ਇਹ ਚੀਜ਼ ਹੈ ਕਿ ਆਪਾਂ ਐਡਵਾਂਸਿਸ ਆ ਚੁੱਕੀ ਹੈ ਕੰਪਨੀ ਕੋਲੇ, ਉਹਨੇ ਅਜੇ ਪੈਸਾ ਦੇਣਾ, ਠੀਕ ਹੈ। ਉਹ ਫਿਰ ਉਹ ਵੀ ਇੱਥੇ ਐਡਜਸਟਮੈਂਟ ਕਰ ਦਿੰਦੀ ਹੈ ਨਾ ਕਿ ਅਸੀਂ ਇੰਨਾ ਸਟਾਕ ਪਹਿਲੇ ਹੀ ਵਾਸਤੇ ਦੇ ਕੱਢ ਕੇ ਰੱਖਤਾ ਹੈਗਾ, ਵੀ ਉਹ ਫਿਰ ਕੰਪਨੀ ਆਦਾ ਉਹਨੂੰ ਰॉ ਮਟੀਰੀਅਲ ਚੀਜ਼ ਨਹੀਂ ਦਿਖਾਉਂਦੀ ਕਿ ਸਾਡੇ ਕੋਲ ਇੰਨੀ ਇਨਵੈਂਟਰੀ ਪਈ ਹੈ। ਉਹ ਕਹਿੰਦੇ ਕਿ ਇੰਨੇ ਮਾਲ ਦਾ ਅਸੀਂ ਪੈਸਾ ਲੈ ਚੁੱਕੇ ਹਾਂ। ਹੁਣ ਉਹ ਦੋ ਵਾਰੀ ਨਹੀਂ ਨਾ ਪਾਉਗੀ ਕਿ ਮਾਲ ਵੀ ਐਂਟਰ ਕਰ ਦੂਗੀ ਰॉ ਮਟੀਰੀਅਲ ਚ ਤੇ ਪੈਸਾ ਵੀ ਐਂਟਰ ਕਰ ਦੂਗੀ। ਬੇਸਿਕਲੀ ਉਹ ਪੈਸਾ ਲੈ ਚੁੱਕੀ ਉਹਨੇ ਮਾਲ ਦਾ, ਤੋਂ ਮਾਲ ਪਾਸੇ ਕੱਢ ਦਿੰਦੇ ਵੀ ਆਹ ਮਾਲ ਅਸੀਂ ਗਿਣਨਾ ਨਹੀਂ, ਕਿਉਂ? ਕਿਉਂਕਿ ਅਸੀਂ ਇਹਦਾ ਪੈਸਾ ਲੈ ਚੁੱਕੇ ਹਾਂ, ਸਾਡੇ ਕੋਲ ਪਿਆ ਸੀ ਪਰ ਇਹ ਕਿਸੇ ਦਾ ਇਹਦਾ ਅਸੀਂ ਚੁਕਾਉਣਾ ਹੈ, ਇਸ ਕਰਕੇ ਫਿਰ ਉਹਨੂੰ ਲੋਨ ਐਂਡ ਐਡਵਾਂਸਿਸ ਚ ਨਹੀਂ ਪਾਉਂਦੇ। ਠੀਕ ਸਰ ਤਿਆਰ ਸਮਾਨ ਦਾ ਪੈਸਾ ਕੰਪਨੀ ਲੈ ਸਕਦੀ ਆ, ਉਹਨੂੰ ਸਟਾਕ ਐਡਜਸਟਮੈਂਟ ਕਹਿ ਸਕਦੇ ਆ ਆਪਾਂ। ਹਾਂਜੀ, ਕਹਿ ਸਕਦੇ ਹਾਂ। ਚਲੋ ਹੁਣ ਆ ਜਾਓ ਟੋਟਲ ਇਨਕਮ। ਹੁਣ ਟੋਟਲ ਇਨਕਮ ਦਾ ਮਤਲਬ ਕੀ ਹੋਇਆ? ਦੇਖੋ ਜਿਹੜੀ ਨੈਟ ਸੇਲ ਹੋਗੀ ਉਹ, ਪਲੱਸ ਜਿਹੜੀ ਅਦਰ ਇਨਕਮ ਹੋਗੀ ਉਹ, ਪਲੱਸ ਜਿਹੜਾ ਸਟਾਕ ਐਡਜਸਟਮੈਂਟ ਹੈ, ਇਹਨਾਂ ਤਿੰਨਾਂ ਨੂੰ ਪਲੱਸ ਕਰ ਲਿਓ, ਠੀਕ ਹੈ। ਨੈਟ ਸੇਲ ਜਿਹੜਾ ਕੰਪਨੀ ਨੂੰ ਆਪਦਾ ਜਿਹੜਾ ਕੋਰ ਬਿਜ਼ਨਸ ਸੀ ਉਹਦੇ ਤੋਂ ਜਿੰਨਾ ਵੀ ਸਮਾਨ ਵੇਚ ਕੇ ਪੈਸਾ ਆਇਆ, ਪਲੱਸ ਜਿਹੜਾ ਨੂੰ ਅਦਰ ਪਾਸੋਂ ਪੈਸਾ ਆ ਗਿਆ, ਤੇ ਪਲੱਸ ਜਿਹੜਾ ਨੂੰ ਸਟਾਕ ਐਡਜਸਟਮੈਂਟ ਦਾ ਪੈਸਾ ਆ ਗਿਆ, ਤਿੰਨਾਂ ਨੂੰ ਟੋਟਲ ਕਰਕੇ ਆਪਣੇ ਕੋਲ ਕੀ ਆ ਜਾਂਦਾ ਹੈਗਾ, ਨੈਟ ਟੋਟਲ ਜਿਹੜੀ ਇਨਕਮ ਆ ਜਾਂਦੀ ਹੈ। ਇੰਨੀ ਗੱਲ ਸਮਝ ਆਈ? ਹਾਂਜੀ। ਮੈਂ ਫਿਰ ਕਹਿੰਦਾ ਇਹ ਕੰਪਨੀ ਦਾ ਪ੍ਰੋਫਿਟ ਨਹੀਂ ਗਾ, ਇਹ ਸਿਰਫ ਇਨਕਮ ਹੈ ਜਿਹੜੀ ਕੰਪਨੀ ਨੂੰ ਆਈ ਹੈ, ਹਜੇ ਇਹਦੇ ਚੋਂ ਖਰਚੇ ਤਾਂ ਹੋਣੇ ਹੀ ਆ, ਠੀਕ ਹੈ। ਇਹ ਸਿਰਫ ਇਨਕਮ ਹੈ, ਇਨਕਮ ਤੇ ਪ੍ਰੋਫਿਟ ਦੋ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ, ਕਲੀਅਰ? ਤੇ ਇਹ ਚੀਜ਼ ਨੂੰ ਇਹ ਨਾ ਸਮਝ ਲਓ ਕਿ ਸਾਰੀ ਕੰਪਨੀ ਨੂੰ ਪ੍ਰੋਫਿਟ ਹੋ ਗਿਆ, ਨਹੀਂ, ਇਹ ਸਿਰਫ ਇਨਕਮ ਹੈ, ਕੰਪਨੀ ਨੂੰ ਇੰਨਾ ਸਮਾਨ ਵੇਚ ਕੇ ਇੰਨੇ ਪੈਸੇ ਆ ਗਏ ਆ, ਹਜੇ ਇਹਦੇ ਚੋਂ ਖਰਚੇ ਉਹਨੇ ਕਰਨੇ ਆ। ਹੁਣ ਦੇਖੋ ਨੀਚੇ ਆ ਜਾਓ, ਐਕਸਪੈਂਡੀਚਰ। ਐਕਸਪੈਂਡੀਚਰ ਦਾ ਮਤਲਬ ਕੀ ਹੁੰਦਾ? ਖਰਚੇ। ਖਰਚੇ। ਹੁਣ ਕੰਪਨੀ ਦਾ ਸਭ ਤੋਂ ਪਹਿਲਾ ਖਰਚਾ ਕਾਹਦੇ ਤੇ ਉੱਪਰ ਆਊਗਾ? ਰॉ ਮਟੀਰੀਅਲ ਦਾ, ਠੀਕ ਹੈ। ਜੇ ਕੰਪਨੀ ਫੈਵੀਕੋਲ ਬਣਾ ਰਹੀ ਹੈ ਤਾਂ ਆਬਵੀਅਸ ਹੈ ਨਾ, ਪਹਿਲਾਂ ਰॉ ਮਟੀਰੀਅਲ ਤਾਂ ਲੈ ਕੇ ਆਓ, ਕੋਈ ਵੀ ਚੀਜ਼ ਬਣਾਉਣ ਵਾਸਤੇ। ਜੇ ਕੰਪਨੀ ਨੇ ਮੇਜ਼ ਕੁਰਸੀਆਂ ਵੀ ਬਣਾਉਣੀਆਂ ਤਾਂ ਲੱਕੜ ਤਾਂ ਲੈ ਕੇ ਆਊਗੀ, ਨਹੀਂ ਲੈ ਕੇ ਆਊਗੀ? ਪਲਾਈਬੋਰਡ ਲੈ ਕੇ ਆਊਗੀ, ਲੱਕੜ ਲੈ ਕੇ ਆਊਗੀ, ਮੇਖਾਂ ਲੈ ਕੇ ਆਊਗੀ, ਤਾਂ ਰॉ ਮਟੀਰੀਅਲ। ਹੁਣ ਇੱਕ ਚੀਜ਼ ਦੱਸੋ, ਰॉ ਮਟੀਰੀਅਲ ਦੇ ਉੱਪਰ ਜਿਹੜਾ ਖਰਚਾ ਜੇ ਹਰ ਸਾਲ ਵੱਧ ਰਿਹਾ ਤੇ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਪੋਜ਼ਿਟਿਵ ਹੈ। ਪੱਕਾ ਵੀ ਸਭ ਨੂੰ ਲੱਗਦਾ ਕਿ ਪੋਜ਼ਿਟਿਵ ਹੈ? ਹਾਂਜੀ। ਮਹਿੰਗਾਈ ਇਨਫਲੇਸ਼ਨ ਰੇਟ ਵਧ ਰਹੀ। ਸਰ ਮੇਰੇ ਖਿਆਲ ਨਾਲ ਨੈਗੇਟਿਵ ਹੋ ਸਕਦਾ ਨੈਗੇਟਿਵ ਹੋਵੇ, ਓਕੇ। ਹਾਂਜੀ, ਹੋਰ ਕੋਈ ਵੀ? ਨਹੀਂ ਸਰ, ਪੋਜ਼ਿਟਿਵ ਹੈ ਜੀ। ਦੇਖੋ ਹੁਣ ਇਹ ਦੋਵੇਂ ਚੀਜ਼ਾਂ ਨਾ ਕੰਟਰਾਡਿਕਟਰੀ ਹੈ, ਆਪਾਂ ਦੋਵੇਂ ਸਿਨੈਰੀਓ ਸਮਝਦੇ ਹਾਂ। ਮੰਨ ਲਓ ਕੰਪਨੀ ਦਾ ਰॉ ਮਟੀਰੀਅਲ ਦੇ ਉੱਪਰ ਖਰਚਾ ਵੱਧ ਰਿਹਾ, ਤਾਂ ਇੱਕ ਪਾਸੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੰਪਨੀ ਨੂੰ ਪਹਿਲਾਂ ਉਹੀ ਗੱਲ ਆਪਾਂ ਜਿਵੇਂ ਕੱਲ ਗੱਲ ਕੀਤੀ ਸੀ ਕਿ ਪਹਿਲਾਂ 500 ਡੱਬਿਆਂ ਦਾ ਆਰਡਰ ਮਿਲਿਆ ਸੀ, ਕੰਪਨੀ ਨੇ ਉਹਨਾਂ ਦਾ ਰॉ ਮਟੀਰੀਅਲ ਚੱਕ ਲਿਆ। ਇਸ ਵਾਰੀ ਇਹਨੂੰ 1000 ਡੱਬਿਆਂ ਦਾ ਆਰਡਰ ਮਿਲਿਆ ਤਾਂ ਉਹਦਾ ਰॉ ਮਟੀਰੀਅਲ ਦੇ ਉੱਪਰ ਵੀ ਖਰਚਾ ਵਧੂਗਾ, ਤਾਂ ਆਪਾਂ ਕਹਿੰਦੇ ਸਰ ਪੋਜ਼ਿਟਿਵ ਹੈ ਜੀ, ਕਿਉਂਕਿ ਰॉ ਮਟੀਰੀਅਲ ਦੇ ਖਰਚਾ ਵੱਧ ਰਿਹਾ, ਯਾਨੀ ਕਿ ਕੰਪਨੀ ਨੂੰ ਜ਼ਿਆਦਾ ਵੱਡਾ ਆਰਡਰ ਮਿਲ ਰਿਹਾ, ਉਹ ਜ਼ਿਆਦਾ ਚੀਜ਼ਾਂ ਪ੍ਰੋਡਿਊਸ ਕਰ ਰਹੀ ਹੈ। ਜਿਵੇਂ ਕਿ ਮੰਨ ਲਓ ਕੋਈ ਵੀ ਚੀਜ਼ ਵੇਸਟੇਜ ਹੋ ਗਈ ਜਾਂ ਕੋਈ ਮੈਜ਼ਰਮੈਂਟ ਕਰਕੇ ਕੋਈ ਪ੍ਰੋਡਕਟ ਆਪਣਾ ਹੈ ਨਾ ਓਵਰ ਸਾਈਜ਼ ਅੰਡਰ ਸਾਈਜ਼ ਬਣ ਗਿਆ ਹੈ ਨਾ, ਜੋ ਵੀ ਤਰੀਕੇ ਦੀ ਮੰਨ ਲਓ ਆਪਣਾ ਰॉ ਮਟੀਰੀਅਲ ਜ਼ਿਆਦਾ ਪ੍ਰੋਡਿਊਸ ਕਰੂਗਾ ਬਟ ਉਹਦੀ ਆਊਟਪੁੱਟ ਜ਼ਿਆਦਾ ਨਹੀਂ ਆਊਗੀ। ਪਰ ਸੈਕੰਡ ਚੀਜ਼ ਇਹ ਵੀ ਹੋ ਸਕਦੀ ਹੈ ਕਿ ਕੰਪਨੀ ਦਾ ਜਿਹੜੀ ਕੁਆਂਟੀਟੀ ਹੈ ਰॉ ਮਟੀਰੀਅਲ ਦੀ ਉਹ ਤਾਂ ਉਨੀ ਰਹੀ, ਉਹਨੇ ਉਹਨੂੰ ਮਹਿੰਗਾ ਪਰਚੇਸ ਕੀਤਾ,
ਆਪਾਂ ਇਹ ਦੇਖਣਾ ਕਿ ਜੇ ਕੰਪਨੀ ਦਾ ਰॉ ਮਟੀਰੀਅਲ ਦੇ ਖਰਚਾ ਵੱਧ ਰਿਹਾ ਕਿ ਕੁਆਂਟੀਟੀ ਵੀ ਵੱਧ ਰਹੀ ਹੋਗੀ ਰॉ ਮਟੀਰੀਅਲ ਦੀ। ਇਹ ਨਾ ਹੋਵੇ ਕਿ ਕੰਪਨੀ ਨੇ ਉਹੀ ਚੀਜ਼ 500 ਰੁਪਏ ਜਿੰਨਾ ਹੀ ਰॉ ਮਟੀਰੀਅਲ ਚੱਕਿਆ, ਪਿਛਲੀ ਵਾਰੀ ਉਹਦੇ ਲਈ ਉਹਨੇ ਮੰਨ ਲਓ 5000 ਰੁਪਏ ਪੇ ਕੀਤਾ, ਇਸ ਵਾਰੀ ਉਸੇ ਰॉ ਮਟੀਰੀਅਲ ਨੇ 7000 ਰੁਪਏ ਪੇ ਕਰਤਾ। ਹੁਣ ਫਿਰ ਇਹ ਪੋਜ਼ਿਟਿਵ ਹੋਇਆ ਕਿ ਨੈਗੇਟਿਵ ਹੋਇਆ? ਇਹ ਨੈਗੇਟਿਵ ਹੋ ਗਿਆ ਜੀ। ਇਹ ਚੀਜ਼ ਨੈਗੇਟਿਵ ਹੋ ਗਈ। ਕਈ ਵਾਰੀ ਆਪਾਂ ਇਹ ਵੀ ਦੇਖ ਲੈਂਦੇ ਆ ਕਿ ਕੰਪਨੀ ਨੂੰ ਲੱਗਿਆ, ਜਿਵੇਂ ਕਈ ਵਾਰੀ ਨਾ ਸਟੀਲ ਕੰਪਨੀਆਂ ਇਦਾਂ ਕਰਦੀਆਂ ਨੇ, ਉਹਨਾਂ ਨੂੰ ਲੱਗਦਾ ਕਿ ਅਗਲੇ ਸਾਲ ਨਾ ਸਟੀਲ ਜ਼ਿਆਦਾ ਮਹਿੰਗੀ ਹੋ ਜਾਣੀ ਹੈ, ਅਸੀਂ ਅਗਲੇ ਸਾਲ ਦਾ ਸਟਾਕ ਵੀ ਅੱਜ ਹੀ ਖਰੀਦ ਕੇ ਰੱਖ ਲੈਂਦੇ ਆ। ਉਹਨਾਂ ਨੂੰ ਇਹਨਾਂ ਚਾਹੀਦਾ ਨਹੀਂ ਸੀ, ਪਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਪਤਾ ਕਿ ਅਗਲੇ ਸਾਲ ਦੁਬਾਰਾ ਪ੍ਰਾਈਸ ਰਿਵਾਈਜ਼ ਹੋ ਜਾਣੇ ਆ, ਸਾਡੇ ਕੋਲੇ ਪੈਸਾ ਪਿਆ, ਅਸੀਂ ਕੀ ਕਰਦੇ ਆ ਆਪਣੀ ਜ਼ਰੂਰਤ ਤੋਂ ਵੀ ਜ਼ਿਆਦਾ ਰॉ ਮਟੀਰੀਅਲ ਖਰੀਦ ਕੇ ਰੱਖ ਲੈਂਦੇ ਆ। ਮੰਨੇ ਸਾਡਾ ਪੈਸਾ ਜ਼ਿਆਦਾ ਖਰਚ ਹੋ ਗਿਆ, ਪਰ ਸਾਨੂੰ ਪਤਾ ਕਿ ਕੱਲ ਨੂੰ ਇਹਨੇ ਵਧਣਾ ਹੀ ਹੈ। ਠੀਕ ਹੈ, ਤਾਂ ਆਪਾਂ ਇਹਨੂੰ ਜਦੋਂ ਜਿਹੜੀਆਂ ਵੀ ਅੱਜ ਆਪਾਂ ਟਰਮਸ ਪੜਾਂਗੇ ਨਾ, ਆਪਾਂ ਸਿਰਫ ਫਿਗਰ ਵੇਖ ਕੇ ਨਹੀਂ ਕਹਿ ਸਕਦੇ ਕਿ ਸਰ ਫਿਗਰ ਹਰ ਵਾਰ ਵਧ ਰਹੀ ਹੈ ਜੀ, ਇਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਡਿਪੈਂਡ ਕਰਦਾ ਕਿ ਉਸ ਕੰਪਨੀ ਨੇ ਉਹ ਰॉ ਮਟੀਰੀਅਲ ਕੀ ਸੋਚ ਕੇ ਚੱਕਿਆ। ਤੇ ਇਹ ਆਪਾਂ ਨੂੰ ਪਤਾ ਕਿੱਥੋਂ ਲੱਗਦਾ? ਜਦੋਂ ਆਪਾਂ ਐਨੂਅਲ ਰਿਪੋਰਟਸ ਪੜ੍ਹਦੇ ਹਾਂ, ਉਹਦੇ ਚ ਕੰਪਨੀ ਨੂੰ ਡਿਟੇਲ ਚ ਲਿਖਦੀ ਹੈ ਕਿ ਅਸੀਂ ਇਸ ਵਾਰੀ ਇੰਨਾ ਪੈਸਾ ਲਾ ਕੇ ਇੰਨਾ ਰॉ ਮਟੀਰੀਅਲ ਚੱਕਿਆ, ਤੇ ਇੰਨਾ ਰॉ ਮਟੀਰੀਅਲ ਚੱਕਣ ਦੇ ਪਿੱਛੇ ਸਾਡਾ ਕੀ ਅੰਦੇਸ਼ਾ ਹੈਗਾ ਕਿ ਸਾਨੂੰ ਲੱਗਦਾ ਕਿ ਅਗਲੇ ਸਾਲ ਪ੍ਰਾਈਸ ਵਧੂ ਤਾਂ ਚੱਕ ਲਿਆ। ਜਾਂ ਉਹ ਕਹਿੰਦੇ ਕਈ ਵੀ ਕੰਪਨੀ ਇਦਾਂ ਵੀ ਕਰਦੀਆਂ, ਹੁਣ ਮੰਨ ਲਓ ਜਿਵੇਂ ਟਾਟਾ ਸਟੀਲ ਹੈ, ਟਾਟਾ ਸਟੀਲ ਕੀ ਕਰਦੀ ਹੈ ਕਿ ਜਿੰਨੀਆਂ ਵੀ ਗੱਡੀਆਂ ਦੀਆਂ ਚੈਸਿਸ ਬਣਦੀਆਂ ਹਨਾ, ਉਹ ਟਾਟਾ ਸਟੀਲ ਬਣਾਉਂਦੀ ਹੈ, ਮੋਸਟਲੀ ਗੱਡੀਆਂ ਦੀਆਂ ਚੈਸਿਸ ਬਣਾਉਂਦੀਆਂ ਸਟੀਲ ਦੀਆਂ। ਤੇ ਕਈ ਵਾਰੀ ਕੰਪਨੀ ਕੀ ਕਰਦੀ ਹੈ, ਉਹਨੂੰ ਪਤਾ ਕਿ ਸਟੀਲ ਮਹਿੰਗੀ ਹੋਣ ਵਾਲੀ ਹੈ, ਉਹਨੇ ਅੱਜ ਜ਼ਿਆਦਾ ਸਟੀਲ ਚੱਕ ਲਈ ਆਪਦੀ ਲੋੜ ਨਾਲੋਂ, ਜਦੋਂ ਕੱਲ ਮਹਿੰਗੀ ਹੋਊਗੀ ਉਹ ਚੈਸੀ ਵੀ ਨਹੀਂ ਬਣਾਉਂਦੀ, ਉਹ ਸਿੱਧੀ ਸਟੀਲ ਹੀ ਵੇਚ ਦਿੰਦੀ ਹੈ। ਉਹਨੇ ਕਿ ਇਹ ਵੀ ਤਾਂ ਆਪਸ਼ਨ ਲੱਭ ਲਿਆ ਨਾ ਕਿ ਅੱਜ ਸਸਤੇ ਤੇ ਚੱਕ ਲਓ, ਭਾਵੇਂ ਰॉ ਮਟੀਰੀਅਲ ਇਹ ਸਾਡਾ ਸਾਡੇ ਵੀ ਕੰਮ ਆਜੂ, ਜੇ ਵੱਧ ਗਿਆ ਅਸੀਂ ਹੋਰ ਵੇਚ ਵੀ ਦੇਵਾਂਗੇ, ਉਹ ਅਦਰ ਇਨਕਮ ਚ ਆ ਗਈ ਉਹ ਚੀਜ਼। ਤਾਂ ਆਪਾਂ ਫਿਰ ਪ੍ਰੋਪਰ ਜਦੋਂ ਰਿਪੋਰਟ ਪੜਾਂਗੇ ਨਾ, ਕੰਪਨੀ ਹਰ ਚੀਜ਼ ਦੱਸਦੀ ਹੈ ਕਿ ਜੀ ਅਸੀਂ ਇੰਨਾ ਰॉ ਮਟੀਰੀਅਲ ਚੱਕਿਆ ਸੀ, ਇੰਨਾ ਖਰਚਾ ਕੀਤਾ ਸੀ, ਸਾਨੂੰ ਇਦਾਂ ਲੱਗਦਾ ਕਿ ਅਸੀਂ ਇਹ ਚੀਜ਼ ਇਦਾਂ ਕਰਨਾ ਹੈ। ਠੀਕ ਹੈ, ਹਾਂਜੀ ਠੀਕ ਹੈ। ਫਿਰ ਆ ਗਿਆ ਪਾਵਰ ਐਂਡ ਫਿਊਲ। ਹੁਣ ਪਾਵਰ ਐਂਡ ਫਿਊਲ ਕਾਸਟ, ਇਹਦਾ ਮਤਲਬ ਕੀ ਹੈ? ਤੇਲ ਪਾਣੀ ਵਾਲੇ ਖਰਚੇ, ਕਿ ਤੇਲ ਪੈ ਗਿਆ ਗੱਡੀਆਂ 'ਚ ਜਾਂ ਬਿਜਲੀ ਦੇ ਬਿੱਲ ਆ ਗਏ, ਪਾਵਰ ਦਾ ਬਿੱਲ ਆ ਗਿਆ ਹਨ। ਹੁਣ ਇਹ ਵੀ ਉਹੀ ਚੀਜ਼ ਹੈ ਕਿ ਖਰਚੇ ਵਧਣੇ ਚਾਹੀਦੇ ਆ ਤੇਲ ਵਾਲੇ ਜਾਂ ਰॉ ਪਾਵਰ ਤੇ ਫਿਊਲ ਕਾਸਟ ਵਧਣਾ ਚਾਹੀਦਾ ਜਾਂ ਘਟਣਾ ਚਾਹੀਦਾ? ਕਿੱਥੇ ਰੋਦੇ ਦੋਨੋਂ ਹੀ ਹੋ ਗਿਆ ਜੀ। ਜੇ ਪਿੱਛੋਂ ਵੱਧ ਰਹੇ ਨੇ ਤਾਂ ਇਹਨਾਂ ਤੇ ਵੀ ਵਧੇਗਾ, ਤੇ ਜੇ ਮਤਲਬ ਖਰਚੇ ਮਤਲਬ ਪਿਛਲੇ ਖਰਚੇ ਸੇਮ ਨੇ, ਫालतू ਚਲਾ ਰਹੇ ਨੇ, ਫਿਰ ਨੈਗੇਟਿਵ ਹੈ। ਹੁਣ ਆਪਾਂ ਵੀ ਉਹੀ ਚੀਜ਼ ਦੇਖਾਂਗੇ ਕਿ ਪਹਿਲਾਂ ਕੰਪਨੀ ਦਾ ਇੱਕ ਆਫਿਸ ਸੀਗੀ, ਇੱਕ ਕਾਰ ਚੱਲਦੀ ਸੀਗੀ, ਤੇ ਤੇਲ ਦਾ ਖਰਚਾ ਉਹਨਾਂ ਹੁੰਦਾ ਸੀ। ਫਿਰ ਕੰਪਨੀ ਨੇ 2 ਆਫਿਸ ਖੋਲ ਲਏ, ਹੁਣ 2 ਕਾਰਾਂ ਚੱਲਣ ਲੱਗ ਪਈਆਂ, ਤਾਂ ਉਹਨਾਂ ਦਾ ਤੇਲ ਦਾ ਖਰਚਾ ਵੱਧ ਜਾਊਗਾ। ਪਰ ਇਹ ਚੀਜ਼ ਪੋਜ਼ਿਟਿਵ ਆਪਾਂ ਦੇਖਾਂਗੇ, ਕੰਪਨੀ ਨੇ 2 ਆਫਿਸ ਖੋਲੇ ਹੋਏ, 2 ਕਾਰਾਂ ਜਾ ਰਹੀਆਂ, ਕੋਈ ਗੱਲ ਨਹੀਂ, ਪਰ ਦੂਜੇ ਆਫਿਸ ਚੋਂ ਪ੍ਰੋਫਿਟ ਵੀ ਲੈ ਕੇ ਆਊਗੀ ਕੰਪਨੀ। ਪਰ ਇੱਕ ਆਪਾਂ ਇਹ ਵੀ ਦੇਖਿਆ ਕਿ ਤੇਲ ਵੈਸੇ ਹੀ ਵੱਧ ਗਿਆ, ਕਿੱਥੇ ਤੇਲ 60 ਰੁਪਏ ਹੁੰਦਾ ਸੀ, ਕਿੱਥੇ 90 ਰੁਪਏ ਹੋ ਗਿਆ। ਤਾਂ ਆਪਾਂ ਦੇਖਿਆ ਵੀ 1.5 ਗੁਣਾ ਤੇ ਕੰਪਨੀ ਦਾ ਤੇਲ ਦਾ ਖਰਚਾ ਵੱਧ ਗਿਆ। ਕਿਉਂ? ਕਿਉਂਕਿ ਹੁਣ ਕਾਰ ਤਾਂ ਇੱਕੋ ਚੱਲ ਰਹੀ ਹੈ, ਪਰ ਉਹਨਾਂ ਨੂੰ ਤੇਲ ਮਹਿੰਗਾ ਮਿਲ ਰਿਹਾ। ਠੀਕ ਹੈ, ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪਹਿਲਾਂ ਕੰਪਨੀ ਦੇ 2 ਆਫਿਸ ਹੁੰਦੇ ਸੀ, ਕੰਪਨੀ ਨੇ ਆਪਦਾ ਘਟਾ ਕੇ ਇੱਕੋ ਆਫਿਸ ਕਰਤਾ, ਉਹਦਾ ਫਿਊਲ ਕਾਸਟ ਘਟ ਗਈ, ਪਰ ਉਹਦੀ ਫਿਊਲ ਕਾਸਟ ਦੇ ਘਟਣ ਦੇ ਨਾਲ ਨਾਲ ਉਹਦਾ ਇੱਕ ਆਫਿਸ ਵੀ ਤਾਂ ਬੰਦ ਹੋ ਗਿਆ ਨਾ, ਉਹ ਆਪਾਂ ਨੈਗੇਟਿਵ ਮੰਨਦੇ ਹਾਂ। ਦੂਜੇ ਪਾਸੇ ਇੱਕ ਸਿਨੈਰੀਓ ਇਹ ਵੀ ਹੈ ਕਿ ਜਿਵੇਂ ਬਿਜਲੀ ਦਾ ਬਿੱਲ ਆਇਆ, ਪਹਿਲਾਂ ਬਿਜਲੀ ਸਸਤੀ ਸੀ, ਹੁਣ ਮਹਿੰਗੀ ਹੋ ਗਈ, ਜਾਂ ਹੁਣ ਸਸਤੀ ਹੋ ਗਈ, ਪਹਿਲਾਂ ਮਹਿੰਗੀ ਹੋ ਗਈ, ਉਹਦੇ ਨਾਲ ਵੀ ਫਰਕ ਪੈ ਗਿਆ। ਜਾਂ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਨੇ ਕੀ ਕੀਤਾ, ਜਿਹੜੇ ਆਪਦੇ ਨਵੇਂ ਆਫਿਸ ਖੋਲੇ ਉਹਨਾਂ 'ਚ ਸੋਲਰ ਪਲਾਂਟ ਲਗਾਤੇ, ਬਿਜਲੀ ਦਾ ਬਿੱਲ ਹੀ ਨਹੀਂ ਆਉਂਦਾ ਹੁਣ ਕੰਪਨੀ ਨੂੰ। ਜਿੱਥੇ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਾਲ 57 ਕਰੋੜ ਰੁਪਇਆ ਖਰਚਾ ਹੋਇਆ, ਇਸ ਵਾਰੀ 50 ਕਰੋੜ ਖਰਚਾ ਹੋਇਆ। ਆਪਾਂ ਇਹ ਵੀ ਤਾਂ ਕਹਿ ਸਕਦੇ ਹਾਂ ਨਾ ਕਿ ਹੋ ਸਕਦਾ ਕੰਪਨੀ ਨੇ ਆਪਦੇ ਆਫਿਸ ਲਈ ਸੋਲਰ ਪਾਵਰ ਪਲਾਂਟ ਲਗਾ ਲਏ ਹੋਣ, ਕਿ ਚਲੋ ਇੱਕ ਬਿੱਲ ਤਾਂ ਘਟਾ ਲਈਏ ਆਪਾਂ। ਠੀਕ ਹੈ, ਸਮਝ ਆਈ ਗੱਲ? ਹਾਂਜੀ ਹਾਂਜੀ। ਕਿਸੇ ਨੂੰ ਕੋਈ ਗੱਲ ਨਹੀਂ ਤੱਕ? ਜੇ ਪ੍ਰੋਡਕਸ਼ਨ ਵੱਧ ਰਹੀ ਹੈ ਤਾਂ ਖਰਚੇ ਵੱਧ ਰਹੇ ਨੇ ਤਾਂ ਕੋਈ ਚੱਕਰ ਨਹੀਂ, ਪਰ ਜੇ ਪ੍ਰੋਡਕਸ਼ਨ ਨਹੀਂ ਵੱਧ ਰਹੀ, ਹਾਂ ਹੋਰ ਲਾਇਬਿਲਿਟੀਜ਼ ਵੱਧ ਰਹੀਆਂ ਨੇ, ਤਾਂ ਇਹ ਨੈਗੇਟਿਵ ਮੰਨੀ ਜਾਊਗੀ। ਹਾਂ ਓਬਵੀਅਸ। ਕਿੰਨੇ ਲਾਈ ਇੱਕ ਕਿੰਨੇ ਪਏ? ਨੈਕਸਟ ਆ ਗਿਆ ਜੀ ਇੰਪਲਾਈ ਕਾਸਟ। ਹੁਣ ਇੰਪਲਾਈ ਕਾਸਟ ਦਾ ਮਤਲਬ ਕੀ ਹੁੰਦਾ? ਜਿਹੜੀਆਂ ਸੈਲਰੀਜ਼ ਇੰਪਲਾਈ ਦੇ ਉੱਪਰ ਹੋਣ ਵਾਲਾ ਖਰਚਾ, ਉਹਦੇ ਵਿੱਚ ਉਹਨਾਂ ਦੀਆਂ ਸੈਲਰੀਜ਼ ਆ ਗਈਆਂ, ਉਹਨਾਂ ਦੀਆਂ ਯੂਨੀਫਾਰਮਸ ਆ ਗਈਆਂ, ਉਹਨਾਂ ਦੇ ਬੂਟ ਵਗੈਰਾ ਆ ਗਏ, ਹੈਨਾ। ਹੁਣ ਫਿਰ ਗੱਲ ਉੱਠੀ ਆ ਗਈ ਇੰਪਲਾਈ ਕਾਸਟ ਹੈ, ਵੱਧਦੀ ਚੰਗੀ ਹੈ ਕਿ ਘਟਦੀ ਚੰਗੀ ਹੈ? ਇਵੇਂ ਸਿਚੁਏਸ਼ਨ ਇਹ ਸਾਰੇ ਦੋਨੋਂ ਐਸਪੈਕਟ ਹੀ ਨੇ ਜੀ। ਜੇ ਤਾਂ EMPLOYEES ਵੱਧ ਰਹੇ ਨੇ ਤਾਂ ਉਹ ਕੰਮ ਵੀ ਵੱਧ ਰਿਹਾ, ਤਾਂ ਖਰਚੇ ਵੀ ਵੱਧ ਰਹੇ ਨੇ। ਤੇ ਪੁਆਇੰਟ ਇਹ ਹੈ, ਜੇ EMPLOYEES ਨਹੀਂ ਵੱਧ ਰਹੇ, ਉਹ ਫालतू ਦੇ ਖਰਚੇ ਕਰ ਰਹੇ ਨੇ, ਫਿਰ ਨੈਗੇਟਿਵ ਖਰਚਾ ਹੈ।
ਹੁਣ ਆਪਾਂ ਦੇਖਿਆ ਇਹਦੇ ਵਿੱਚ ਕਿ ਕੰਪਨੀ ਨੇ 2 ਪਲਾਂਟ ਸ਼ੁਰੂ ਕਰ ਲਏ, ਪਹਿਲਾਂ 1 ਪਲਾਂਟ ਹੁੰਦਾ ਸੀ, ਹੁਣ 2 ਪਲਾਂਟ ਸ਼ੁਰੂ ਹੋ ਗਏ, ਤਾਂ ਉਹਦੇ EMPLOYE ਦੀ ਸੰਖਿਆ ਵੱਧ ਜਾਣੀ ਹੈ, ਖਰਚਾ ਵੱਧ ਜਾਣਾ। ਪਰ ਆਪਾਂ ਇੱਕ ਚੀਜ਼ ਇਹ ਵੀ ਦੇਖੀ ਕਿ ਕੰਪਨੀ ਦਾ ਪਲਾਂਟ ਇੱਕ ਹੀ ਹੈ, ਹੁਣ ਕੰਪਨੀ ਦਾ ਇੱਕ ਪਲਾਂਟ ਹੈ ਨਾ, ਉਹਦੀ EMPLOYE ਕਾਸਟ ਘਟਾ ਲਈ, ਇਹ ਕਿੱਦਾਂ ਪੋਸੀਬਲ ਹੋ ਸਕਦਾ ਹੈ? ਸਰ ਮੈਨੇਜ ਕਰਕੇ ਕਿ ਹੋਰ ਕੁਝ ਨਵਾਂ ਸੋਚੋ ਕੀ ਕੰਪਨੀ ਨੇ ਆਪਦੇ, ਜੇ ਮੰਨ ਲਓ ਕੰਪਨੀ ਆਪਦੇ EMPLOYE ਕੱਢਣ ਲੱਗ ਜੇ, ਇਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਨੈਗੇਟਿਵ ਆ। ਫਿਰ ਦੋਨੋਂ ਚੀਜ਼ਾਂ ਕੰਪਨੀ ਨੇ ਦੂਸਰਾ ਕੋਈ ਉਹ ਲੱਭ ਲਿਆ ਹੋਵੇ, ਤਰੀਕਾ ਲੱਭ ਲਿਆ ਹੋਵੇ, ਮਸ਼ੀਨਰੀ ਵਗੈਰਾ ਯੂਜ਼ ਕਰ ਲਈ ਹੋਵੇ ਉਥੋਂ। ਬਿਲਕੁਲ ਸਰ ਸਹੀ। ਫਾਰ ਐਗਜ਼ਾਮਪਲ ਕਿਤੇ ਸਰ ਮੰਨ ਲਓ ਅੱਜ ਮੈਨ ਪਾਵਰ ਕੰਮ ਕਰ ਰਹੀ ਹੈ ਤੇ ਆਟੋਮੇਸ਼ਨ ਆਪਾਂ ਨੇ ਲਗਾਤੀ ਹੈ, ਹਾਂਜੀ, ਆਟੋਮੇਸ਼ਨ ਓਬਵੀਅਸ ਹੈ ਕਿ ਉੱਥੇ ਜਿਹੜੀ ਆਪਣੀ ਮੇਨ ਪਾਵਰ ਦੀ ਯੂਜ਼ ਘੱਟ ਹੋਣੀ। ਬਿਲਕੁਲ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਅੱਜ ਕੱਲ ਕਾਰ ਮੇਕਿੰਗ ਕੰਪਨੀਆਂ ਹੈ, ਪਹਿਲਾਂ ਜਿਹੜਾ ਪੇਂਟ ਹੁੰਦਾ ਸੀ ਉਹ ਸਾਰਾ ਹੱਥ ਨਾਲ ਹੁੰਦਾ ਸੀਗਾ, ਠੀਕ ਹੈ। ਅੱਜ ਕੱਲ ਜਿਹੜੀਆਂ ਕਾਰਸ ਨੂੰ ਪੇਂਟ ਹੁੰਦਾ ਹੈ ਉਹ ਸਾਰਾ ਰੋਬੋਟ ਕਰਦੇ ਆ। ਪਹਿਲਾਂ ਜਿੱਥੇ ਇੱਕ ਕਾਰ ਨੂੰ ਪੇਂਟ ਕਰਨ ਲਈ 7 ਬੰਦੇ ਰੱਖੇ ਜਾਂਦੇ ਸੀ, ਅੱਜ ਉਹ ਇੱਕ ਮਸ਼ੀਨ ਸਾਰਾ ਕੰਮ ਕਰ ਦਿੰਦੀ ਹੈ, ਤਾਂ EMPLOYE ਕਾਸਟ ਘਟ ਗਈ। ਕੰਪਨੀ ਨੇ ਕੀ ਲਿਆਂਦਾ ਜੀ, ਕੰਪਨੀ ਨੇ ਇੱਕ ਰੋਬੋਟ ਲਿਆਂਦਾ ਜਾਂ ਕਹਿ ਲਓ ਆਟੋਮੇਸ਼ਨ ਵਾਲੀ ਮਸ਼ੀਨ ਲਿਆਂਦੀ, ਤਾਂ ਉਹਦੀ EMPLOYE ਕਾਸਟ ਘਟ ਗਈ, ਤੇ ਪੋਜ਼ਿਟਿਵ ਚੀਜ਼ ਹੈ, ਠੀਕ ਹੈ। ਆਪਾਂ ਨੂੰ ਪੋਜ਼ਿਟਿਵ ਮੰਨਾਂਗੇ ਕਿ ਕੰਪਨੀ ਨੇ, ਪਰ ਗੱਲ ਹੈ ਨਾ ਕਿ ਕੰਪਨੀ ਨੇ ਆਪਦੇ EMPLOYE ਕੱਢੇ ਤਾਂ ਉਹਦੇ ਬਦਲੇ ਉਹਨਾਂ ਨੇ ਇੱਕ ਮਸ਼ੀਨ ਲੈ ਕੇ ਆਂਦੀ ਹੈ। ਤੇ ਜੇ ਆਪਾਂ ਕਹੀਏ ਕੰਪਨੀ ਨੇ ਮਸ਼ੀਨ ਵੀ ਨਹੀਂ ਲਿਆਂਦੀ, ਕੰਪਨੀ ਨੇ EMPLOYE ਵੀ ਕੱਢ ਤੇ, ਕਾਸਟ ਤਾਂ ਘਟਾ ਲਈ ਆਪਦੀ, ਪਰ ਅਸਲ ਚ ਚੀਜ਼ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਫਿਰ ਨੈਗੇਟਿਵ ਹੈ ਜੀ। ਫਿਰ ਉਹ ਨੈਗੇਟਿਵ ਰਹੇਗੀ ਕਿ ਕੰਪਨੀ ਕੋਲੇ ਕੰਮ ਘਟ ਗਿਆ ਤਾਂ ਹੀ ਤਾਂ EMPLOYE ਕੱਢੇ ਉਹਨੇ। ਤੁਸੀਂ ਦੇਖਿਓ ਨਾ ਕਰੋਨਾ ਦੇ ਟਾਈਮ ਕਿੰਨੀਆਂ ਨਿਊਜ਼ ਆਈਆਂ ਸੀਗੀਆਂ ਵੀ ਅਸੀਂ ਇੰਨੇ % ਆਦੇ, ਬਹੁਤ ਵੱਡੀ ਤੋਂ ਵੱਡੀ ਕੰਪਨੀ ਜਿਹੜੀ ਬਹੁਤ ਪ੍ਰੋਫਿਟ ਚ ਵੀ ਸੀ, ਉਹਨਾਂ ਨੇ ਵੀ ਆਪਦੇ ਜਿਹੜੇ EMPLOYE ਹੈ ਉਹਨਾਂ ਨੂੰ ਛੁੱਟੀ ਤੇ ਭੇਜਤਾ ਵੀ ਜਾਓ ਜਿੰਨੀ ਛੁੱਟੀ ਕਰ ਲਓ ਆਪਦੀ। ਅਸਲ ਚ ਚੀਜ਼ ਪੋਜ਼ਿਟਿਵ ਸੀ ਕਿ ਨੈਗੇਟਿਵ ਸੀ? ਕਿੰਨੇ ਪੈਸੇ ਹੋ ਰਹੇ? ਅੱਛਾ ਨੈਗੇਟਿਵ। ਲੇਕਿਨ ਆਪਾਂ ਦੇਖਦੇ ਕੰਪਨੀ ਨੂੰ ਪ੍ਰੋਫਿਟ ਹੀ ਨਹੀਂ ਹੋ ਰਿਹਾ, ਜਿੰਨੇ ਵੀ ਆਪਣੇ ਆ ਸੀ ਹਾਈ ਸੀਗੇ 에ਅਰਲਾਈਨਸ ਮਾੜੀ ਗੱਲ ਆ, ਜਾਣ ਸਹੀ ਗੱਲ ਹੈ। ਪਹਿਲਾਂ ਮੈਂ 100 ਮਿੰਟ ਲੈ ਲਈ, 110 ਤੇ ਲਈ ਮੈਂ, ਉਹ ਸਾਲੀ 80 75 ਤੇ ਜਾ ਕੇ ਫਿਰ ਦੂਜੀ ਲਈ ਮੈਂ 100 ਹੋਰ ਲਈ, ਫਿਰ ਉਹ ਲਾਸ ਤੇ ਮੈਨੂੰ ਇੱਚੋ ਕੱਲਾ 3000 ਹੀ ਦੇ, ਅੱਜ 7ਵਾਂ ਆ ਗਿਆ ਜੇ ਚੜ ਲੱਗ ਨਾ ਆ ਲੈਣੀ 17450। ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਦੇਖਿਆ ਕਿ ਜਦੋਂ ਕਰੋਨਾ ਆਇਆ 에ਅਰਲਾਈਨਸ ਕੰਪਨੀ ਨੇ ਕੀ ਕੀਤਾ, ਦੇਖੋ ਸਾਰੇ EMPLOYE ਬਾਹਰ ਕੱਢ ਕੇ, ਜਦੋਂ ਉਹਨਾਂ ਨੇ ਬਾਹਰ ਕੱਢਿਆ ਆਪਾਂ ਨੂੰ ਪਤਾ ਕਿ ਜਹਾਜ਼ ਉੱਡਦਾ ਰਹੇ ਨਹੀਂ ਸੀਗੇ, ਸਾਰਾ ਕੁਝ ਫਲਾਈਟਸ ਤਾਂ ਬੰਦ ਪਈਆਂ ਸੀ, ਉਹਨਾਂ ਨੇ ਆਪਣੇ EMPLOYE ਹਟਾਤੇ, ਹੋਟਲਸ ਵਾਲਿਆਂ ਨੇ ਆਪਣੇ EMPLOYE ਬਹੁਤ ਘੱਟ ਕਰਤੇ ਸੀਗੇ, ਤੇ ਕੀ ਕਰੋ ਸਰ ਹੋਟਲ ਵਾਲਿਆਂ ਨੂੰ ਇਨਕਮ ਹੋਈ ਨਹੀਂ, ਆਪਾਂ ਨੂੰ ਪਤਾ ਇਨਕਮ ਵੀ ਨਹੀਂ ਹੋਈ ਉਹਨਾਂ ਨੂੰ। ਕਲੀਅਰ ਹੈ ਗੱਲ? ਹਾਂਜੀ। ਨੈਕਸਟ ਆ ਜੀ ਸੈਲਿੰਗ ਐਂਡ ਐਡਮਿਨ ਐਕਸਪੈਂਸਸ। ਇਸ ਸੈਲਿੰਗ ਐਂਡ ਐਡਮਿਨ ਐਕਸਪੈਂਸਸ ਕੀ ਚੀਜ਼ ਹੈ? ਇਹ ਲਿਖ ਲਓ, ਬ੍ਰਾਂਡ ਦੇ ਖਰਚੇ, ਠੀਕ ਹੈ। ਕਿਸੇ ਚੀਜ਼ ਨੂੰ ਜਦੋਂ ਵੇਚਣ ਲਈ, ਠੀਕ ਹੈ, ਜਾਂ ਆਪਾਂ ਵੀ ਬ੍ਰਾਂਡ ਦੀ ਐਡਵਰਟਾਈਜ਼ਮੈਂਟ ਕਰਦੇ ਆ, ਜਾਂ ਆਪਾਂ ਕੋਈ ਬ੍ਰਾਂਡ ਅੰਬੈਸਡਰ ਚੂਜ਼ ਕਰ ਲੈਂਦੇ ਆ, ਆਪਾਂ ਉਹਦੀ ਐਡਵਰਟਾਈਜ਼ ਕਰ ਰਹੇ ਆ ਟੀਵੀ ਤੇ, ਸੀਰੀਅਲਸ ਦੇ ਵਿੱਚ ਆ ਕੇ, ਹਨਾ, ਜਾਂ ਕਿਤੇ ਹੋਰ, ਤਾਂ ਉਹ ਖਰਚੇ ਜਿਹੜੇ ਕਿਸੇ ਪ੍ਰੋਡਕਟ ਨੂੰ ਸੇਲ ਕਰਨ ਤੇ ਆਉਂਦੇ ਆ। ਹੁਣ ਮੰਨ ਲਓ ਤੁਸੀਂ ਕੋਈ ਕੰਪਨੀ ਖੋਲੀ ਹੈ, ਤੁਸੀਂ ਕੋਈ ਪ੍ਰੋਡਕਟ ਬਣਾ ਲਿਆ, ਠੀਕ ਹੈ, ਪ੍ਰੋਡਕਟ ਤਾਂ ਬਣਾ ਲਿਆ, ਉਹਨੂੰ ਸੇਲ ਕਰਨ ਵਾਸਤੇ ਕੋਈ ਐਡ ਦਿਓਗੇ ਕਿ ਨਹੀਂ ਦਿਓਗੇ? ਲੋਕਾਂ ਨੂੰ ਕੀ ਪਤਾ ਕਿ ਤੁਸੀਂ ਕੀ ਬਣਾ ਕੇ ਬੈਠੇ ਹੋ ਆਪਦੇ ਘਰੇ? ਤੁਸੀਂ ਕੋਈ ਪੰਫਲੇਟ ਛਪਾ ਕੇ ਵੰਡੇ, ਤੁਸੀਂ ਟੀਵੀ ਤੇ ਐਡ ਦਿੱਤੀ, ਤੁਸੀਂ ਸਿਨੇਮਾਸ ਦੇ ਵਿੱਚ ਐਡ ਕੀਤੀ, ਜਾਂ ਤੁਸੀਂ ਕਿਸੇ ਬ੍ਰਾਂਡ, ਕਿਸੇ ਹੀਰੋ ਨੂੰ ਬ੍ਰਾਂਡ ਐਂਬੈਸਡਰ ਚੂਜ਼ ਕਰ ਲਿਆ। ਹੁਣ ਆਪਾਂ ਦੇਖਦੇ ਹਾਂ ਕਿ ਜਿਵੇਂ ਮੰਨ ਲਓ ਸਰਫ ਦੀ ਮਸ਼ਹੂਰੀ ਹੈ, ਠੀਕ ਹੈ, ਜਾਂ ਉਹ ਟਾਇਲਟ ਕਲੀਨਰ ਦੀ ਮਸ਼ਹੂਰੀ ਅਕਸ਼ੇ ਕੁਮਾਰ ਕਰ ਰਿਹਾ, ਹੁਣ ਅਕਸ਼ੇ ਕੁਮਾਰ ਮੁਫਤ ਵਿੱਚ ਉਹਨਾਂ ਦੀ ਮਸ਼ਹੂਰੀ ਕਰਦਾ ਨਹੀਂ ਹੋਊਗਾ, ਪੈਸੇ ਲੈ ਰਿਹਾ, तो पैसा कितने जा रहा है, कितों जाता हो, केड़ी कह लो एक्सपेंसेस ਹੁੰਦੇ ਆ, ਸੈਲਿੰਗ ਐਂਡ ਐਡਮਿਨ ਐਕਸਪੈਂਸਸ। ਗੱਲ ਸਮਝੇ? ਹਾਂਜੀ। ਕਿਸੇ ਚੀਜ਼ ਨੂੰ ਵੇਚਣ ਦੇ ਲਈ ਜਿਹੜੀ ਆਪਾਂ ਉਹਦੀ ਮਸ਼ਹੂਰੀ ਕਰਦੇ ਆ ਨਾ, ਐਡ ਕਰਦੇ ਆ, ਬ੍ਰਾਂਡ ਕਰਦੇ ਆ, ਉਹ ਚੀਜ਼ ਨੂੰ ਆਪਾਂ ਕਹਿੰਦੇ ਆ ਸੈਲਿੰਗ ਤੇ ਐਡਮਿਨ ਐਕਸਪੈਂਸਸ। ਫਿਰ ਆ ਗਿਆ ਜੀ ਮਿਸਕਲੇਨੀਅਸ ਐਕਸਪੈਂਸਸ। ਹੁਣ ਮਿਸਕਲੇਨੀਅਸ ਐਕਸਪੈਂਸਸ ਕੀ ਚੀਜ਼ ਹੈ? ਇਹ ਉਹੀ ਛੋਟੇ-ਮੋਟੇ ਖਰਚੇ। ਹੁਣ ਛੋਟੇ-ਮੋਟੇ ਖਰਚੇ ਕਿਦਾਂ? ਮੰਨ ਲਓ ਹੋਇਆ ਕਿ ਤੁਹਾਡੀ ਕੰਪਨੀ ਹੈ, ਤੁਸੀਂ ਸ਼ਾਹਰੁਖ ਖਾਨ ਨੂੰ ਸੱਦ ਲਿਆ ਕਿ ਤੁਸੀਂ ਸਾਡੇ ਜੀ ਬ੍ਰਾਂਡ ਐਂਬੈਸਡਰ ਹੋ, ਆਪਾਂ ਇੱਕ ਫੰਕਸ਼ਨ ਕਰਨ ਲੱਗੇ ਆ, ਤੇ ਤੁਸੀਂ ਅਸੀਂ ਤੁਹਾਨੂੰ ਨਾ 4 ਕਰੋੜ ਰੁਪਏ ਦੇ ਦਾਂਗੇ। ਸ਼ਾਹਰੁਖ ਖਾਨ ਕਹਿੰਦਾ ਚਲ ਠੀਕ ਹੈ ਦਿਓ 4 ਕਰੋੜ, ਮੈਂ ਆ ਜਾਊਂਗਾ। ਆਪਾਂ 4 ਕਰੋੜ ਰੁਪਏ ਨੂੰ ਦੇਤਾ ਤਾਂ ਬ੍ਰਾਂਡ ਦਾ ਖਰਚਾ ਹੋ ਗਿਆ, ਸੈਲਿੰਗ ਦੇ ਵਿੱਚ ਪਾਤਾ। ਪਰ ਜਦੋਂ ਸ਼ਾਹਰੁਖ ਖਾਨ ਆਇਆ, ਆਪਾਂ ਨੂੰ 250 ਰੁਪਏ ਦਾ ਬੁੱਕੇ ਵੀ ਲੈ ਕੇ ਦਿੱਤਾ ਉਹਦੇ ਸਵਾਗਤ ਵਾਸਤੇ। ਹੁਣ ਆਪਾਂ 250 ਰੁਪਏ ਦੇ ਬ੍ਰਾਂਡ ਚ ਥੋੜਾ ਨਾ ਪਾਵਾਂਗੇ, ਤੁਸੀਂ 4 ਕਰੋੜ ਤੇ 250 ਰੁਪਏ ਦਿੱਤੇ।
ਉਹਦੀ ਰਕਮ ਤਾਂ 4 ਕਰੋੜ ਹੀ ਹੈ ਨਾ, ਸ਼ਾਇਦ ਤੁਹਾਨੂੰ ਕਿੰਨਾ ਪੈਸਾ ਮਿਲਿਆ 4 ਕਰੋੜ। ਪਰ ਮਿਸਕੇਲੀਅਸ ਐਕਸਪੈਂਸਸ ਕੀ ਹੋ ਗਏ? ਆਪਾਂ ਮੰਨ ਲਓ ਥੋੜਾ ਬਹੁਤ ਟੈਂਟ ਟੂਟ ਲਾਇਆ, ਆਪਾਂ ਚਾਹ ਪਾਣੀ ਦਾ ਖਰਚਾ ਕਰਤਾ, ਜਾਂ ਆਪਾਂ ਕਿਸੇ ਨੂੰ ਫੁੱਲ ਪੇਡ ਕਰਤੇ, ਕਈ ਵਾਰੀ ਕੋਈ ਕਦੀ ਹੋਟਲ 'ਚ ਆਪਾਂ ਨੂੰ ਉਹਨੂੰ ਠਹਿਰਾਉਣਾ ਪੈ ਗਿਆ, ਤਾਂ ਇਦਾਂ ਦੇ ਜਿਹੜੇ ਨਿੱਕੇ ਮੋਟੇ ਖਰਚੇ ਹੁੰਦੇ ਆ ਉਹਨਾਂ ਨੂੰ ਫਿਰ ਆਪਾਂ ਕਾਹਦੇ 'ਚ ਪਾ ਲੈਂਦੇ ਆ? ਮਿਸਕੇਲੀਅਸ ਐਕਸਪੈਂਸਸ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਸਮਝ ਆਈਆਂ? ਹਾਂਜੀ ਸਰ। ਚਲੋ ਹੁਣ ਮੈਨੂੰ ਕੀ ਕਰਕੇ ਦੱਸੋ, ਰॉ ਮਟੀਰੀਅਲ ਦਾ ਖਰਚਾ ਕਿਹੜਾ ਹੁੰਦਾ? ਕੱਚੇ ਮਾਲ ਦਾ ਖਰਚਾ ਜੀ। ਜਿੰਨਾ ਵੀ ਜਿਹੜਾ ਆਪਣਾ ਕੱਚਾ ਸਮਾਨ ਤੇ ਲਿਆਉਣ ਤੇ ਖਰਚਾ ਹੁੰਦਾ ਉਹਨੂੰ ਆਪਾਂ ਰॉ ਮਟੀਰੀਅਲ ਕਹਿੰਦੇ ਆ। ਪਾਵਰ ਐਂਡ ਫਿਊਲ ਕਾਸਟ ਕਿਹੜੀ ਹੁੰਦੀ ਹੈ? ਬਿਜਲੀ ਤੇ ਤੇਲ ਦੇ ਖਰਚੇ ਜੀ। ਹਾਂ, ਬਿਜਲੀ ਦੇ ਬਿੱਲ, ਤੇਲ ਦੇ ਖਰਚੇ। ਇੰਪਲਾਈ ਕਾਸਟ ਜਿਹੜਾ EMPLOYEES ਤੇ ਖਰਚਾ ਹੁੰਦਾ ਸੈਲਰੀ ਵਗੈਰਾ ਸਰ। 15 ਜਿਹੜਾ ਵੀ ਇੰਪਲਾਈ ਦੇ ਉੱਪਰ ਖਰਚਾ ਹੁੰਦਾ ਉਹਨੂੰ ਆਪਾਂ ਇੰਪਲਾਈ ਕਾਸਟ ਕਹਿੰਦੇ ਆ। ਸੈਲਿੰਗ ਤੇ ਐਡਮਿਨ ਐਕਸਪੈਂਸਸ ਇਦਾਂ ਹੀ ਨਾਲ ਜਿਹੜਾ ਜਿੱਦਾਂ ਐਡਵਰਟਾਈਜ਼ਮੈਂਟ ਤੇ ਖਰਚਾ ਹੁੰਦਾ ਸੈਲਰੀ ਦਾ। ਕੀ ਕਹਿ ਰਹੇ ਹੋ ਜੀ? ਪ੍ਰੋਡਕਟ ਨੂੰ ਸੇਲ ਕਰਨ ਵਾਸਤੇ ਜਿਹੜਾ ਖਰਚਾ ਹੁੰਦਾ ਉਹ ਸੈਲਿੰਗ ਐਂਡ ਐਡਮਿਨ ਐਕਸਪੈਂਸ ਹੁੰਦਾ। ਪ੍ਰੋਡਕਟ ਨੂੰ ਸੇਲ ਕਰਨ ਦੇ ਲਈ ਜਿਹੜਾ ਖਰਚਾ ਹੁੰਦਾ ਬ੍ਰਾਂਡ ਐਂਬੈਸਡਰ ਵਗੈਰਾ ਦਾ, ਉਹ ਆਪਾਂ ਪਾਉਂਦੇ ਆ ਸੈਲਿੰਗ ਐਂਡ ਐਡਮਿਨ ਦੇ ਵਿੱਚ। ਇਸ ਤੋਂ ਬਾਅਦ ਮਿਸਕੇਲੀਅਸ ਖਰਚੇ ਕਿਹੜੇ ਆ ਜਾਂਦੇ ਆਪਣੇ ਕੋਲੇ? ਛੋਟੇ ਮੋਟੇ ਖਰਚੇ। ਛੋਟੇ ਮੋਟੇ ਖਰਚੇ ਜਿਹੜੇ ਹੁੰਦੇ ਨੇ ਜੀ। ਛੋਟੇ ਮੋਟੇ ਖਰਚੇ। ਤੇ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਟੋਟਲ ਕਰ ਦਈਏ, ਠੀਕ ਹੈ, ਤਾਂ ਉਹ ਆਪਣੇ ਕੋਲੇ ਕੀ ਬਣ ਜਾਂਦਾ? ਉਹਦੇ ਹੀ ਯਾਰ ਆਵਾਜ਼ ਟੋਟਲ ਐਕਸਪੈਂਸਸ। ਉਹ ਆਪਣੇ ਕੋਲੇ ਬਣ ਗਿਆ ਟੋਟਲ ਐਕਸਪੈਂਸ। ਠੀਕ ਹੈ, ਆਪਾਂ ਟੋਟਲ ਐਕਸਪੈਂਸ ਕੀ ਪਾਇਆ? ਰॉ ਮਟੀਰੀਅਲ, ਪਾਵਰ ਐਂਡ ਫਿਊਲ, ਇੰਪਲਾਈ ਕਾਸਟ, ਸੈਲਿੰਗ ਐਂਡ ਐਡਮਿਨ ਤੇ ਮਿਸਕੇਲੀਅਸ। ਸਾਰਿਆਂ ਨੂੰ ਜੋੜ ਦਿਓ ਤਾਂ ਆਪਣੇ ਕੋਲੇ ਕਿਹੜੀ ਰਕਮ ਆ ਗਈ ਟੋਟਲ ਐਕਸਪੈਂਸਸ ਦੇ ਵਿੱਚ? 4700 ਤੇ 58 ਰੁਪਏ। ਕਿੰਨੀ ਗੱਲ ਸਮਝ ਆਈ? ਹਾਂਜੀ। ਆਪਾਂ ਉੱਪਰ ਕੀ ਦੇਖਿਆ ਸੀਗਾ? ਪਹਿਲਾਂ ਆਪਾਂ ਸੇਲਸ ਦੀ ਗੱਲ ਕੀਤੀ ਸੀ ਕਿ ਸੇਲ ਟਰਨਓਵਰ ਕਿੰਨੀ ਦੀ ਹੋਈ, ਠੀਕ ਹੈ, ਉਹਦੇ 'ਚ ਆਪਾਂ ਅਦਰ ਇਨਕਮ ਜੋੜਤੀ, ਉਹਦੇ 'ਚ ਆਪਾਂ ਸਟਾਕ ਐਡਜਸਟਮੈਂਟ ਜੋੜਤਾ, ਤੇ ਉਹ ਆਪਣੇ ਕੋਲੇ ਟੋਟਲ ਇਨਕਮ ਆ ਗਈ 6378 ਰੁਪਏ ਕਰੋੜ ਰੁਪਏ। ਤੇ ਹੁਣ ਆਪਾਂ ਸਾਰੇ ਖਰਚੇ ਜੋੜਤੇ, ਉਹ ਆਪਣੇ ਕੋਲੇ ਟੋਟਲ ਐਕਸਪੈਂਸਸ ਆ ਗਏ। ਠੀਕ ਹੈ, ਪਹਿਲਾਂ ਆਪਣੇ ਕੋਲੇ ਟੋਟਲ ਆਪਾਂ ਇਨਕਮ ਕੱਢੀ, ਫਿਰ ਆਪਾਂ ਟੋਟਲ ਐਕਸਪੈਂਸਸ ਕੱਢੇ ਆ ਗਏ। ਸਰ ਇੱਕ ਕੁਐਸਚਨ ਹੈਗਾ। ਹਾਂਜੀ। ਉਹ ਨਾ ਓਵਰਆਲ ਕੁਐਸਚਨ ਹੈ, ਮਤਲਬ ਮੇਰਾ ਸਵਾਲ ਇਹ ਹੈ, ਜਿਵੇਂ ਆਪਾਂ ਪਿੱਛੇ ਬੈਲੈਂਸ ਸ਼ੀਟ ਖਤਮ ਕੀਤੀ ਹੈ ਇਹਨਾਂ ਦੀ, ਉਹ ਬੈਲੈਂਸ ਸ਼ੀਟ ਵੱਧਦੀ ਪਈ ਹੈ, ਹਰ ਇੱਕ ਚੀਜ਼ 5 ਸਾਲਾਂ ਤੋਂ ਵੱਧ ਰਹੀ ਹੈ। ਹੁਣ ਆਪਾਂ P&L ਪੜ੍ਹਿਆ, ਉਹ ਵੀ 5 ਸਾਲਾਂ ਤੋਂ ਵੱਧ ਰਿਹਾ ਹੈ। ਜੇ ਘਟਦਾ ਹੋਏਗਾ ਤਾਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕੰਪਨੀ ਥੱਲੇ ਜਾ ਰਹੀ ਹੈ। ਜੇ ਮਿਕਸ ਅਪ ਹੋਵੇ, ਜਿਵੇਂ ਇੱਥੇ ਦੇਖੋ ਪਾਵਰ ਐਂਡ ਫਿਊਲ ਹੈ, ਇਹ ਓਵਰਆਲ ਦੀ ਗੱਲ ਕਰਦੇ ਹਾਂ ਬੈਲੈਂਸ ਸ਼ੀਟ ਤੇ P&L। ਜਿਵੇਂ ਇੱਥੇ ਹੈਗਾ 46 52 58, ਹੁਣ ਇਹ ਫਿਗਰ ਅਗਰ ਮੈਂ ਚੇਂਜ ਕਰਦਾ, ਪਹਿਲਾਂ ਅਜੇ 52 ਫਿਰ 46 ਫਿਰ 58 ਫਿਰ 50 ਫਿਰ, ਮਤਲਬ ਮਿਕਸ ਅਪ ਹੋਵੇ, ਉਹਦੇ ਚ ਆਪਾਂ ਫਿਰ ਕੀ ਦੇਖਦੇ ਆ? ਕੰਪਨੀ 'ਚ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਦੇਖੋ ਸਰ, ਆਪਾਂ ਕੀ ਕਰਦੇ ਹਾਂ, ਆਪਾਂ ਪਹਿਲੀ ਗੱਲ ਤਾਂ ਆਪਾਂ ਕੰਪਨੀ 3 ਪੈਰਾਮੀਟਰਸ ਤੇ ਚੂਜ਼ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ ਕੰਪਨੀ ਦਾ ਇਕੁਇਟੀ ਸ਼ੇਅਰ ਕੈਪੀਟਲ ਕਿੰਨਾ, ਉਹਦੇ ਉੱਪਰ ਡੈਟ ਕਿੰਨਾ, ਤੇ ਉਹਦੇ ਰਿਜ਼ਰਵਸ ਕਿੰਨੇ ਆ। ਠੀਕ ਹੈ। ਜੇ ਆਪਾਂ ਨੂੰ ਪਹਿਲੀਆਂ 3 ਚੀਜ਼ਾਂ ਪੋਜ਼ਿਟਿਵ ਨਜ਼ਰ ਆ ਰਹੀਆਂ ਨੇ, ਆਪਾਂ ਦੇਖਿਆ ਵੀ ਆਪਾਂ ਨੂੰ 3 ਚੀਜ਼ਾਂ ਦੇਖ ਕੇ ਗੁੱਡ ਕੰਪਨੀ ਨਜ਼ਰ ਆਈ, ਠੀਕ ਹੈ, ਫਿਰ ਆਪਾਂ ਉਹਦੀ ਡਿਟੇਲਸ ਚ ਅੰਦਰ ਐਂਟਰ ਕਰ ਜਾਂਦੇ ਹਾਂ। ਫਿਰ ਜਦੋਂ ਆਪਾਂ ਡਿਟੇਲ ਦੇ ਵਿੱਚ ਅੰਦਰ ਐਂਟਰ ਕੀਤੀ, ਹੁਣ ਆਪਾਂ ਉੱਥੇ ਜਾ ਕੇ ਕੀ ਕੀਤਾ, ਆਪਾਂ ਇੱਕ ਮਿੰਟ ਫਿਰ ਦੱਸਿਓ 3 ਵੈਲਿਊ ਕਿਹੜੇ ਤੁਸੀਂ ਗਿਣਾਈਆਂ ਭਲਾ? ਸਰ ਇਕੁਇਟੀ ਸ਼ੇਅਰ ਕੈਪੀਟਲ, ਹਾਂਜੀ, ਦੂਜਾ ਰਿਜ਼ਰਵਸ, ਹਾਂਜੀ ਬਿਲਕੁਲ, ਤੀਜਾ ਡੈਟ। ਠੀਕ ਹੈ ਭਾਜੀ, ਠੀਕ ਹੈ। ਹੁਣ ਆਪਾਂ ਦੇਖੋ, ਆਪਾਂ ਨਾ 3 ਚੀਜ਼ਾਂ ਦੇ ਕੰਕਲੂਜਨ ਕੱਢਿਆ ਕਿ ਕੰਪਨੀ ਗੁੱਡ ਹੈ, ਠੀਕ ਹੈ। ਜਦੋਂ ਆਪਾਂ ਦੇਖਿਆ ਕੰਪਨੀ ਗੁੱਡ ਹੈ, ਪਰ ਜਿਹੜੀ ਵੀ ਪਾਵਰ ਐਂਡ ਫਿਊਲ ਕਾਸਟ ਹੈ ਉਹ ਨਾ ਮਿਕਸ ਜੇ ਚੱਲ ਰਹੀ ਹੈ, ਕਿਸੇ ਸਾਲ ਘਟ ਗਈ, ਕਿਸੇ ਸਾਲ ਵੱਧ ਗਈ, ਕਿਸੇ ਸਾਲ ਫਿਰ ਘਟ ਗਈ, ਫਿਰ ਵੱਧ ਗਈ। ਤੇ ਯਾਨੀ ਕਿ ਉਹ ਕੀ ਚੱਲ ਰਿਹਾ? ਉਹ ਓਕੇ ਚੱਲ ਰਿਹਾ, ਆਪਾਂ ਨੂੰ ਬੈਡ ਨਹੀਂ ਕਹਿ ਸਕਦੇ। ਠੀਕ ਹੈ ਨਾ? ਮੈਂ ਉਹ ਆਪਾਂ ਇੱਕੋ ਮੈਂ ਪਹਿਲਾਂ ਕਹਿੰਦਾ ਆਪਾਂ ਇੱਕੋ ਸਿਨੈਰੀਓ ਨੂੰ ਲੈ ਕੇ ਵੀ ਚੱਲਣਾ ਹੈ। ਕਈ ਵਾਰੀ ਇਦਾਂ ਤੁਸੀਂ ਜੇ ਟਾਟਾ ਮੋਟਰਸ ਦੇਖੋਗੇ ਨਾ, ਤੁਸੀਂ ਟਾਟਾ ਮੋਟਰਸ ਦੇ ਜਿਹੜੇ ਫੰਡਾਮੈਂਟਲ ਬੈਲੈਂਸ ਸ਼ੀਟ ਪੜੋਗੇ, ਤੁਸੀਂ ਕਹੋਗੇ ਸਰ ਇਹ ਤਾਂ ਕੰਪਨੀ ਬੁਰੀ ਹੈ ਜੀ, ਇਹ ਤਾਂ ਹੈ ਨਹੀਂ ਚੰਗੀ, ਪਰ ਫਿਰ ਵੀ ਟਾਟਾ ਮੋਟਰਸ ਦਾ ਸ਼ੇਅਰ ਵਧ ਰਿਹਾ। ਕਿਉਂ? ਕਿਉਂਕਿ ਉਹਦੇ ਉੱਪਰ ਜਿਹੜੀ ਨਿਊਜ਼ ਨੇ ਇੰਨਾ ਇਫੈਕਟ ਕੀਤਾ ਹੈ ਨਾ। ਟਾਟਾ ਮੋਟਰਸ ਦੀ ਲੇਟੈਸਟ ਨਿਊਜ਼ ਵੈਲਿਊ ਕੀ ਚੱਲ ਰਹੀ ਹੈ ਵੀ ਟਾਟਾ ਮੋਟਰਸ ਕਿਉਂ ਉੱਪਰ ਜਾ ਰਿਹਾ? ਨਹੀਂ ਪਤਾ। ਈਵੀ ਸੈਗਮੈਂਟ ਕਰਕੇ ਟਾਟਾ ਕੀ ਕਰ ਰਿਹਾ? ਇਲੈਕਟ੍ਰੋਨਿਕ ਵਹੀਕਲ ਬਣਾ ਰਿਹਾ, ਸਸਤੇ ਇਲੈਕਟ੍ਰੋਨਿਕ ਵਹੀਕਲ ਬਣਾ ਰਿਹਾ। ਪਹਿਲਾਂ ਜਿਹੜੇ ਇਲੈਕਟ੍ਰੋਨਿਕ ਵਹੀਕਲ ਸੀਗੇ ਉਹ ਮਹਿੰਗੇ ਹਨ, ਜਿਵੇਂ ਮੰਨ ਲਓ ਆਡੀ ਨੇ ਇਲੈਕਟ੍ਰੋਨਿਕ ਵਹੀਕਲ ਆਰਡਰ ਲਾਂਚ ਕਰਤਾ, ਜੈਗੁਆਰ ਨੇ ਲਾਂਚ ਕਰਤਾ, ਉਹ ਮਹਿੰਗੇ ਆ। ਟਾਟਾ ਤੁਹਾਨੂੰ ਉਹੀ ਇਲੈਕਟ੍ਰਿਕ ਵਹੀਕਲ 10-12 ਲੱਖ ਰੁਪਏ ਦੇ ਦਿੰਦਾ, ਠੀਕ ਹੈ। ਤਾਂ ਉਹ ਹੌਲੀ ਹੌਲੀ ਉਹਦੀ ਬੈਲੈਂਸ ਸ਼ੀਟ ਵੀ ਵਧੀਆ ਹੋ ਜੂਗੀ। ਫਿਲਹਾਲ ਜੇ ਤੁਸੀਂ ਬੈਲੈਂਸ ਸ਼ੀਟ ਦੇਖੋਗੇ ਨਾ,
ਤੁਹਾਨੂੰ ਐਵਰੇਜ ਹੀ ਨਜ਼ਰ ਆਊਗੀ, ਪਰ ਜਦੋਂ ਤੁਸੀਂ ਇਹਦਾ ਸ਼ੇਅਰ ਦੇਖਦੇ ਹੋ ਉਹ ਹਰ ਵਾਰ ਵੱਧ ਰਿਹਾ, ਹਰ ਦਿਨ ਵੱਧ ਰਿਹਾ ਉਹ। ਤਾਂ ਕਈ ਵਾਰੀ ਇਦਾਂ ਨਹੀਂ ਹੁੰਦਾ ਕਿ ਫੰਡਾਮੈਂਟਲ ਥੋੜੇ ਬਹੁਤ ਵੀਕ ਹੁੰਦੇ ਆ, ਪਰ ਆਪਾਂ ਦੇਖਦੇ ਵੀ ਆਪਾਂ ਸਭ ਤੋਂ ਪਹਿਲਾਂ ਕੀ ਗੱਲ ਕੀਤੀ ਸੀ, ਸਭ ਤੋਂ ਵੱਧ ਕਿਸੇ ਸਟਾਕ ਦੇ ਉੱਪਰ ਅਸਰ ਕਿਸ ਚੀਜ਼ ਦਾ ਹੁੰਦਾ, ਨਿਊਜ਼ ਦਾ। ਉਹਦੇ ਚ ਨਿਊਜ਼ ਹੈ, ਸਭ ਨੂੰ ਪਤਾ ਕਿ ਕੱਲ ਨੂੰ ਆਉਣ ਵਾਲੀ ਇਹ ਕੰਪਨੀ ਇੱਕ ਪ੍ਰੋਫਿਟ ਮੇਕਿੰਗ ਕੰਪਨੀ ਹੈ, ਕਿਉਂਕਿ ਇਹਨੇ ਈਵੀ ਸੈਕਟਰ ਚ ਪੈਰ ਧਰਿਆ। ਹਜੇ ਤੱਕ ਮਾਰੂਤੀ ਦੀ ਕੋਈ ਵੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ, ਮਾਰੂਤੀ ਨੇ ਆਪਣੇ ਡੀਜ਼ਲ ਇੰਜਨ ਬੰਦ ਕਰਤੇ, ਦੇਖੀ ਤੁਸੀਂ ਗੱਲ ਹਨਾ। ਮਾਰੂਤੀ ਨੂੰ ਕੀ ਹੋਇਆ ਉਸ ਸਾਲ ਦੇ ਵਿੱਚ ਜਿਸ ਦਿਨ ਇਹਨਾਂ ਨੇ ਖਬਰ ਦਿੱਤੀ ਕਿ ਅਸੀਂ ਆਪਣੇ ਤੋਂ ਡੀਜ਼ਲ ਇੰਜਨ ਬੰਦ ਕਰਤੇ, ਸਾਡੀ ਗੱਡੀ 'ਚ ਡੀਜ਼ਲ ਇੰਜਨ ਨਹੀਂ ਆਊਗਾ, ਮਾਰੂਤੀ ਦਾ ਸ਼ੇਅਰ ਨੀਚੇ ਜਾਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਲੱਗਿਆ ਵੀ ਲੈ ਪਾਗਲ ਹੋ ਗਏ ਤਾਂ ਵੀ ਡੀਜ਼ਲ ਇੰਜਨ ਹੀ ਨਹੀਂ ਦੇ ਰਹੇ। ਫਿਰ ਹੌਲੀ ਹੌਲੀ ਮਾਰਕੀਟ ਉਸ ਚੀਜ਼ ਨੂੰ ਰੈਡ ਕਰ ਗਈ, ਬਹੁਤ ਥੱਲੇ ਗਈ, ਪਰ ਇਸ ਵਾਰ ਹੁਣ ਦੁਬਾਰਾ ਫਿਰ ਉੱਪਰ ਆਉਣ ਲੱਗ ਪਿਆ। ਲੋਕਾਂ ਨੂੰ ਲੱਗਾ ਠੀਕ ਹੈ ਯਾਰ ਕੋਈ ਗੱਲ ਨਹੀਂ, ਕੰਪਨੀ ਆਦੀਆਂ ਪੈਟਰੋਲ ਵਾਲੀਆਂ ਇੱਕ ਦਿਨ ਉਹਨਾਂ ਨੂੰ ਲੱਗਿਆ ਵੀ ਇਹਨਾਂ ਨੇ ਡੀਜ਼ਲ ਬੰਦ ਕਰਤਾ, ਕੰਪਨੀ ਘਾਟੇ 'ਚ ਜਾਊਗੀ। ਪਰ ਕੰਪਨੀ ਦੀਆਂ ਸਟ੍ਰੈਟਜੀਜ਼ ਅੱਛੀਆਂ ਸੀਗੀਆਂ, ਕੰਪਨੀ ਨੇ ਆਪਣੀਆਂ ਪੈਟਰੋਲ ਵਾਲੀਆਂ ਗੱਡੀਆਂ ਨੂੰ ਵੇਚ ਕੇ ਹੀ ਪ੍ਰੋਫਿਟ ਕਮਾਉਣਾ ਸ਼ੁਰੂ ਕਰਤਾ, ਤਾਂ ਲੋਕਾਂ ਨੂੰ ਲੱਗਿਆ ਠੀਕ ਹੈ ਕੋਈ ਗੱਲ ਨਹੀਂ, ਉਹ ਸ਼ੇਅਰ ਫਿਰ ਦੁਬਾਰਾ ਚੜ੍ਹਨ ਲੱਗ ਪਿਆ। ਹੁਣ ਜੇ ਮੰਨ ਲਓ ਕੱਲ ਨੂੰ ਮਾਰੂਤੀ ਵੀ ਡਿਕਲੇਅਰ ਕਰ ਦਿੰਦੀ ਕਿ ਨਿਊਜ਼ ਆ ਜਾਂਦੀ ਹੈ ਕਿ ਮਾਰੂਤੀ ਨੇ ਕਹਿਤਾ ਸੀ ਕਿ ਅਸੀਂ 2024 ਜਾਂ 25 ਦੇ ਵਿੱਚ ਆਦਾ ਇਲੈਕਟ੍ਰੋਨਿਕ ਵਹੀਕਲ ਲਾਂਚ ਕਰਾਂਗੇ, ਤਾਂ ਦੱਸੋ ਮੈਨੂੰ ਸ਼ੇਅਰ ਪ੍ਰਾਈਸ ਉੱਪਰ ਜਾਊਗਾ ਕਿ ਨਹੀਂ ਜਾਊਗਾ? ਜਾਊਗਾ। ਹੁਣ ਪਿੱਛੇ ਗੱਲ ਕਰਦੇ ਹਾਂ, ਜਿਸ ਦਿਨ ਕੰਪਨੀ ਨੇ ਇਹ ਕਿਹਾ ਸੀ ਮਾਰੂਤੀ ਨੇ ਕਿ ਅਸੀਂ ਆਪਣੇ ਡੀਜ਼ਲ ਇੰਜਨ ਬੰਦ ਕਰ ਰਹੇ ਹਾਂ ਪਰ ਅਸੀਂ ਆਪਣੇ ਇਲੈਕਟ੍ਰੋਨਿਕ ਵਹੀਕਲ ਲੈ ਕੇ ਆਵਾਂਗੇ, ਕੀ ਸ਼ੇਅਰ ਪ੍ਰਾਈਸ ਉਹਨਾਂ ਗਿਰਦਾ? ਨਹੀਂ ਨਹੀਂ, ਬਸ ਇਹ ਨਿਊਜ਼ ਦਾ ਅਸਰ ਹੁੰਦਾ ਹੈ। ਠੀਕ ਹੈ, ਠੀਕ ਹੈ, ਮਤਲਬ ਉਹ ਤਿੰਨ ਜਿਹੜੀਆਂ ਚੀਜ਼ਾਂ ਨੇ ਉਹ ਚੋਂ ਦੋ ਵੀ ਪੋਜ਼ਿਟਿਵ ਹੋਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈਗਾ। ਹਾਂ, ਆਪਾਂ ਕਹਿ ਸਕਦੇ ਹਾਂ ਕਿ ਕੰਪਨੀ ਐਵਰੇਜ ਹੈ, ਪਰ ਫਿਲਹਾਲ ਆਪਾਂ ਕੋਸ਼ਿਸ਼ ਕਰਨੀ ਹੈ ਕਿ ਪਹਿਲਾਂ ਆਪਾਂ ਸਟਾਰਟਿੰਗ ਗੁੱਡ ਤੋਂ ਕਰੀਏ, ਫਿਰ ਆਪਾਂ ਹੌਲੀ ਹੌਲੀ ਐਵਰੇਜ ਤੇ ਵੀ ਆਵਾਂਗੇ। ਠੀਕ ਹੈ, ਜਦੋਂ ਆਪਾਂ ਨੂੰ ਨਾ ਉਹ ਆਪਾਂ ਦੇਖਾਂਗੇ, ਆਪਾਂ ਪਹਿਲਾਂ ਤਿੰਨ ਚੀਜ਼ਾਂ ਗੁੱਡ ਲੱਗੀਆਂ, ਇਹ ਤੋਂ ਬਾਅਦ ਆਪਾਂ ਕੀ ਦੇਖਿਆ, ਆਪਾਂ ਦੇਖਿਆ ਵੀ ਸਰ ਤਿੰਨ ਚੀਜ਼ਾਂ ਤੋਂ ਗੁੱਡ ਸੀਗਾ ਜੀ, ਪਰ ਕੰਪਨੀ ਨਾਲ ਆਪਦੀ ਹਰ ਸਾਲ ਜਿਹੜੀ ਉਹਦੀ ਐਕਸਟਰਾ ਇਨਕਮ ਉਹ ਘਟਦੀ ਜਾ ਰਹੀ ਹੈ। ਠੀਕ ਹੈ, ਫਿਰ ਆਪਾਂ ਨੂੰ ਇੱਕ ਹੌਸਲਾ ਹੋਊਗਾ ਵੀ ਠੀਕ ਹੈ ਸਾਡੀ ਗੁੱਡ ਕੰਪਨੀ ਸੀ, ਅਸੀਂ ਇਹਦਾ ਸ਼ੇਅਰ ਵੀ ਖਰੀਦਿਆ ਸੀ ਤਾਂ ਸਾਨੂੰ ਸ਼ੇਅਰ ਤੋਂ ਪ੍ਰੋਫਿਟ ਵੀ ਹੋਇਆ, ਤਾਂ ਫਿਰ ਨੈਕਸਟ ਟਾਈਮ ਆਪਾਂ ਕੀ ਕਰਾਂਗੇ, ਆਪਾਂ ਦੇਖਾਂਗੇ ਵੀ ਚਲ ਕੋਈ ਗੱਲ ਨਹੀਂ, ਕਈ ਵਾਰੀ ਇਹਦਾ ਅਸਰ ਨਹੀਂ ਹੁੰਦਾ, ਪਰ ਆਪਾਂ ਡਰਾਂਗੇ ਨਹੀਂ, ਆਪਾਂ ਕਹਾਂਗੇ ਕਿ ਸਰ ਅਸੀਂ ਗੁੱਡ ਕੰਪਨੀ ਲਈ ਸੀ ਪਰ ਉਹਦੀ ਅਗਰ ਇਨਕਮ ਘਟ ਰਹੀ ਸੀਗੀ ਫਿਰ ਵੀ ਸ਼ੇਅਰ ਚੜਿਆ, ਉੱਥੋਂ ਆਪਾਂ ਨੂੰ ਇੱਕ ਕੌਨਫੀਡੈਂਸ ਬਣੂਗਾ ਨਾ। ਜਦੋਂ ਇਹ ਚੀਜ਼ਾਂ ਐਕਸਪੀਰੀਅੰਸ ਨਾਲ ਹੋ ਜਾਊਗਾ, ਹੌਲੀ ਹੌਲੀ ਪਤਾ ਲੱਗਦਾ। ਜਦੋਂ ਆਪਾਂ ਇਹ ਚੀਜ਼ਾਂ ਆਪ ਐਕਸਪੀਰੀਅੰਸ ਕਰਾਂਗੇ ਕਿ ਉਹਦਾ ਇਹ ਚੀਜ਼ ਮਾਈਨਸ ਵੀ ਸੀਗੀ ਫਿਰ ਵੀ ਸਾਨੂੰ ਪ੍ਰੋਫਿਟ ਹੋਇਆ, ਤਾਂ ਆਪਾਂ ਆਪਣਾ ਉਹ ਹੌਲੀ ਹੌਲੀ ਫਿਰ ਆਪਣਾ ਉਹਦਾ ਦਾ ਰੁਝਾਨ ਬਣਦਾ ਜਾਊਗਾ, ਫਿਰ ਆਪਾਂ ਨੂੰ ਅੱਗੇ ਚੱਲੀ ਜਾਵਾਂਗੇ। ਠੀਕ ਹੈ, ਠੀਕ ਹੈ, ਠੀਕ ਹੈ ਭਾਜੀ। ਓਕੇ, ਹੁਣ ਆਪਾਂ ਗੱਲ ਕਰਦੇ, ਦੇਖੋ ਆਪਾਂ ਕੀ ਕੀਤਾ, ਇਨਕਮ ਦੀ ਗੱਲ ਕਰਤੀ, ਆਪਾਂ ਐਕਸਪੈਂਡੀਚਰ ਦੀ ਗੱਲ ਕੀਤੀ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਫਿਟ ਕਿੰਨਾ ਹੋਇਆ। ਠੀਕ ਹੈ, ਸੇਲਸ ਤਾਂ ਆਪਾਂ ਦੇਖ ਲਈ, ਕੰਪਨੀ ਨੂੰ ਸੇਲਸ ਇੰਨੀ ਹੋਗੀ ਜੀ, ਇੰਨਾ ਦਾ ਖਰਚਾ ਹੋ ਗਿਆ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਕੰਪਨੀ ਨੂੰ ਅਸਲ ਦੇ ਵਿੱਚ ਪ੍ਰੋਫਿਟ ਕਿੰਨਾ ਹੋਇਆ। ਓਕੇ, ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, ਆਪਰੇਟਿੰਗ ਪ੍ਰੋਫਿਟ। ਆਪਰੇਟਿੰਗ ਪ੍ਰੋਫਿਟ ਦਾ ਮਤਲਬ ਕੀ ਹੁੰਦਾ? ਆਪਰੇਟਿੰਗ ਪ੍ਰੋਫਿਟ ਦਾ ਮਤਲਬ ਹੁੰਦਾ ਕਿ ਕੰਪਨੀ ਨੂੰ ਆਪਦੇ ਕੋਰ ਬਿਜ਼ਨਸ ਤੋਂ, ਕੋਰ ਬਿਜ਼ਨਸ ਦਾ ਮਤਲਬ ਕਿ ਉਹਨੂੰ ਫੈਵੀਕੋਲ ਵੇਚ ਕੇ ਕਿੰਨਾ ਪੈਸਾ ਪ੍ਰੋਫਿਟ ਹੋਇਆ, ਇਹ ਨਹੀਂ ਕਿ ਟਰਨਓਵਰ ਕਿੰਨੀ ਸੀ। ਪਹਿਲਾਂ ਆਪਾਂ ਕੀ ਪੜਿਆ ਸੀ, ਸੇਲਸ ਟਰਨਓਵਰ, ਕਿ ਕੰਪਨੀ ਨੇ ਕੀ ਕੀਤਾ ਜੀ 6200 ਕਰੋੜ ਦਾ ਫੈਵੀਕੋਲ ਵੇਚਦਾ। ਠੀਕ ਹੈ, ਪਰ ਆਪਾਂ ਜਦੋਂ ਗੱਲ ਕੀਤੀ ਉਹਦੇ ਚੋਂ ਪ੍ਰੋਫਿਟ ਕਿੰਨਾ ਹੋਇਆ, 1547 ਕਰੋੜ। ਇਹ ਗੱਲ ਸਮਝ ਆਈ? ਹਾਂਜੀ, ਠੀਕ ਹੈ, ਆਪਰੇਟਿੰਗ ਪ੍ਰੋਫਿਟ ਦਾ ਮਤਲਬ ਹੈ ਕੰਪਨੀ ਨੂੰ ਆਪਦੇ ਕੋਰ ਬਿਜ਼ਨਸ ਤੋਂ ਜਿਹੜਾ ਵੀ ਪ੍ਰੋਡਕਟ ਬਣਾ ਰਹੀ ਹੈ ਉਹਨਾਂ ਪ੍ਰੋਡਕਟਸ ਨੂੰ ਵੇਚ ਕੇ, ਜਿਵੇਂ ਫੈਵੀਕੋਲ, ਇੱਕ ਤਾਂ ਫੈਵੀਕੋਲ ਬਣਦਾ, ਇੱਕ ਉਹ ਫੈਵੀਕਵਿਕ ਜਿਹੜੀ 5 ਰੁਪਏ ਵਾਲੀ ਹੁੰਦੀ ਹੈ ਉਹ ਬਣਦੀ ਹੈ, ਇੱਕ ਇਹ ਸ਼ੂ ਸੋਲ ਵਾਸਤੇ ਵੀ ਫੈਵੀਕਵਿਕ ਜੀ ਬਣਾਉਂਦੇ ਆ, ਤਿੰਨ ਚਾਰ ਪ੍ਰੋਡਕਟ ਹੈਗੇ ਕੰਪਨੀ ਦੇ, ਉਹਨਾਂ ਚੀਜ਼ਾਂ ਨੂੰ ਵੇਚ ਕੇ ਕਿੰਨਾ ਪ੍ਰੋਫਿਟ ਹੋਇਆ। ਫਿਰ ਆ ਗਿਆ PBDIT। ਹੁਣ ਇਹ PBDIT ਕੀ ਹੈ? ਇਹਦਾ ਮਤਲਬ ਹੈ ਪ੍ਰੋਫਿਟ ਬਿਫੋਰ ਡੈਪਰੀਸ਼ੀਏਸ਼ਨ, ਇੰਟਰਸਟ ਤੇ ਟੈਕਸ। ਸੌਰੀ, ਹਾਂ, PBDIT ਪ੍ਰੋਫਿਟ ਬਿਫੋਰ ਡੈਪਰੀਸ਼ੀਏਸ਼ਨ, ਇੰਟਰਸਟ ਤੇ ਟੈਕਸ। ਡੈਪਰੀਸ਼ੀਏਸ਼ਨ ਕੀ ਹੁੰਦੀ ਆ? ਜਿਹੜੀ ਐਸੈਟ ਤੇ ਆਪਾਂ ਵੈਲਿਊ ਘਟਦੀ ਹੈ, ਕੱਲ ਪੜਿਆ ਸੀ ਆਪਾਂ, ਕੱਲ ਇੱਕ ਪੜਿਆ ਸੀਗਾ, ਆਪਾਂ ਕੱਲ ਪੜ੍ਹੀ ਸੀ ਲੈਸ ਐਕੂਮੂਲੇਸ਼ਨ ਡੈਪਰੀਸ਼ੀਏਸ਼ਨ। ਉਹਦਾ ਮਤਲਬ ਕੀ ਸੀ ਕਿ ਜੇ ਆਪਾਂ ਲੱਖ ਰੁਪਏ ਦੀ ਕੋਈ ਚੀਜ਼ ਲਈ ਹੈ, ਠੀਕ ਹੈ, ਉਹਦੀ ਵੈਲਿਊ ਘਟ ਕੇ 10000 ਘਟ ਗਈ, 90000 ਰਹਿ ਗਈ, ਤਾਂ ਉਹਦੇ ਚੋਂ 90000 ਵਾਲੀ ਫਿਗਰ ਆਪਾਂ ਭਰਦੇ ਹਾਂ ਕਿ ਅੱਜ ਗੱਡੀ ਦੀ ਕੀਮਤ 90000 ਹੈ। ਇਹਦੇ ਚ ਆਪਾਂ ਇਹਦੇ ਚ ਕੀ ਭਰਨੀ ਹੈ ਡੈਪਰੀਸ਼ੀਏਸ਼ਨ, ਕਿ ਜਿਹੜਾ 10000 ਘਟਿਆ, ਜਦੋਂ ਆਪਾਂ ਦੀ ਡੈਪਰੀਸ਼ੀਏਸ਼ਨ ਦੀ ਵੈਲਿਊ ਦੇਖਾਂਗੇ ਜਿੰਨਾ ਪੈਸਾ ਘਟਦਾ ਉਹ ਭਰਦੇ ਹਾਂ। ਚਲੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪ੍ਰੋਫਿਟ ਹੋਇਆ
ਬਿਨਾ ਕੋਈ ਡੈਪਰੀਸ਼ੀਏਸ਼ਨ ਦੇ, ਬਿਨਾ ਕੋਈ ਇੰਟਰਸਟ ਦੇ, ਬਿਨਾ ਕੋਈ ਟੈਕਸ ਦਿੱਤੇ ਆ ਟੋਟਲ ਪ੍ਰੋਫਿਟ ਕਿੰਨਾ ਸੀ ਕੰਪਨੀ ਦਾ 1600 ਤੇ 20 ਕਰੋੜ ਰੁਪਇਆ। ਫਿਰ ਉਹਨਾਂ ਨੇ ਜੋ ਇੰਟਰਸਟ ਪੇ ਕਰਤਾ ਕੰਪਨੀ ਦਾ 16 ਕਰੋੜ 16.99 ਕਰੋੜ ਲਗਭਗ 17 ਕਰੋੜ ਰੁਪਇਆ ਕੰਪਨੀ ਨੇ ਕੀ ਕੀਤਾ ਇੰਟਰਸਟ ਪੇ ਕਰਤਾ। ਠੀਕ ਹੈ, ਜਦੋਂ ਆਪਾਂ ਦੇਖਿਆ ਵੀ ਕੰਪਨੀ ਨੇ ਇੰਨਾ ਇੰਟਰਸਟ ਪੇ ਕਰਤਾ ਤਾਂ ਫਿਰ ਕੀ ਰਹਿ ਗਿਆ PBDT ਪ੍ਰੋਫਿਟ ਬਿਫੋਰ ਡੈਪਰੀਸ਼ੀਏਸ਼ਨ ਤੇ ਟੈਕਸ। ਹੁਣ ਇਹ ਬਸ ਇੰਟਰਸਟ ਕੱਟਦਾ ਆਪਾਂ 1620 ਮਾਈਨਸ 16.99 ਕਰਤਾ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ 1603। ਫਿਰ ਆਪਾਂ ਦੇਖਿਆ ਡੈਪਰੀਸ਼ੀਏਸ਼ਨ। ਠੀਕ ਹੈ, ਹੁਣ ਆਪਾਂ ਕੰਪਨੀ ਕਹਿੰਦੀ ਵੀ 1603 ਕਰੋੜ ਰੁਪਏ ਸਾਡੇ ਕੋਲ ਸੀਗਾ, ਉਹਦੇ ਚੋਂ ਡੈਪਰੀਸ਼ੀਏਸ਼ਨ ਵੀ ਮਾਈਨਸ ਹੋ ਗਈ 147 ਕਰੋੜ, ਤਾਂ ਫਿਰ ਕੀ ਰਹਿ ਗਿਆ ਪ੍ਰੋਫਿਟ ਬਿਫੋਰ ਟੈਕਸ। ਹਜੇ ਟੈਕਸ ਪੇ ਕਰਨਾ, ਟੈਕਸ ਪੇ ਕਰਨ ਤੋਂ ਪਹਿਲਾਂ ਦਾ ਪ੍ਰੋਫਿਟ ਕਿੰਨਾ 1455। ਹੁਣ ਕੀ ਕੀਤਾ ਆ ਰੈਂਟ ਤੇ PBT ਇਹ ਸੇਮ ਹੀ ਹੈ। ਫਿਰ ਅਗਰ ਟੈਕਸ ਹੁਣ ਕੰਪਨੀ ਨੇ 375 ਕਰੋੜ ਰੁਪਏ ਟੈਕਸ ਵੀ ਪੇ ਕਰਤਾ। ਠੀਕ, ਤਾਂ ਆਪਾਂ ਦੇਖਿਆ ਵੀ ਰਿਪੋਰਟਡ ਨੈਟ ਪ੍ਰੋਫਿਟ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪ੍ਰੋਫਿਟ ਐਂਡ ਲਾਸ ਦੇ ਵਿੱਚ। ਰਿਪੋਰਟਡ ਨੈਟ ਪ੍ਰੋਫਿਟ ਦਾ ਮਤਲਬ ਹੈ ਕੰਪਨੀ ਦੀ ਜੇਬ 'ਚ ਕਿੰਨਾ ਪੈਸਾ ਆਇਆ, ਸਾਰਾ ਕੁਝ ਕੱਟ ਕਟਾ ਕੇ, ਸਾਰੇ ਖਰਚੇ ਕੱਟ ਕੇ, ਸੈਲਿੰਗ ਐਕਸਪੈਂਸਿਸ ਕੱਢਤੇ ਆਪਾਂ, ਬ੍ਰਾਂਡ ਇਨਵੈਸਟਮੈਂਟ ਵਾਲੇ ਕੱਢਤੇ ਹਨਾ, ਆਪਾਂ ਮਿਸਕੇਲੀਅਸ ਖਰਚੇ ਕੱਢਤੇ, ਟਰਨਓਵਰ ਦੇਖ ਲਈ। ਐਟ ਦਾ ਐਂਡ ਆਪਾਂ ਜਦੋਂ ਗੱਲ ਕਰਦੇ ਵੀ ਸਾਨੂੰ ਸਿੱਧਾ ਸਿੱਧਾ ਦੱਸੋ ਵੀ ਕੰਪਨੀ ਨੂੰ ਪ੍ਰੋਫਿਟ ਕਿੰਨਾ ਹੋਇਆ, ਉਹ ਹੈ 1081 ਕਰੋੜ ਰੁਪਏ ਕੰਪਨੀ ਨੂੰ ਪ੍ਰੋਫਿਟ ਹੋਇਆ। ਜਦੋਂ ਵੀ ਆਪਾਂ ਪ੍ਰੋਫਿਟ ਐਂਡ ਲਾਸ ਦੇਖਦੇ ਹਾਂ ਆਪਾਂ, ਠੀਕ ਹੈ ਆਪਾਂ ਸਾਰੀ ਸਟੇਟਮੈਂਟ ਪੜਾਂਗੇ, ਪਰ ਸਭ ਤੋਂ ਇੰਪੋਰਟੈਂਟ ਚੀਜ਼ ਪੜਨ ਵਾਲੀ ਇਹਦੇ ਚ ਕਿਹੜੀ ਹੈ ਰਿਪੋਰਟਡ ਨੈਟ ਪ੍ਰੋਫਿਟ। ਤੇ ਇਹ ਜੋ ਮਰਜ਼ੀ ਹੋਵੇ ਹਰ ਸਾਲ ਵਧਣਾ ਹੀ ਚਾਹੀਦਾ। ਬਾਕੀ ਚੀਜ਼ਾਂ ਜਦੋਂ ਆਪਾਂ ਦੇਖਿਆ ਵੀ ਇੰਪਲਾਈ ਕਾਸਟ ਹੋ ਸਕਦਾ ਘਟ ਗਈ, ਹੋ ਸਕਦਾ ਵੱਧ ਜੇ। ਆਪਾਂ ਦੇਖਿਆ ਕਿ ਫਿਊਲ ਐਂਡ ਕਾਸਟ ਹੈ, ਹੋ ਸਕਦਾ ਜੀ ਘਟ ਜੇ, ਹੋ ਸਕਦਾ ਵੱਧ ਜੇ। ਰॉ ਮਟੀਰੀਅਲ ਦੇ ਖਰਚਾ ਹੋ ਸਕਦਾ ਜੀ ਵੱਧ ਜੇ, ਹੋ ਸਕਦਾ ਜੀ ਘਟ ਜੇ। ਪਰ ਐਟ ਦਾ ਐਂਡ ਸਾਰਾ ਕੁਝ ਵਧਾ ਘਟਾ ਕੇ ਰਿਪੋਰਟਡ ਨੈਟ ਪ੍ਰੋਫਿਟ ਕੀ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਜੀ ਘਟ ਜੇ ਤਾਂ ਵੀ ਕੋਈ ਗੱਲ ਨਹੀਂ। ਦੱਸੋ ਠੀਕ ਹੈ, ਤਾਂ ਰਿਪੋਰਟਡ ਨੈਟ ਪ੍ਰੋਫਿਟ ਕਿਹੋ ਜਿਹੀ ਚੀਜ਼ ਹੈ ਜਿਵੇਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰ ਕੋਈ ਗੱਲ ਨਹੀਂ ਜੀ ਘਟ ਜਾ, ਹੋ ਸਕਦਾ ਐ ਹੋਗਾ ਵੀ ਘਟ ਗਿਆ, ਨਹੀਂ, ਇਹ ਹਰ ਸਾਲ ਵਧਣਾ ਹੀ ਚਾਹੀਦਾ ਹੈ। ਕਲੀਅਰ? ਨਹੀਂ ਉਹੀ ਇਹ ਭਾਜੀ ਉਹੀ ਪ੍ਰੋਫਿਟ ਹੈ ਨਾ, ਇਹ ਵਧੇਗਾ ਤਾਂ ਸ਼ੇਅਰ ਹੋਲਡਰ ਦਾ ਵੀ ਵੈਲਥ ਵਧੇਗੀ। ਬਿਲਕੁਲ ਬਿਲਕੁਲ ਠੀਕ ਹੈ। ਇੱਕ ਗੱਲ ਹੋਰ ਦੱਸੋ, ਜਿਹੜੀ PBDIT ਅਮਾਉਂਟ ਸੀ ਉਹ ਕਿਵੇਂ ਆਈ ਹੈ, ਉਹ ਅਲੱਗ ਕਿਵੇਂ ਹੋਗੀ? ਸਰ ਸੋਰੀ ਇੱਕ ਮੇਰਾ ਨਾ ਕਨੈਕਸ਼ਨ ਹੋ ਗਿਆ ਸੀ ਦੋਸਤ ਅਗਰ ਹੈਗਾ ਟਾਈਮ PBDIT ਵਗੈਰਾ ਮੇਰੇ ਇੱਕ ਮਿੰਟ ਕੀ ਕਹਿ ਰਹੇ ਹੋ? PBDIT ਅਮਾਉਂਟ ਹੈ ਕੀ ਹੈ, ਉਹ ਅਮਾਉਂਟ ਕਿਵੇਂ ਆਈ? ਉਹ ਮੈਂ ਦੱਸ ਦਿੰਦਾ ਹਾਂ। ਦੂਸਰਾ ਕੁਐਸਚਨ ਕੀ ਸੀਗਾ ਜੀ? ਸਰ ਮੇਰਾ ਹੀ ਸੀਗਾ ਜੀ ਐਕਚੁਅਲੀ ਨਾ ਮੇਰਾ ਕਨੈਕਸ਼ਨ ਲੋਸ ਹੋ ਗਿਆ ਸੀਗਾ ਤੇ ਆ PBDIT ਵਗੈਰਾ ਮੈਂ ਨਾ ਕਲੀਅਰ ਨਹੀਂ ਕਰ ਪਾਇਆ ਜੀ ਕੀ ਕੰਸੈਪਟ ਹੈ। ਓਕੇ ਓਕੇ ਹਾਂਜੀ ਥੈਂਕ ਯੂ। ਠੀਕ ਹੈ ਚਲੋ ਓਕੇ, ਆਪਾਂ ਗੱਲ ਕੀਤੀ ਦੇਖੋ ਸਰ ਆਪਰੇਟਿੰਗ ਪ੍ਰੋਫਿਟ ਕੀ ਚੀਜ਼ ਸੀਗਾ। ਆਪਰੇਟਿੰਗ ਪ੍ਰੋਫਿਟ ਕੀ ਹੈ ਕਿ ਕੰਪਨੀ ਨੂੰ ਸਿਰਫ ਫੈਵੀਕੋਲ ਵੇਚ ਕੇ ਕਿੰਨਾ ਪ੍ਰੋਫਿਟ ਆਇਆ। ਆਪਰੇਟਿੰਗ ਪ੍ਰੋਫਿਟ ਚ ਆਪਾਂ ਕੀ ਪਾਇਆ ਕਿ ਜਿਹੜਾ ਕੰਪਨੀ ਦਾ ਕੋਰ ਬਿਜ਼ਨਸ ਹੈ, ਠੀਕ ਹੈ, ਉਹਦੇ ਤੋਂ ਉਹਨੂੰ ਕਿੰਨਾ ਪ੍ਰੋਫਿਟ ਉਹਨੇ ਕਮਾਇਆ। ਤੇ ਜਦੋਂ ਆਪਾਂ ਗੱਲ ਕੀਤੀ ਕਿ ਪ੍ਰੋਫਿਟ ਆਪਰੇਟਿੰਗ ਪ੍ਰੋਫਿਟ ਮਤਲਬ ਇੱਕ ਪ੍ਰੋਡਕਟ ਵੇਚ ਕੇ, ਜਿੱਦਾਂ ਸਰ ਹਿੰਦੁਸਤਾਨ ਯੂਨੀਲੀਵਰ ਹੈਗੀ ਹੈ ਇੱਕ ਪ੍ਰੋਡਕਟ ਕਿੰਨੇ ਸਰ? ਨਹੀਂ ਦੇਖੋ ਮੈਂ ਗੱਲ ਕਰਦਾ, ਇਹਦਾ ਮਤਲਬ ਸੀ ਦੇਖੋ ਕੋਈ ਵੀ ਜਿਵੇਂ ਹੁਣ ਫੈਵੀਕੋਲ ਕੰਪਨੀ ਹੈ, ਉਹਦਾ ਇੱਕ ਪ੍ਰੋਡਕਟ ਨਹੀਂ, ਫੈਵੀਕੋਲ ਉਹ ਬਹੁਤ ਸਾਰੇ ਪ੍ਰੋਡਕਟ ਬਣਾਉਂਦੀ ਹੈ। ਉਹ ਫੈਵੀਕੋਲ ਦੇ ਡੱਬੇ ਵੀ ਬਣਾਉਂਦੀ ਹੈ, ਠੀਕ ਹੈ, ਉਹ ਮੰਨ ਲਓ ਜਿਵੇਂ ਆਪਾਂ ਗੱਲ ਕੀਤੀ ਕਿ ਫੈਵੀਕਵਿਕ ਵੀ ਬਣਾਉਂਦੀ ਹੈ, ਠੀਕ ਹੈ, ਕੋਈ ਹੋਰ ਥੋੜੀ ਬਹੁਤ ਗਮ ਵਗੈਰਾ ਵੀ ਬਣਾਉਂਦੀ ਹੈ। ਜਿਹੜਾ ਕੰਪਨੀ ਦਾ ਮੇਨ ਬਿਜ਼ਨਸ ਹੈ, ਜਿਵੇਂ ਮੰਨ ਲਓ ਆਪਾਂ ਇੱਕ ਬੇਸਿਕ ਐਗਜ਼ਾਮਪਲ ਸਮਝਦੇ ਹਾਂ, ਹੁਣ ਉਹ ਕੰਪਨੀ ਹੈ ਮੈਰੀਕੋ ਬਿਸਕੁਟ ਬਣਾਉਂਦੀ ਹੈ, ਕਿ ਉਹ ਸਿਰਫ ਇੱਕੋ ਤਰ੍ਹਾਂ ਦੇ ਬਿਸਕੁਟ ਬਣਾਉਂਦੀ ਹੈ? ਨਹੀਂ ਸਰ, ਉਹ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟ ਬਣਾਉਂਦੇ ਨਾ। ਮੰਨ ਲਓ ਉਹਨੇ ਓਰੀਓ ਵੀ ਬਣਾ ਲਿਆ, ਠੀਕ ਹੈ, ਉਹਨੇ ਕੋਈ ਚਾਕਲੇਟ ਬਿਸਕੁਟ ਬਣਾਤਾ, ਉਹਨੇ ਕਰੀਮ ਵਾਲੇ ਬਿਸਕੁਟਸ ਬਣਾਤੇ। ਉਹਦਾ ਮੇਨ ਕੰਮ ਹੈ ਬਿਸਕੁਟ ਬਣਾਉਣਾ। ਹੁਣ ਬਿਸਕੁਟਸ ਦੇ ਵਿੱਚ ਵੈਰਾਈਟੀ ਬਹੁਤ ਸਾਰੀ ਹੈ, ਉਹਦਾ ਮੇਨ ਕੰਮ ਹੈ ਬਿਸਕੁਟਸ ਬਣਾਉਣਾ। ਤਾਂ ਜਿੰਨੇ ਵੀ ਤਰ੍ਹਾਂ ਦੇ ਬਿਸਕੁਟਸ ਬਣਾਉਂਦੀ ਹੈ ਸਾਰਿਆਂ ਨੂੰ ਵੇਚ ਕੇ, ਠੀਕ ਹੈ, ਇਹ ਤੋਂ ਬਾਅਦ ਜਿਹੜਾ ਆਪਰੇਟਿੰਗ ਪ੍ਰੋਫਿਟ ਹੈ ਕਿ ਕੰਪਨੀ ਬਿਸਕੁਟ ਬਣਾਉਣ ਵਾਲੀ ਕੰਪਨੀ ਹੈ, ਤਾਂ ਅਲੱਗ-ਅਲੱਗ ਤਰ੍ਹਾਂ ਦੇ ਬਿਸਕੁਟਸ ਵੇਚ ਕੇ ਉਹਨਾਂ ਨੂੰ ਕਿੰਨਾ ਪ੍ਰੋਫਿਟ ਆਇਆ, ਉਹ ਹੈ ਆਪਰੇਟਿੰਗ ਪ੍ਰੋਫਿਟ। ਪਰ ਜਦੋਂ ਆਪਾਂ ਗੱਲ ਕੀਤੀ ਕਿ ਪ੍ਰੋਫਿਟ ਬਿਫੋਰ ਡੈਪਰੀਸ਼ੀਏਸ਼ਨ ਇੰਟਰਸਟ ਐਂਡ ਟੈਕਸ, ਇਹ ਵੱਧ ਕਿਉਂ ਹੋ ਗਈ, ਠੀਕ ਹੈ, ਇਹ 1620 ਕਿੱਦਾਂ ਹੋ ਗਈ? ਆਪਰੇਟਿੰਗ ਪ੍ਰੋਫਿਟ ਤਾਂ 1547 ਸੀ। ਤਾਂ ਇਹਦੇ ਵਿੱਚ ਆਪਾਂ ਹੁਣ ਜਿਹੜੀ ਅਦਰ ਇਨਕਮ ਸੀ, ਠੀਕ ਹੈ, ਉਹ ਵੀ ਐਡ ਕਰ ਲਈ ਕਿ ਕੋਈ ਕੰਪਨੀਆਂ ਬਿਸਕੁਟਸ ਬਣਾ ਰਹੀ ਸੀ, ਉਹਨੂੰ 1547 ਕਰੋੜ ਰੁਪਏ ਦਾ ਬਿਸਕੁਟ ਵੇਚ ਕੇ ਆ ਗਿਆ।
ਪਰ ਕੀ ਕੀਤਾ ਕੰਪਨੀ ਨੇ ਪਿਛਲੇ ਸਾਲ ਨਾ ਇੱਕ ਰੀਅਲ estate 'ਚ ਇੱਕ ਜ਼ਮੀਨ ਖਰੀਦੀ ਸੀ, ਇਸ ਵਾਰੀ ਉਹਨੂੰ ਉਹਦੇ 'ਚੋਂ 100 ਕਰੋੜ ਰੁਪਇਆ ਉਹਦੇ 'ਚੋਂ ਵੀ ਪ੍ਰੋਫਿਟ ਆ ਗਿਆ। ਤਾਂ ਹੁਣ ਟੈਕਸ ਤਾਂ ਉਹਨੂੰ ਦੋਵਾਂ ਇਨਕਮ ਤੇ ਦੇਣਾ ਪੈਣਾ ਨਾ, ਚਾਹੇ ਉਹਨੇ ਬਿਸਕਿਟ ਵੇਚ ਕੇ ਪ੍ਰੋਫਿਟ ਕਮਾਇਆ, ਚਾਹੇ ਉਹਨੇ ਰੀਅਲ estate 'ਚੋਂ ਪੈਸੇ ਕਮਾਏ, ਟੈਕਸ ਤਾਂ ਆਪਾਂ ਨੂੰ ਹਰ ਤਰ੍ਹਾਂ ਦੀ ਇਨਕਮ ਦੇ ਉੱਪਰ ਦੇਣਾ ਪੈਂਦਾ। ਇਸ ਕਰਕੇ ਜਿਹੜਾ ਆਪਣਾ PBDIT ਹੈ ਉਹ ਆਪਰੇਟਿੰਗ ਪ੍ਰੋਫਿਟ ਦੇ ਨਾਲੋਂ ਜ਼ਿਆਦਾ ਹੋ ਗਿਆ। ਜੇ ਬਾਈ ਚਾਂਸ ਮੰਨ ਲਓ ਕੰਪਨੀ ਦਾ ਅਦਰ ਸੋਰਸਸ ਤੋਂ ਇਨਕਮ ਨਾ ਹੋਈ ਹੁੰਦੀ ਤਾਂ ਆਪਣਾ ਆਪਰੇਟਿੰਗ ਪ੍ਰੋਫਿਟ ਤੇ ਜਿਹੜਾ ਪ੍ਰੋਫਿਟ ਬਿਫੋਰ ਡੈਪਰੀਸ਼ੀਏਸ਼ਨ ਇੰਟਰਸਟ ਟੈਕਸ ਹੈ PBDIT ਇਹ ਸੇਮ ਰਹਿਣਾ ਸੀ, ਕਿਉਂਕਿ ਉਹਨੂੰ ਹੋਰ ਪਾਸੋਂ ਕੋਈ ਇਨਕਮ ਹੀ ਨਹੀਂ ਹੈ, ਸਿਰਫ ਉਹਨੇ ਆਪਣਾ ਕੰਪਨੀ ਨੇ ਆਪਣਾ ਮੇਨ ਜਿਹੜਾ ਫੋਕਸ ਹੈ ਉਹ ਆਪਦੇ ਮੇਨ ਬਿਜ਼ਨਸ ਤੇ ਰੱਖਿਆ ਹੋਇਆ। ਠੀਕ ਹੈ ਜੀ, ਠੀਕ ਹੈ ਸਰ, ਠੀਕ ਹੈ, ਹੋ ਗਈ ਸਮਝ। ਹਾਂਜੀ, ਇੱਕ ਤੋਂ ਬਾਅਦ ਫਿਰ ਆਪਾਂ पढ़िया कि PBDIT जो अपन इंटरेस्ट माइनस करता तो PBDT रह गया, फिर अपन PBDT जो डेप्रिसिएशन वैल्यू भी माइनस करते हैं तो PBT रह गया, प्रॉफिट बिफोर टैक्स, फिर अपन टैक्स भी माइनस करता तो अल्टीमेटली अपने को आ गया रिपोर्टेड नेट प्रॉफिट, वो पैसा जेड़ा कंपनी दी जेब च पै गया, उन्हें टैक्स भी पे करता, उन्हें इंटरेस्ट भी पे करता, उन्हें डेप्रिसिएशन वैल्यू भी कटती तो अखीरी इतना पैसा कंपनी दी जेब च आ गया। ठीक है, ਹੁਣ ਆਪਾਂ ਗੱਲ ਕਰਦੇ ਹਾਂ ਟੋਟਲ। ਹਾਂਜੀ, ਡੈਪਰੀਸੀਏਸ਼ਨ ਵਾਲਾ ਕਨਸੈਪਟ ਸਮਝ ਨਹੀਂ ਆ ਰਹੀ ਕੁਝ। ਦੇਖੋ ਸਰ, ਡੈਪਰੀਸੀਏਸ਼ਨ ਕੀ ਚੀਜ਼ ਹੁੰਦੀ ਹੈ? ਕੀ ਦੱਸ ਸਕਦਾ ਵੀ ਡੈਪਰੀਸੀਏਸ਼ਨ ਕੀ ਚੀਜ਼ ਹੁੰਦੀ ਹੈ? ਜਿਹੜੀ ਉਹ ਡੈਪਰੀਸੀਏਸ਼ਨ ਇਹ ਏਦਾਂ ਹੁੰਦਾ ਹੈ, ਜਿਹੜੇ ਆਪਣੇ ਕੋਲ ਐਸੈਟਸ ਵਗੈਰਾ ਹੁੰਦੇ ਨੇ ਉਹਨਾਂ ਦੀ ਵੈਲਿਊ ਘਟਦੀ ਹੈ। ਪਹਿਲਾਂ ਆਪਾਂ ਪ੍ਰੋਫਿਟ ਲੈ ਲਿਆ, ਠੀਕ ਹੈ, ਆਪਰੇਟਿੰਗ ਪ੍ਰੋਫਿਟ ਜਿਹੜਾ ਕੋਰ ਬਿਜ਼ਨਸ ਆਪਾਂ ਸੀਗਾ, ਮੇਨ ਉਹਨਾਂ ਦਾ ਬਿਜ਼ਨਸ ਸੀਗਾ, ਉਸ ਮੇਨ ਬਿਜ਼ਨਸ ਦੇ ਵਿੱਚੋਂ ਪਹਿਲਾਂ ਇੰਟਰਸਟ ਡੈਪਰੀਸੀਏਸ਼ਨ ਲੈਸ ਹੋਏਗੀ, ਫਿਰ ਉਸ ਤੋਂ ਬਾਅਦ ਉਹ ਚੀਜ਼ਾਂ ਨਿਕਲਣਗੀਆਂ ਪ੍ਰੋਫਿਟ ਦੇ ਵਿੱਚੋਂ। ਕਿ ਉੱਪਰ ਜਿਹੜਾ ਸੀਗਾ ਉਹ ਉਹਨਾਂ ਦਾ ਉਹ ਸੀਗਾ ਟ੍ਰੇਡਿੰਗ ਪ੍ਰੋਫਿਟ ਸੀਗਾ, ਜੇ ਤੋਂ ਸੇਲ ਪਰਚੇਜ਼ ਕਰ ਰਹੇ ਸੀਗੇ। ਆਪਰੇਟਿੰਗ ਪ੍ਰੋਫਿਟ ਦੇ ਵਿੱਚੋਂ ਆਪਾਂ ਬਾਕੀ ਲਈ ਜਿਹੜੇ ਖਰਚੇ ਸੀਗੇ ਉਹ ਮਾਈਨਸ ਉਹਦੇ ਵਿੱਚ ਕਰਦੇ। ਬਿਲਕੁਲ ਠੀਕ ਹੈ ਸਰ। ਹੁਣ ਮੰਨ ਲਓ ਆਪਾਂ ਗੱਲ ਕੀਤੀ ਸੀ ਕਿ ਤੁਸੀਂ ਦੋ ਕਾਰਾਂ ਦੀ ਕੀਮਤ ਲਾਈ, ਆਪਣੀ ਕਾਰ ਆਪਾਂ ਮੇਰੇ ਕੋਲ ਮੇਰੀ ਟਰਾਂਸਪੋਰਟੇਸ਼ਨ ਕੰਪਨੀ ਦੀ ਕੰਪਨੀ ਹੈ, ਮੈਂ ਦੋ ਕਾਰਾਂ ਚਲਾ ਰਿਹਾ ਹੈਗਾ, ਮੈਂ ਕੀ ਕੀਤਾ ਮੈਨੂੰ ਪ੍ਰੋਫਿਟ ਹੋ ਗਿਆ, ਮੰਨ ਲਓ ਇਸ ਸਾਲ ਮੈਨੂੰ ਪ੍ਰੋਫਿਟ ਹੋ ਗਿਆ 20 ਲੱਖ ਰੁਪਏ ਦਾ, ਮੈਂ ਸਾਲ 'ਚ ਪ੍ਰੋਫਿਟ ਕੱਢ ਲਿਆ ਦੋ ਕਾਰਾਂ ਤੋਂ। ਪਰ ਹੁਣ ਜਿਹੜੀਆਂ ਕਾਰਾਂ ਦੀ ਕੀਮਤ ਵੀ ਤਾਂ ਘਟੀ ਹੈ ਨਾ, ਜੇ ਮੈਂ ਕਹਾਂ ਜੀ ਮੈਂ 20 ਲੱਖ ਰੁਪਏ ਦਾ ਪ੍ਰੋਫਿਟ ਕੱਢ ਲਿਆ, ਪਰ ਮੈਂ ਇਹ ਵੀ ਨਾਲ ਪਾਇਆ ਕਿ ਦੋਵੇਂ ਕਾਰਾਂ ਦੀ ਕੀਮਤ ਸਾਲ ਦੇ ਵਿੱਚ 20,000 ਰੁਪਇਆ ਘੱਟ ਹੋ ਗਈ, ਤਾਂ ਅਸਲ 'ਚ ਜਿਹੜੀ ਮੇਰੀ ਫਿਰ ਕੀਮਤ ਪਈ, ਜਿਹੜੀ ਮਤਲਬ ਮੇਰਾ ਪ੍ਰੋਫਿਟ ਪਿਆ ਉਹ 20 ਲੱਖ ਪਿਆ ਕਿ 20 ਲੱਖ ਤੋਂ 40,000 ਘੱਟ ਹੋ ਗਿਆ? 40,000 ਘੱਟ ਹੋ ਗਿਆ। ਠੀਕ ਹੈ ਨਾ, ਹੁਣ ਮੈਂ ਪੈਸਾ ਖਰਚ ਨਹੀਂ ਕੀਤਾ ਕਿਸੇ ਚੀਜ਼ ਤੇ, ਪਰ ਮੇਰੀ ਆਟੋਮੈਟਿਕ ਵੈਲਿਊ ਤਾਂ ਘਟ ਗਈ ਨਾ। ਸਰ ਉਹੀ ਡੈਪਰੀਸੀਏਸ਼ਨ ਹੈ ਜਿਹੜੀ ਆਪਾਂ ਨੇ ਕੱਲ ਮੰਨ ਲਓ ਵੀ ਬੈਲੈਂਸ ਸ਼ੀਟ 'ਚ ਪੜ੍ਹੀ ਸੀ। ਸਰ ਆਪਾਂ ਕੱਲ ਪਤਾ ਕੀ ਪੜਿਆ ਸੀ? ਕੱਲ ਆਪਾਂ ਪੜਿਆ ਸੀ ਲੈਸ ਅਕਮੂਲੇਸ਼ਨ ਡੈਪਰੀਸੀਏਸ਼ਨ। ਇਹਦਾ ਮਤਲਬ ਕੀ ਸੀ? ਇਹ ਉਹ ਵੈਲਿਊ ਸੀ ਜਿਹੜੀ ਡੈਪਰੀਸੀਏਸ਼ਨ ਤੋਂ ਬਾਅਦ ਰਹਿ ਜਾਂਦੀ ਹੈ। ਜਿਵੇਂ ਮੈਂ ਗੱਲ ਕੀਤੀ ਕਿ ਮੇਰੀ 10 ਲੱਖ ਦੀ ਕਾਰ ਹੈ, ਲੱਖ ਰੁਪਇਆ ਘਟ ਗਿਆ, ਬਾਕੀ ਕਿੰਨਾ ਰਹਿ ਗਿਆ? 9 ਲੱਖ ਦੀ ਰਹਿ ਗਈ ਕਾਰ। ਉਹ ਆਪਾਂ ਕੱਲ ਉਧਰ ਪਾਈ ਸੀ ਕਿ 9 ਲੱਖ ਰੁਪਇਆ ਮੈਂ ਕਿੱਧਰ ਪਾਤਾ? ਲੈਸ ਅਕਮੂਲੇਟਡ ਡੈਪਰੀਸੀਏਸ਼ਨ, ਕਿ ਮੇਰੇ ਕੋਲ ਹੁਣ ਜਿਹੜੀ ਲੱਖ ਰੁਪਏ ਦੀ ਚੀਜ਼ 10 ਲੱਖ ਦੀ ਸੀ ਉਹ 9 ਲੱਖ ਦੀ ਰਹਿ ਗਈ, ਉਹ ਆਪਾਂ ਕੱਲ 9 ਲੱਖ ਰੁਪਇਆ ਪਾਇਆ ਸੀ। ਔਰ ਜਿਹੜਾ ਲੱਖ ਰੁਪਇਆ ਘਟਿਆ ਉਹ ਅੱਜ ਆਪਾਂ ਇੱਥੇ ਪਾ ਰਹੇ ਹਾਂ। ਠੀਕ ਹੈ ਸਰ, ਜੀ ਤੋਂ ਆਪਾਂ ਨੂੰ ਮੰਨ ਲਓ ਵੀ ਪ੍ਰੋਫਿਟ ਹੋਇਆ ਵਰਤ ਕੇ। ਹਾਂਜੀ, ਰਿਪੀਟ ਕਰੋ ਕੀ ਕਹਿ ਰਹੇ ਹੋ? ਮੈਂ ਕਿਹਾ ਓਕੇ ਸਰ, ਹੁਣ ਸਮਝ ਪੈ ਗਈ ਜੀ। ਉਧਰ ਆਪਾਂ ਪਾਇਆ ਸੀ 9 ਲੱਖ ਰੁਪਏ, ਦੇਖੋ 10 ਲੱਖ ਦੀ ਚੀਜ਼ ਹੈ, ਮੇਰੇ ਕੋਲ 10 ਲੱਖ ਰੁਪਏ ਦੀ ਕਾਰ ਹੈ, ਉਧਰ ਆਪਾਂ ਵੈਲਿਊ ਪਾਤੀ ਕਿ ਲੱਖ ਰੁਪਏ ਘਟਣ ਤੋਂ ਬਾਅਦ ਜਿਹੜੀ ਵੈਲਿਊ ਰਹਿ ਗਈ ਉਹ ਆਪਾਂ ਉਧਰ ਪਾਤੀ। ਠੀਕ ਹੈ, ਤੇ ਜਿਹੜਾ ਲੱਖ ਰੁਪਏ ਘਟਿਆ ਉਹ ਆਪਾਂ ਇੱਧਰ ਖਰਚੇ 'ਚ ਪਾਤਾ। ਉਧਰ ਆਪਾਂ ਕੱਲ ਐਸੈਟ 'ਚ ਪਾਇਆ ਸੀ ਕਿ ਮੇਰਾ ਐਸੈਟ 9 ਲੱਖ ਰੁਪਏ ਦਾ ਰਹਿ ਗਿਆ, ਹੁਣ ਲੱਖ ਰੁਪਏ ਕਿੱਧਰ ਗਿਆ? ਮੈਨੂੰ ਬੈਲੈਂਸ ਤਾਂ ਸ਼ੋ ਕਰਨਾ ਪੈਣਾ ਨਾ। ਮੈਂ ਕਹਾਂ ਜੀ ਮੈਂ ਐਵੇਂ ਕਹੀ ਚਲੋ ਮੇਰਾ ਤਾਂ 90,000 ਦੇ ਐਸੈਟ ਰਹਿ ਗਿਆ, ਮੇਰਾ 50,000 ਦਾ ਐਸੈਟ ਰਹਿ ਗਿਆ, ਜਿਹੜਾ ਬਾਕੀ ਪੈਸਾ ਗਿਆ ਮੈਨੂੰ ਕਿਸੇ ਪਾਸੇ ਪਾਉਣਾ ਤਾਂ ਪੈਣਾ ਨਾ। ਤਾਂ ਉਧਰ ਆਪਾਂ 9 ਲੱਖ ਰੁਪਏ ਕੱਲ ਉਧਰ 9 ਲੱਖ ਪਾਇਆ ਸੀ, ਲੱਖ ਰੁਪਏ ਆਪਾਂ ਇੱਧਰ ਪਾਤਾ ਕਿ ਇੰਨਾ ਘਟ ਗਿਆ, ਉਧਰ ਸੀ ਇੰਨਾ ਰਹਿ ਗਿਆ, ਹੁਣ ਮੇਰੀ ਕੀਮਤ 9 ਲੱਖ ਰਹਿ ਗਈ। ਤੇ ਅੱਜ ਮੈਂ ਕਿਹਾ था ਕਿ ਜਿਹੜਾ ਮੇਰਾ ਲੱਖ ਰੁਪਏ ਘਟਿਆ ਸੀ ਉਹ ਆ ਦੇਖੋ ਮੈਂ ਇੱਥੇ ਪਾਤਾ ਡੈਪਰੀਸੀਏਸ਼ਨ 'ਚ। ਠੀਕ ਹੈ ਜੀ, ਹਾਂਜੀ ਸਰ। ਓਕੇ, ਹੁਣ ਆਪਾਂ ਗੱਲ ਕਰਦੇ ਹਾਂ ਟੋਟਲ ਵੈਲਿਊ ਐਡੀਸ਼ਨ ਦੀ।
ਟੋਟਲ ਵੈਲਿਊ ਐਡੀਸ਼ਨ ਦਾ ਕੀ ਮਤਲਬ ਹੈ? ਟੋਟਲ ਵੈਲਿਊ ਐਡੀਸ਼ਨ ਦਾ ਮਤਲਬ ਉਹ ਖਰਚਾ ਜਿਹੜਾ ਕਿਸੇ ਚੀਜ਼ ਨੂੰ ਹੋਰ ਜ਼ਿਆਦਾ ਪ੍ਰੋਫਿਟੇਬਲ ਬਣਾਉਣ ਦੇ ਲਈ ਆ ਗਿਆ, ਹੋਰ ਜ਼ਿਆਦਾ ਪ੍ਰੋਫਿਟੇਬਲ ਬਣਾਉਣ ਦੇ ਲਈ ਆ ਗਿਆ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ, ਮੰਨ ਲਓ ਮੈਂ ਕੋਈ, ਜਿਵੇਂ ਆਪਾਂ ਕਹਿੰਦੇ ਵੀ ਮੈਂ ਰॉ ਮਟੀਰੀਅਲ ਲਿਆਂਦਾ, ਮੈਂ ਇੱਕ ਸਿੰਪਲ ਜਿਹਾ ਕੱਪੜਾ ਲਿਆਂਦਾ ਮਾਰਕੀਟ 'ਚੋਂ, ਮੈਂ ਸਿੰਪਲ ਕਾਟਨ ਦਾ ਕੱਪੜਾ ਲਿਆਂਦਾ ਸੂਟਾਂ ਦਾ। ਹੁਣ ਉਹਦੇ ਉੱਪਰ ਮੈਂ 50 ਰੁਪਏ ਪਰ ਮੀਟਰ ਲੈ ਕੇ ਆਇਆ, ਠੀਕ ਹੈ, ਮੈਂ ਬਾਜ਼ਾਰ 'ਚ ਆ ਕੇ 60 ਰੁਪਏ ਪਰ ਮੀਟਰ ਵੇਚਦਾ, ਮੈਨੂੰ ਕਿੰਨਾ ਪ੍ਰੋਫਿਟ ਹੋਇਆ? ਸਰ ਰਿਪੀਟ ਕਰਿਓ। ਮੈਂ 50 ਰੁਪਏ ਮੀਟਰ ਕੱਪੜਾ ਲਿਆਂਦਾ, ਠੀਕ ਹੈ, ਮੈਂ 60 ਰੁਪਏ ਮੀਟਰ ਵੇਚਦਾ, ਕਿੰਨਾ ਪ੍ਰੋਫਿਟ ਹੋਇਆ ਮੈਨੂੰ? 10 ਰੁਪਏ ਪਰ 10 ਰੁਪਏ ਸਰ। ਠੀਕ ਹੈ, ਪਰ ਮੈਂ ਕੀ ਕੀਤਾ, ਮੈਂ 50 ਰੁਪਏ ਦਾ ਕੱਪੜਾ ਲਿਆਂਦਾ, ਉਹਦੇ ਉੱਪਰ ਮੈਂ ਕੀ ਕੀਤਾ, ਨਾਲ 50 ਰੁਪਈਆਂ ਦੇ ਨਾ ਹੋਰ ਸਿੱਪੀ ਮੋਤੀ ਲਿਆਂਦੀ, ਮੈਂ ਉਹਦੇ ਉੱਪਰ ਕਢਾਈ ਕਰਤੀ, ਧਾਗੇ ਨਾਲ ਕਢਾਈ ਕਰਤੀ, ਸਿੱਪੀ ਮੋਤੀ ਲਾਤੀ। ਹੁਣ ਜਿਹੜਾ ਕੱਪੜਾ ਮੈਂ 50 ਰੁਪਏ ਦਾ ਲਿਆਂਦਾ ਸੀ, ਉਹਦੇ ਉੱਪਰ ਮੈਂ 50 ਰੁਪਏ ਹੋਰ ਖਰਚਾ ਕਰਤਾ, ਤੇ ਮੈਂ ਉਹਨੂੰ ਕੀ ਕੀਤਾ, ਇਸ ਵਾਰੀ 150 ਰੁਪਏ ਦਾ ਵੇਚਦਾ। ਉਮਨ ਦੀ ਗੱਲ ਹੈ, ਸਿੰਪਲ ਕੱਪੜਾ ਸੀ, ਉਹ 60 ਰੁਪਏ ਮੀਟਰ ਵੇਚਿਆ। ਮੈਂ ਉਹਨੂੰ ਕੱਪੜੇ ਨੂੰ ਸਜਾਤਾ, ਉਹਦੇ ਉੱਪਰ ਕਢਾਈ ਕਰਤੀ, ਸਿੱਪੀ ਮੋਤੀ ਕਰਦੇ, ਯਾਨੀ ਕਿ ਉਹਦੀ ਵੈਲਿਊ ਵਧਾਤੀ, ਵੈਲਿਊ ਐਡੀਸ਼ਨ ਹੋ ਗਈ, ਤਾਂ ਮੈਂ ਉਹ ਕੱਪੜਾ 150 ਰੁਪਏ ਦਾ ਵੇਚਿਆ। ਹੁਣ ਮੈਨੂੰ ਕਿੰਨਾ ਪ੍ਰੋਫਿਟ ਹੋਇਆ? 50 ਰੁਪਏ ਦਾ। ਹੁਣ 50 ਰੁਪਏ ਦਾ, ਯਾਨੀ ਕਿ ਵੈਲਿਊ ਐਡੀਸ਼ਨ ਉਹ ਖਰਚਾ ਹੁੰਦਾ ਕਿ ਆਪਾਂ ਚੀਜ਼ ਨੂੰ ਸਿੰਪਲ ਨਹੀਂ ਵੇਚਿਆ, ਵੀ ਉਦਾਂ ਦਾ ਲਿਆ ਕੇ ਉਦਾਂ ਦਾ ਨਹੀਂ ਵੇਚਦਾ, ਆਪਾਂ ਉਹਦੀ ਵੈਲਿਊ ਐਡੀਸ਼ਨ ਕਰਤੀ, ਠੀਕ ਹੈ, ਕਿ ਆਪਾਂ ਇੰਨਾ ਪੈਸਾ ਉਹਦੇ ਉੱਪਰ ਹੋਰ ਖਰਚ ਕਰਤਾ, ਕਿ ਠੀਕ ਹੈ ਜੀ ਅਸੀਂ ਇੰਨਾ ਪੈਸਾ ਹੋਰ ਖਰਚ ਕਰਕੇ ਵੀ ਹੋਰ ਵੈਲਿਊ ਐਡੀਸ਼ਨ ਕਰ ਦਿੰਦੇ ਹਾਂ ਤਾਂ ਕਿ ਉਹ ਚੀਜ਼ ਹੋਰ ਜ਼ਿਆਦਾ ਮਹਿੰਗੀ ਵਿਕੇ। ਹੁਣ ਇੱਕ ਬੇਸਿਕ ਚੀਜ਼, ਵੈਲਿਊ ਐਡੀਸ਼ਨ ਦੀ ਬੇਸਿਕ ਐਗਜ਼ਾਮਪਲ ਦਿੰਦਾ। ਤੁਸੀਂ ਦੇਖਿਆ ਹੋਣਾ ਕਿ ਜਿਵੇਂ ਮੋਬਾਈਲ ਦੀ ਪੈਕੇਜਿੰਗ ਹੈ, ਜਿਵੇਂ ਸੈਮਸੰਗ ਹੋ ਗਿਆ, ਐਪਲ ਹੋ ਗਿਆ, ਇਹਨਾਂ ਦੀ ਪੈਕਿੰਗ ਬੜੀ ਵਧੀਆ ਹੁੰਦੀ ਹੈ, ਬੜਾ ਵਧੀਆ ਗੱਤਾ ਲੱਗਦਾ, ਬੜਾ ਵਧੀਆ ਡੱਬਾ ਹੁੰਦਾ ਇਹਨਾਂ ਦਾ, ਹਨਾ, ਇਹ ਪ੍ਰੋਪਰ ਪੈਕਿੰਗ ਕਰਕੇ ਦਿੰਦੇ ਆ ਚੀਜ਼ਾਂ ਨੂੰ। ਆਪਾਂ ਨੂੰ ਲੱਗਦਾ ਕਿ ਕਿਆ ਬਾਤ ਹੈ ਯਾਰ, ਐਡਾ ਮਹਿੰਗਾ ਫੋਨ ਹੈ, ਹਨਾ, ਇਹਦੀ ਪੈਕਿੰਗ ਕਿੰਨੀ ਸੋਹਣੀ ਹੈ। ਜੇ ਉਹੀ ਮੰਨ ਲਓ ਤੁਸੀਂ ਕੋਈ 2000 ਵਾਲਾ ਫੋਨ ਲੈਣਾ ਹੋਵੇ ਚਾਈਨਾ ਦਾ, ਕਿ ਉਹ ਐਡੀ ਸੋਹਣੀ ਪੈਕਿੰਗ ਕਰਕੇ ਦਿੰਦੇ ਆ? ਨਹੀਂ ਨਹੀਂ ਨਾ, ਬਸ ਉਹ ਵੈਲਿਊ ਐਡੀਸ਼ਨ 'ਚ ਆ ਜਾਂਦੀਆਂ ਚੀਜ਼ਾਂ, ਕਿ ਆਪਾਂ ਉਹ ਚੀਜ਼ ਨੂੰ ਪ੍ਰੀਮੀਅਮ ਲੁੱਕ ਦੇਣ ਦੇ ਲਈ ਕਿੰਨਾ ਪੈਸਾ ਖਰਚ ਕਰਦਾ ਤਾਂ ਕਿ ਅਸੀਂ ਉਹਨੂੰ ਮਾਰਕੀਟ 'ਚ ਹੋਰ ਜ਼ਿਆਦਾ ਮਹਿੰਗਾ ਵੇਚ ਦਈਏ। ਭਾਜੀ ਇਹਦੀ ਸਿੰਪਲ ਐਗਜ਼ਾਮਪਲ ਇਹੀ ਹੈ ਕਿ ਘਰ ਕੋਈ ਪੁਰਾਣਾ ਜਿਹਾ ਬਣਿਆ ਹੋਇਆ ਸੀ, ਆਪਾਂ ਉਹ ਤੇ ਪੇਂਟ ਵਗੈਰਾ ਕਰਕੇ ਵੈਲਿਊ ਵਧਾ ਕੇ ਆਪਾਂ ਪ੍ਰੋਫਿਟ ਮੁਨਾਫਾ ਜ਼ਿਆਦਾ ਕਮਾ ਲਿਆ, ਇਹੀ ਕਹਿ ਰਹੇ ਹੋ? ਸਹੀ ਹੈ, ਠੀਕ ਹੈ ਜੀ, ਆਹੀ ਕਹਿ ਰਹੇ ਭਾਜੀ? ਹਾਂਜੀ ਹਾਂਜੀ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ ਠੀਕ ਹੈ। ਨੈਕਸਟ ਆ ਗਿਆ ਜੀ ਆਪਣੇ ਕੋਲ ਇਕੁਇਟੀ ਡਿਵੀਡੈਂਡ, ਠੀਕ ਹੈ। ਸਰ ਇੱਕ ਗੱਲ ਪੁੱਛਣੀ ਸਰ, ਜਿਵੇਂ ਪ੍ਰੋਫਿਟ ਸਰ 1081 ਹੋਇਆ ਤੇ ਸਰ ਵੈਲਿਊ ਐਡੀਸ਼ਨ 1803 ਹੋਇਆ ਸਰ, ਇਹ ਮਤਲਬ ਸਮਝ ਨਹੀਂ ਆਇਆ। ਦੇਖੋ ਸਰ, ਜਿਹੜਾ ਆਪਾਂ ਨੂੰ ਪ੍ਰੋਫਿਟ ਹੋ ਗਿਆ, ਆਪਾਂ ਇਹ ਜਿਹੜਾ ਵੈਲਿਊ ਐਡੀਸ਼ਨ ਹੈ ਨਾ, ਇਹ ਆਪਾਂ ਪ੍ਰੋਫਿਟ ਦੇ ਵਿੱਚ ਨਹੀਂ ਐਡ ਕਰਨਾ ਹੈਗਾ, ਠੀਕ ਹੈ। ਵੈਲਿਊ ਐਡੀਸ਼ਨ ਵਗੈਰਾ ਸਾਰਾ ਕੱਢ ਕੇ ਇਸ ਤੋਂ ਬਾਅਦ ਜਿਹੜਾ ਆਪਾਂ ਨੂੰ ਪ੍ਰੋਫਿਟ ਹੋਇਆ ਉਹ ਆਪਾਂ ਨੂੰ 1081 ਕਰੋੜ ਹੋਇਆ, ਜਿਹੜਾ ਅਲਟੀਮੇਟਲੀ ਜੇਬ 'ਚ ਪੈਸਾ ਪੈ ਗਿਆ, ਠੀਕ ਹੈ ਸਰ। ਠੀਕ ਹੈ। ਫਿਰ ਆ ਗਿਆ ਜੀ ਇਕੁਇਟੀ ਡਿਵੀਡੈਂਡ। ਡਿਵੀਡੈਂਡ ਕੀ ਹੁੰਦਾ? ਇੱਕ ਤਰ੍ਹਾਂ ਦਾ ਪ੍ਰੋਫਿਟ 'ਚੋਂ ਸ਼ੇਅਰਿੰਗ ਮਿਲਦੀ ਹੈ, ਜਿੰਨੇ ਵੀ ਸ਼ੇਅਰ ਹੋਲਡਰ ਹੁੰਦੇ ਆ ਨਾ ਕੰਪਨੀ ਦੇ, ਮੰਨ ਲਓ ਆਪਣੇ ਕੋਲੇ 2 ਸ਼ੇਅਰ ਹੈ, 5 ਸ਼ੇਅਰ ਹੈ ਜਾਂ 100 ਸ਼ੇਅਰ ਹੈ, ਤਾਂ ਆਪਾਂ ਨੂੰ ਪਰ ਸ਼ੇਅਰ ਡਿਵੀਡੈਂਡ ਮਿਲਦਾ। ਡਿਵੀਡੈਂਡ ਦਾ ਮਤਲਬ ਕਿ ਕੰਪਨੀ ਕੀ ਕਰਦੀ ਹੈ, ਕਈ ਕੰਪਨੀਆਂ ਹਰ ਸਾਲ ਇਹ ਪ੍ਰੋਫਿਟ ਦਿੰਦੀਆਂ, ਕਈ ਨਹੀਂ ਵੀ ਦਿੰਦੀਆਂ, ਇਹ ਕੰਪਨੀ ਦੀ ਮਰਜ਼ੀ ਹੈ ਕਿ ਉਹ ਇਹ ਪ੍ਰੋਫਿਟ ਦੇਵੇ ਜਾਂ ਨਾ ਦੇਵੇ। ਕਿ ਉਹ ਪਰ ਸ਼ੇਅਰ ਮੰਨ ਲਓ ਉਹਨਾਂ ਨੇ ਕਹਿੰਦੇ ਅਸੀਂ ਪਰ ਸ਼ੇਅਰ 8 ਰੁਪਏ ਦੇਣੇ ਆ, ਜਿਹੜਾ ਤੁਹਾਡਾ ਸ਼ੇਅਰ ਦਾ ਪ੍ਰਾਈਸ ਉਹਦਾ ਵੱਧ ਰਿਹਾ, ਸਾਲੋਂ ਸਾਲ ਵੱਧ ਰਿਹਾ, ਉਹ ਇੱਕ ਅਲੱਗ ਚੀਜ਼ ਹੈ, ਪਰ ਤੁਹਾਨੂੰ ਅਸੀਂ ਐਕਸਟਰਾ, ਆਪਣੀ ਕੰਪਨੀ ਦੀ ਸਾਨੂੰ ਸਾਲ ਬਹੁਤ ਵਧੀਆ ਮੁਨਾਫਾ ਹੋ ਗਿਆ, ਅਸੀਂ ਤੁਹਾਨੂੰ 8 ਰੁਪਏ ਐਕਸਟਰਾ ਦੇ ਰਹੇ ਹਾਂ, ਉਹਨੂੰ ਆਪਾਂ ਡਿਵੀਡੈਂਡ ਕਹਿੰਦੇ ਹਾਂ, ਠੀਕ ਹੈ। ਤਾਂ ਇਹ ਜਿਹੜਾ ਡਿਵੀਡੈਂਡ ਹੈ ਸਿੱਧਾ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆਉਂਦਾ, ਡਿਵੀਡੈਂਡ ਮਿਲਦਾ, ਇਹ ਸਿੱਧਾ ਤੁਹਾਡੇ ਕਿੱਥੇ ਆਉਂਦਾ? ਬੈਂਕ ਅਕਾਊਂਟ ਦੇ ਵਿੱਚ ਤੁਹਾਨੂੰ ਡਿਵੀਡੈਂਡ ਆ ਜਾਂਦਾ ਹੈ, ਠੀਕ ਹੈ। ਇਹਨੂੰ ਆਪਾਂ ਪ੍ਰੋਪਰ ਕਰਾਂਗੇ, ਮੈਂ ਦੱਸਦਾ ਅਜੇ ਰੁਕ ਜਾਓ। ਡਿਵੀਡੈਂਡ ਕਿੰਨਾ ਮਿਲਦਾ, ਠੀਕ ਹੈ, ਕਿਹੜੇ ਬੇਸਿਸ ਤੇ ਮਿਲਦਾ, ਇਹਨੂੰ ਆਪਾਂ ਅਜੇ ਅੱਗੇ ਸਟੇਟਮੈਂਟ ਇੱਕ ਹੋਰ ਕਰਾਂਗੇ, ਫਿਰ ਪੜਾਂਗੇ, ਠੀਕ ਹੈ। ਬਸ ਇੰਨਾ ਸਮਝ ਲਓ ਕਿ ਡਿਵੀਡੈਂਡ ਕੀ ਚੀਜ਼ ਹੈ, ਕਿ ਕੰਪਨੀ ਸਾਲ ਦੇ ਵਿੱਚ ਇੱਕ ਵਾਰੀ ਜਾਂ ਕਈ ਵਾਰੀ 2 ਵਾਰੀ ਥੋੜੇ ਜਿਹੇ ਪੈਸੇ ਅਲੱਗ ਤੋਂ ਵੀ ਦਿੰਦੀਆਂ ਨੇ ਸ਼ੇਅਰ ਹੋਲਡਰ ਨੂੰ, ਪਰ ਸ਼ੇਅਰ 2 ਰੁਪਏ ਦੇਤੇ, 4 ਰੁਪਏ ਦੇਤੇ, 8 ਰੁਪਏ ਦੇਤੇ, ਤਾਂ ਦਿੰਦੀਆਂ ਨੇ। ਕਿਵੇਂ ਦਿੰਦੀਆਂ ਨੇ, ਕਿਸ ਬੇਸ ਤੇ ਦਿੰਦੀਆਂ ਨੇ, ਇਹ ਆਪਾਂ ਅੱਗੇ ਪੜਾਂਗੇ, ਠੀਕ ਹੈ ਜੀ। ਇੱਕ ਹਿਸਾਬ ਦਾ ਬੋਨਸ ਹੋ ਗਿਆ। ਹਾਂ ਬਸ ਬੋਨਸ ਕਰ। ਇਸ ਤੋਂ ਬਾਅਦ ਫਿਰ ਕਾਰਪੋਰੇਟ ਡਿਵੀਡੈਂਡ ਟੈਕਸ। ਹੁਣ ਪਹਿਲਾਂ ਕੀ ਹੁੰਦਾ ਸੀ, ਕੰਪਨੀਆਂ ਜਿੰਨਾ ਵੀ ਡਿਵੀਡੈਂਡ ਦਿੰਦੀਆਂ ਸੀ ਨਾ, ਉਹਨਾਂ ਨੂੰ ਉਹਦੇ ਉੱਪਰ ਟੈਕਸ ਵੀ ਦੇਣਾ ਪੈਂਦਾ ਸੀ ਸਰਕਾਰ ਨੂੰ। ਤੁਸੀਂ ਦੇਖ ਰਹੇ ਹੋ
ਕਿ ਪਿਛਲੇ ਸਾਲ ਉਹਨੇ 685 ਕਰੋੜ ਦਾ ਡਿਵੀਡੈਂਡ ਦਿੱਤਾ ਤੇ 140 ਕਰੋੜ ਉਹਨੂੰ ਸਰਕਾਰ ਨੂੰ ਦੇਣੇ ਪਏਗਾ। ਅੱਜ ਕੱਲ ਕੀ ਹੈ ਕਿ ਕੰਪਨੀਆਂ ਜਿੰਨਾ ਵੀ ਟੈਕਸ ਡਿਵੀਡੈਂਡ ਦਿੰਦੀਆਂ ਨੇ, ਹੁਣ ਕੰਪਨੀ ਨਹੀਂ ਟੈਕਸ ਪੇ ਕਰਦੀ, ਜਿਹਨੂੰ ਡਿਵੀਡੈਂਡ ਮਿਲਦਾ ਹੈ ਉਹ ਟੈਕਸ ਪੇ ਕਰਦਾ। ਪਹਿਲਾਂ ਕੀ ਹੁੰਦਾ ਸੀ, ਕੰਪਨੀ ਨੂੰ ਪੇ ਕਰਨਾ ਪੈਂਦਾ ਸੀ। ਹੁਣ ਜੇ ਡਿਵੀਡੈਂਡ ਆਪਾਂ ਨੂੰ ਮਿਲ ਰਿਹਾ ਤਾਂ ਆਪਾਂ ਉਹਦੇ ਉੱਪਰ ਟੈਕਸ ਪੇ ਕਰਨਾ। ਠੀਕ ਹੈ, ਇਸ ਸਾਲ ਹਜੇ ਤੱਕ ਕੰਪਨੀ ਨੇ ਡਿਵੀਡੈਂਡ ਨਹੀਂ ਦਿੱਤਾ ਤਾਂ ਕੋਈ ਡਿਵੀਡੈਂਡ ਟੈਕਸ ਨਹੀਂ ਲੱਗਿਆ, ਪਰ ਹਮ ਲੱਗਣਾ ਵੀ ਨਹੀਂਗਾ, ਕਿਉਂਕਿ ਅਗਲੇ ਸਾਲਾਂ ਤੋਂ ਕੀ ਹੋ ਜਾਣਾ ਕਿ ਜਿਹਨੂੰ ਮਿਲਿਆ ਡਿਵੀਡੈਂਡ ਟੈਕਸ ਉਹੀ ਟੈਕਸ ਪੇ ਕਰੂਗਾ। ਸਰ ਇਸ ਸਾਲ ਤੋਂ ਅਗਲੇ ਸਾਲ ਤੋਂ? ਇਸ ਸਾਲ ਤੋਂ ਜੀ 2022 ਤੋਂ ਰੂਲ ਚੇਂਜ ਹੋ ਗਏ ਸੀ। 2000 ਜਿਹੜਾ ਬਜਟ ਆਇਆ, ਮਤਲਬ ਜਿਹੜਾ 2000 ਆਪਾਂ ਮਤਲਬ 2022 ਸ਼ੇਅਰ ਖਰੀਦੇ 2000। ਠੀਕ ਹੈ, ਠੀਕ ਹੈ। ਚਲੋ ਅੱਗੇ ਥੋੜਾ ਜਿਹਾ ਰਹਿ ਗਿਆ, ਆਪਾਂ ਪੜ੍ਹ ਲਈਏ, ਫਿਰ ਆਪਣਾ ਟਾਈਮ ਹੋ ਗਿਆ। ਹੁਣ ਅਗਰ ਜੀ ਸ਼ੇਅਰਸ ਇਨ ਇਸ਼ੂ, ਸ਼ੇਅਰਸ ਇਨ ਇਸ਼ੂ ਦਾ ਮਤਲਬ ਕਿ ਕੰਪਨੀ ਦੇ ਕਿੰਨੇ ਸ਼ੇਅਰ ਹੈ ਜਿਹੜੇ ਮਾਰਕੀਟ 'ਚ ਫਿਰਦੇ ਆ। ਤੇ ਇਹ ਇੱਕ ਚੀਜ਼ ਦੇਖੋ ਤੇ ਲੱਖ ਲਿਖਿਆ ਹੋਇਆ, ਇਹ ਲੱਖਾਂ 'ਚ ਹੁੰਦੇ, ਕਰੋੜਾਂ 'ਚ ਨਹੀਂ ਹੁੰਦੇ। ਕੰਪਨੀ ਦੇ 5081 ਸ਼ੇਅਰ ਹੈ ਜਿਹੜੇ ਸ਼ੇਅਰ ਇਸ਼ੂ ਕੀਤੇ ਹੋਏ ਕੰਪਨੀ ਨੇ, ਜਿਹੜੇ ਜਿਵੇਂ ਮਾਰਕੀਟ 'ਚ ਚੱਲ ਰਹੇ। ਠੀਕ ਹੈ, ਜੇ ਤੁਸੀਂ ਇਹਨੂੰ ਕਰੋੜ 'ਚ ਬਣਾਉਣਾ ਤਾਂ 50 ਕਰੋੜ ਹੈ ਇਹ। ਤੇ ਜਿਵੇਂ ਆ ਪੁਆਇੰਟ ਹੈ, ਪੁਆਇੰਟ ਨੂੰ ਅੱਗੇ 2 ਪੁਆਇੰਟ ਅੱਗੇ ਕਰ ਲਿਆ ਕਰੋ। ਜੇ ਉਹਨੇ 5081 ਲੱਖ ਹੈਗੇ ਆ ਤਾਂ 50.81 ਕਰੋੜ ਬਣ ਜਾਣਗੇ ਕਿ ਕੰਪਨੀ ਦੇ ਕਿੰਨੇ ਸ਼ੇਅਰ ਮਾਰਕੀਟ 'ਚ ਹੈ। 50 ਕਰੋੜ ਸ਼ੇਅਰ ਜਿਹੜੇ ਕੰਪਨੀ ਦੇ ਉਹ ਮਾਰਕੀਟ ਦੇ ਵਿੱਚ ਹੈ। ਕਲੀਅਰ ਨਹੀਂ ਗੱਲ? ਹਾਂਜੀ ਫਿਰ ਉਹਦੇ ਆਪਣੇ ਕੋਲ ਅਰਨਿੰਗ ਪਰ ਸ਼ੇਅਰ। ਅਰਨਿੰਗ ਪਰ ਸ਼ੇਅਰ ਕੀ ਹੈ? ਜਿੰਨਾ ਕੰਪਨੀ ਦਾ ਰਿਪੋਰਟਡ ਨੈਟ ਪ੍ਰੋਫਿਟ ਹੈ, ਨੈਟ ਪ੍ਰੋਫਿਟ ਨੂੰ ਸ਼ੇਅਰ ਦੇ ਨਾਲ ਡਿਵਾਈਡ ਕਰ ਦਿਓ। ਨੈਟ ਪ੍ਰੋਫਿਟ ਕਰੋੜ 'ਚ 1 ਕਰੋੜ 81 ਹੈ ਨਾ, 1081 ਕਰੋੜ, ਤਾਂ ਉਹਨੂੰ ਕੀ ਕਰੋ 50.81 ਨਾਲ ਡਿਵਾਈਡ ਕਰ ਦਿਓ, ਤਾਂ ਯਾਨੀ ਕਿ ਕੰਪਨੀ ਪਰ ਸ਼ੇਅਰ 21 ਰੁਪਏ ਕਮਾ ਰਹੀ ਹੈ। ਕੰਪਨੀ ਪਰ ਸ਼ੇਅਰ 21 ਰੁਪਏ ਕਮਾ ਰਹੀ ਹੈ। ਇਹ 21 ਰੁਪਏ ਤੁਹਾਨੂੰ ਨਹੀਂ ਮਿਲਣਾ, ਬਸ ਇੱਕ ਵੈਲਿਊ ਹੈ ਕਿ ਕੰਪਨੀ ਦੇ ਜਿੰਨੇ ਸ਼ੇਅਰ ਇਸ਼ੂ ਹੋਏ ਹੋਏ ਆ ਉਹਦੇ ਅਕੋਰਡਿੰਗ ਜਿਹੜਾ ਕੰਪਨੀ ਦਾ ਪ੍ਰੋਫਿਟ ਹੈ ਪਰ ਸ਼ੇਅਰ 21 ਰੁਪਏ ਹੁੰਦਾ ਹੈ। ਤੇ ਇੱਥੇ ਗੱਲ, ਇਹ ਸ਼ੇਅਰ ਪ੍ਰਾਈਸ ਹਮੇਸ਼ਾ ਜਿਹੜਾ ਚਲੋ ਪਰ ਅਰਨਿੰਗ ਪਰ ਸ਼ੇਅਰ ਹੈ, EPS ਕਹਿੰਦੇ ਆ ਆਪਾਂ ਨੂੰ, ਇਹ ਹਰ ਸਾਲ ਵਧਣਾ ਚਾਹੀਦਾ ਹੈ। ਯਾਨੀ ਕਿ ਕੰਪਨੀ ਹਰ ਸਾਲ, ਜੇ ਕੰਪਨੀ ਦਾ ਨੈਟ ਪ੍ਰੋਫਿਟ ਵਧ ਰਿਹਾ, ਠੀਕ ਹੈ, ਤੇ ਕੰਪਨੀ ਦਾ EPS ਵੀ ਵਧੂਗਾ ਹਰ ਸਾਲ। ਤੁਸੀਂ ਨੈਟ ਪ੍ਰੋਫਿਟ ਵੀ ਦੇਖਣਾ ਕਿ ਹਰ ਸਾਲ ਵਧ ਰਿਹਾ, ਤੇ ਤੁਸੀਂ ਪਰ ਅਰਨਿੰਗ ਪਰ ਸ਼ੇਅਰ ਵੀ ਦੇਖਣੀ ਹੈ ਕਿ ਹਰ ਸਾਲ ਵਧ ਰਹੀ ਹੈ, ਤੇ ਯਾਨੀ ਕਿ ਕੰਪਨੀ ਪ੍ਰੋਫਿਟ 'ਚ ਜਾ ਰਹੀ ਹੈ। ਕਲੀਅਰ? ਹਾਂਜੀ ਸਰ। ਲਾਸਟ ਆ ਗਿਆ ਜੀ ਇਕੁਇਟੀ ਡਿਵੀਡੈਂਡ। ਹੁਣ ਇਹ ਉਹੀ ਜਿਹੜਾ ਆਪਾਂ ਡਿਵੀਡੈਂਡ ਪੜਿਆ ਸੀਗਾ, ਪਰ ਇਹ ਦੇਖੋ ਪਰਸੈਂਟੇਜ ਦੇ ਵਿੱਚ ਹੈ। ਇਕੁਇਟੀ ਡਿਵੀਡੈਂਡ ਪਰਸੈਂਟੇਜ ਕਿੰਨਾ? 850% ਡਿਵੀਡੈਂਡ ਦਿੱਤਾ ਕੰਪਨੀ ਨੇ। 850%, ਇਹਦਾ ਬਹੁਤ ਬਣ ਜਾਂਦਾ ਹੈ। ਪਰ ਕਿੰਨਾ ਹੁੰਦਾ ਸੀ ਉਹਦੇ ਵਿੱਚ ਆਪਾਂ ਪੜਾਂਗੇ ਕੱਲ ਨੂੰ, ਕਿ ਡਿਵੀਡੈਂਡ ਕਿਹਦਾ ਪਰਸੈਂਟੇਜ ਦਿੱਤਾ। ਠੀਕ ਹੈ, ਫੇਸ ਵੈਲਿਊ ਦਾ ਪਰਸੈਂਟੇਜ ਹੁੰਦਾ। ਫੇਸ ਵੈਲਿਊ ਕੀ ਹੈ ਆਪਾਂ ਕੱਲ ਪੜ ਰਹੇ ਹਾਂ, ਤਾਂ ਫਿਰ ਡਿਵੀਡੈਂਡ ਮੈਂ ਤੁਹਾਨੂੰ ਕੱਲ ਕਰਵਾਉਂਗਾ ਟੌਪਿਕ, ਆਪਾਂ ਫੇਸ ਵੈਲਿਊ ਨਾਲ ਐਡ ਕਰਦੇ ਹਾਂ। ਠੀਕ ਹੈ, ਲਾਸਟ ਆ ਗਿਆ ਜੀ ਬੁੱਕ ਵੈਲਿਊ। ਹੁਣ ਬੁੱਕ ਵੈਲਿਊ ਕੀ ਹੈ? ਬੁੱਕ ਵੈਲਿਊ ਦਾ ਮਤਲਬ ਹੈ ਕਿ ਕੰਪਨੀ ਦੀਆਂ ਜਿਹੜੀਆਂ ਬੁੱਕਸ ਹੈ ਉਹਦੇ ਵਿੱਚ ਕੰਪਨੀ ਦੇ ਸ਼ੇਅਰ ਦੀ ਕਿੰਨੀ ਵੈਲਿਊ ਹੈ। ਠੀਕ ਹੈ, ਜਿਵੇਂ ਵੈਸੇ ਕੰਪਨੀ ਦਾ ਸ਼ੇਅਰ ਮੰਨ ਲਓ 2500 ਰੁਪਏ ਦਾ ਵਿਕ ਰਿਹਾ, 2700 ਰੁਪਏ ਦਾ ਚੱਲ ਰਿਹਾ, ਪਰ ਅਸਲ 'ਚ ਬੁੱਕ ਦੇ ਵਿੱਚ ਉਹਦੀ ਵੈਲਿਊ ਕਿੰਨੀ ਚੱਲ ਰਹੀ ਹੈ? 108 ਰੁਪਏ ਚੱਲ ਰਹੀ ਹੈ। ਇਹਦਾ ਮਤਲਬ ਬਾਈ ਚਾਂਸ ਕੱਲ ਨੂੰ ਕੰਪਨੀ ਡੁੱਬਦੀ ਹੈ, ਕੰਪਨੀ ਡੀਲਿਸਟ ਹੁੰਦੀ ਹੈ, ਕੁਝ ਵੀ ਹੁੰਦਾ ਹੈ, ਤਾਂ ਕੰਪਨੀ ਕੋਲੇ ਇੰਨੇ ਐਸੈਟਸ ਹੈਗੇ ਆ ਕਿ ਜੇ ਕੰਪਨੀ ਨੂੰ ਸਾਰੇ ਐਸੈਟ ਵਗੈਰਾ ਵੇਚ ਦਿੱਤੇ ਜਾਣ ਤਾਂ ਪਰ ਸ਼ੇਅਰ 108 ਰੁਪਏ ਸਭ ਨੂੰ ਆ ਜਾਣਗੇ। ਗੱਲ ਸਮਝ ਆਈ? ਹਾਂਜੀ ਰਿਪੀਟ ਕਰਿਓ ਸਰ। ਇਹ ਜਿਵੇਂ ਆਪਾਂ ਕਹਿੰਦੇ ਸਰਕਾਰੀ ਰੇਟ ਕਿੰਨਾ ਚੱਲਦਾ ਹੈ, ਆਪਾਂ ਥੋੜਾ ਜਿਹਾ ਰਿਲੇਟ ਕਰ ਸਕਦੇ ਹਾਂ। ਹੁਣ ਮੰਨ ਲਓ ਤੁਸੀਂ ਕੋਈ ਪਲਾਟ ਲੈਣਾ, ਪਲਾਟ ਦੀ ਵੈਸੇ ਤਾਂ ਕੀਮਤ 1 ਕਰੋੜ ਰੁਪਏ ਚੱਲ ਰਹੀ ਹੈ, ਪਰ ਜਦੋਂ ਆਪਾਂ ਰਜਿਸਟਰੀ ਕਰਾਉਂਦੇ ਆ ਕਿ ਆਪਾਂ 1 ਕਰੋੜ ਰੁਪਏ ਦੀ ਰਜਿਸਟਰੀ ਕਰਾਉਂਦੇ ਆ, ਨਹੀਂ, ਆਪਾਂ ਰਜਿਸਟਰੀ ਘੱਟ ਦੀ ਕਰਵਾ ਲੈਂਦੇ, ਆਪਾਂ ਕਹਿੰਦੇ ਚਲੋ ਯਾਰ ਬੋਲੋ ਵੀ 1 ਕਰੋੜ ਦਾ ਪਲਾਟ ਹੈ, 25-30 ਲੱਖ ਦੀ ਰਜਿਸਟਰੀ ਕਰਵਾ ਲਓ ਵੀ ਸਰਕਾਰੀ, ਆਪਾਂ ਕਹਿੰਦੇ ਵੀ ਸਰਕਾਰੀ ਰੇਟ ਇਹ ਚੱਲ ਰਿਹਾ ਹੈ ਨਾ, ਤਾਂ ਉਹ ਇੱਕ ਤਰ੍ਹਾਂ ਦਾ ਸਰਕਾਰੀ ਰੇਟ ਹੈ। ਅਸਲ 'ਚ ਮਾਰਕੀਟ ਰੇਟ ਬਹੁਤ ਵੱਧ ਚੱਲ ਰਿਹਾ ਹੈਗਾ, ਪਰ ਬਾਈ ਚਾਂਸ ਇਹ ਕੰਪਨੀ ਡੀਲਿਸਟ ਹੁੰਦੀ ਹੈ, ਕੁਝ ਵੀ ਹੁੰਦਾ, ਤਾਂ ਤੁਹਾਨੂੰ ਪਰ ਸ਼ੇਅਰ 108 ਰੁਪਏ ਤੇ 94 ਪੈਸੇ ਮਿਲ ਜਾਣਗੇ। ਠੀਕ ਹੈ ਜੀ, ਇਹ ਗੱਲ? ਹਾਂਜੀ ਹਾਂਜੀ ਤਾਂ ਅੱਜ ਲਈ ਇੰਨਾ ਹੀ ਹੈ। ਹੁਣ ਤੁਹਾਨੂੰ ਮੈਂ ਦੋਵੇਂ ਬੈਲੈਂਸ ਸ਼ੀਟਸ ਪੜ੍ਹਨੀਆਂ ਸਿਖਾਤੀਆਂ, ਪ੍ਰੋਫਿਟ ਐਂਡ ਲਾਸ ਵੀ ਐਂਡ ਬੈਲੈਂਸ ਸ਼ੀਟਸ ਵੀ। ਤਾਂ ਕੱਲ ਨੂੰ ਤੁਸੀਂ 10-10 ਕੰਪਨੀਆਂ ਦੀਆਂ ਬੈਲੈਂਸ ਸ਼ੀਟਸ, ਉਹੀ ਨਿਫਟੀ 50 ਦੀਆਂ ਪਹਿਲੀਆਂ ਟੌਪ 10 ਕੰਪਨੀਆਂ ਚੈੱਕ ਕਰੋ,
ਸਰਚ ਕਰੋ ਗੂਗਲ ਤੇ ਨਿਫਟੀ 50 ਟੌਪ 10 ਕੰਪਨੀਆਂ ਸਰਚ ਕਰੋ। ਸਰਚ ਕਰਨ ਤੋਂ ਬਾਅਦ ਉਹਨੂੰ ਤੁਸੀਂ 10 ਕੰਪਨੀਆਂ ਦੀ ਜਿਹੜੀ ਬੈਲੈਂਸ ਸ਼ੀਟ ਹੈ ਉਹਨਾਂ ਨੂੰ ਪੜ੍ਹਨਾ ਹੈਗਾ। ਤੇ ਫਿਰ ਤੁਸੀਂ ਕੱਲ ਨੂੰ ਜੇ ਕੋਈ ਤੁਹਾਡਾ ਡਾਊਟ ਹੋਇਆ ਤਾਂ ਮੈਨੂੰ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਅੱਗੇ ਚੱਲਣਾ। ਕਲੀਅਰ ਹੈ ਜੀ ਅਗਲੀ ਇਹਨਾਂ ਸਭ ਲਈ? ਹਾਂਜੀ ਹਾਂ ਹਾਂਜੀ ਠੀਕ ਸਰ। ਹੁਣ ਸਰ ਆਪਾਂ ਇੱਕ ਜਾਂਦੇ ਜਾਂਦੇ ਮਾੜਾ ਨੈਟਵਰਕ ਇੱਕ ਵਾਰ ਫਿਰ ਦੱਸ ਜਾਂਦੇ ਨੈਟਵਰਕ ਹੁੰਦਾ ਕਿ ਕੰਪਨੀ ਦੀ ਕਿੰਨੀ ਦੀ ਕੀਮਤ ਹੈ ਕੰਪਨੀ ਦੀ। ਆਪਾਂ ਕਹਿੰਦੇ ਹਾਂ ਮੰਨ ਲਓ ਆਪਾਂ ਗੱਲ ਕੀਤੀ ਸੀਗੀ ਕਿ ਮੇਰੀ ਕੰਪਨੀ ਦੇ 100 ਸ਼ੇਅਰ ਹੈ, ਇੱਕ ਸ਼ੇਅਰ ਦੀ ਕੀਮਤ 10 ਰੁਪਏ ਹੈ, ਤੇ ਮੇਰੀ ਨੈਟਵਰਕ ਕਿੰਨੀ ਹੋਗੀ 100 ਗੁਣਾ 10 1000 ਰੁਪਏ ਮੇਰੀ ਨੈਟਵਰਕ ਹੈ। ਕੰਪਨੀ ਕਿੰਨੇ ਦੀ ਵਰਥ ਹੈ, ਕੰਪਨੀ ਦੀ ਕੀਮਤ ਕਿੰਨੀ ਹੈ, ਉਹ ਚੀਜ਼ ਹੈ। ਠੀਕ ਹੈ ਸਰ। ਇਹਨੂੰ ਮਾਰਕੀਟ ਕੈਪ ਨਾਲ ਵੀ ਕੰਪੇਅਰ ਕਰ ਸਕਦੇ ਹਾਂ ਕਿ ਨਹੀਂ? ਹਾਂਜੀ ਕਰ ਸਕਦੇ ਹਾਂ। ਠੀਕ ਹੈ, ਮਾਰਕੀਟ ਕੈਪ ਤਾਂ ਬੜੀ ਜ਼ਿਆਦਾ। ਚਲੋ ਅੱਜ ਲਈ ਇੰਨਾ, ਹੁਣ ਮੇਰੀ ਕਲਾਸ ਹੈ ਮੈਂ ਜਾਣਾ। ਮੈਂ ਪਾਪਾ ਪਹਿਲੇ ਨੈਟਵਰਕ ਚਲੋ ਤੁਸੀਂ ਕੱਲ ਨੂੰ ਇੱਕ ਵਾਰੀ ਸਰ ਕਈ ਵਾਰੀ ਮਾਰਕੀਟ ਕੈਪ। ਸਰ ਮੈਂ ਤੁਹਾਡੇ ਡਾਊਟ ਕੱਲ ਲੈ ਲੈਂਦਾ ਜੀ। ਐਕਚੁਅਲੀ ਮੇਰੀ ਕਲਾਸ ਹੈ, ਮੈਂ 15 ਠੀਕ ਮਿੰਟ ਹੈ ਸਰ। ਠੀਕ ਹੈ, ਮੇਰਾ ਆਫਲਾਈਨ ਬੈਚ ਹੈ ਓਕੇ ਤੇ ਕੱਲ ਮੈਂ ਆਪਾਂ ਡਾਊਟ ਲੈ ਲੈਂਦਾ, ਕੋਈ ਗੱਲ ਨਹੀਂ, ਕੱਲ ਫਿਰ ਆਪਾਂ ਨੈਕਸਟ ਵੀ ਕਰਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਫਿਰ ਆਪਾਂ ਕੱਲ।